Jesus is here. Jesus is here. Jesus is here. All things are possible. Jesus is here. Thank you, Abba, Heavenly Father, प्रभु यीशु मसीह तेरे धन्नवादी हां for today evening, Lord, ਅੱਜ ਦੀ ਸ਼ਾਮ ਦੇ ਲਈ and giving us another privilege to come in your presence. ਕਿ ਤੂੰ ਸਾਨੂੰ ਇੱਕ ਹੋਰ ਮੌਕਾ ਦਿੱਤਾ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਆ ਸਕੇ। Forgive us our sins and trespasses, Lord. ਸਾਡੇ ਸਾਰੇ ਅਧਰਮ ਔਰ ਪਾਪ ਨੂੰ ਮਾਫ ਕਰ। Under your blood we come, Lord Jesus. ਤੇਰੇ ਲਹੂ ਦੇ ਥੱਲੇ ਯੀਸ਼ੂ ਮਸੀਹ ਅਸੀਂ ਆਉਂਦੇ ਹਾਂ। Please talk with us from thy word. ਪ੍ਰਭੂ ਆਪਣੇ ਵਚਨ ਚੋਂ ਸਾਡੇ ਨਾਲ ਗੱਲਬਾਤ ਕਰ। Bless everyone who has come here. ਜਿੰਨੇ ਲੋਕ ਆਏ ਹਨ ਸਭਨਾਂ ਨੂੰ ਬਰਕਤ ਦੇ। And I especially pray for our pastor Ashok, Lord, ਖਾਸ ਕਰਕੇ ਮੈਂ ਪਾਸਟਰ ਅਸ਼ੋਕ ਦੇ ਲਈ ਦੁਆ ਕਰਦਾ ਹਾਂ who has completed 46 years today. ਜਿਨ੍ਹਾਂ ਨੇ ਅੱਜ 46 ਸਾਲ ਪੂਰੇ ਕੀਤੇ ਹਨ। May you bless the pastor. ਔਰ ਉਹਨਾਂ ਨੂੰ ਤੂੰ ਖੁਦਾਵੰ ਇੱਕ ਸੇਵਕ ਠਹਿਰਾਇਆ ਹੈ। May you bless him. ਔਰ ਉਹਨੂੰ ਬਰਕਤ ਦੇ ਪ੍ਰਭੂ। Bless his ministry. ਉਹਦੀ ਸੇਵਕਾਈ ਨੂੰ ਬਰਕਤ ਦੇ। And may you use him mightily for thy glory. ਔਰ ਪ੍ਰਭੂ ਆਪਣੀ ਮਹਿਮਾ ਲਈ ਉਹਨਾਂ ਨੂੰ ਇਸਤੇਮਾਲ ਕਰ। Bless his family, bless his church. ਔਰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਕਲੀਸਿਆ ਨੂੰ ਬਰਕਤ ਦੇ। As we commit ourselves into your hands of grace. ਜਦ ਕਿ ਅਸੀਂ ਤੇਰੇ ਕਿਰਪਾ ਵਾਲੇ ਹੱਥ ਵਿੱਚ ਆਪਣਾ ਆਪ ਸਮਰਪਿਤ ਕਰਦੇ ਹਾਂ। In the name of Jesus Christ we ask this prayer. ਯੀਸ਼ੂ ਮਸੀਹ ਦੇ ਨਾਮ ਵਿੱਚ ਇਹ ਪ੍ਰਾਰਥਨਾ ਬੇਨਤੀ ਮੰਗਦੇ ਹਾਂ। Amen. ਆਮੀਨ। God bless you all. ਪ੍ਰਭੂ ਤੁਹਾਨੂੰ ਸਭ ਨੂੰ ਬਰਕਤ ਦੇਵੇ। Nice to be with you all again. ਫਿਰ ਤੁਹਾਡੇ ਨਾਲ ਆ ਕੇ ਬਹੁਤ ਖੁਸ਼ੀ ਹੋਈ। Amen. ਆਮੀਨ। May God's name be praised. ਪ੍ਰਭੂ ਦਾ ਨਾਮ ਮਹਿਮਾ ਪਾਏ। And I just came to know our brother Ashok, he had his birthday today. ਔਰ ਮੈਨੂੰ ਪਤਾ ਲੱਗਾ ਕਿ ਅੱਜ ਭਾਈ ਅਸ਼ੋਕ ਦਾ ਜਨਮ ਦਿਨ ਹੈ। In fact, the room I was staying in, ਔਰ ਇੱਥੋਂ ਤੱਕ ਕਿ ਮੈਨੂੰ ਕਮਰੇ ਦੇ ਵਿੱਚ ਹੀ ਪਤਾ ਲੱਗ ਗਿਆ ਸੀ। they were singing a song, ਔਰ ਉਹ ਕਮਰੇ ਦੇ ਵਿੱਚ ਗੀਤ ਗਾ ਰਹੇ ਸੀ। but I didn't know for whom. ਔਰ ਮੈਨੂੰ ਨਹੀਂ ਸੀ ਪਤਾ ਕਿ ਕਿਹਦੇ ਲਈ ਗਾਇਆ ਜਾ ਰਿਹਾ। I was just taking some rest. ਪਰ ਮੈਂ ਤਾਂ ਆਰਾਮ ਹੀ ਕਰ ਰਿਹਾ ਸੀ। But now I know it's my brother. ਔਰ ਮੈਨੂੰ ਪਤਾ ਲੱਗਾ ਕਿ ਇਹ ਸਾਡੇ ਭਾਈ ਦਾ ਜਨਮ ਦਿਨ ਹੈ ਅੱਜ। God bless our brother. ਖੁਦਾਵੰ ਸਾਡੇ ਭਾਈ ਨੂੰ ਬਰਕਤ ਦੇਵੇ। Bless his church, his family. ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਦੇ ਘਰ ਨੂੰ, ਕਲੀਸਿਆ ਨੂੰ ਬਰਕਤ ਦੇਵੇ ਖੁਦਾਵੰ। And may God use him mightily for his glory. ਔਰ ਪ੍ਰਭੂ ਆਪਣੀ ਮਹਿਮਾ ਦੇ ਲਈ ਉਹਨਾਂ ਨੂੰ ਇਸਤੇਮਾਲ ਕਰੇ। Shall we give our Lord a big hand for this life? ਕੀ ਅਸੀਂ ਖੁਦਾਵੰ ਦੇ ਲਈ ਤਾਲੀ ਵਜਾ ਸਕਦੇ ਹਾਂ? That's better. ਇਹ ਬਹੁਤ ਅੱਛੀ ਗੱਲ ਹੈ। Amen. ਆਮੀਨ। God bless our brother. ਖੁਦਾਵੰ ਸਾਡੇ ਭਾਈ ਨੂੰ ਬਰਕਤ ਦੇਵੇ। Amen. ਆਮੀਨ। Wonderful pastors we have. ਬਹੁਤ ਹੀ ਅੱਛਾ ਪ੍ਰਚਾਰਕ ਭਾਈ। I'm saying pastors. ਹਾਂ, ਬਹੁਤ ਹੀ ਅੱਛਾ ਪਾਸਟਰ। Pastors, plural. ਬਹੁਤ ਹੀ ਅੱਛੇ ਪਾਸਟਰ ਭਾਈ ਹਨ। We have brother Robin, ਸਾਡੇ ਕੋਲ ਭਾਈ ਰੋਬਿਨ ਹਨ, brother Bhor Singh, ਭਾਈ ਬੋੜ ਸਿੰਘ, Pastor Rinku, ਪਾਸਟਰ ਰਿੰਕੂ, Pastor Surinder, ਪਾਸਟਰ ਸੁਰਿੰਦਰ, brother Malkeet, Pastor Malkeet, ਪਾਸਟਰ ਮਲਕੀਤ, Pastor Robin, ਪਾਸਟਰ ਰੋਬਿਨ, Pastor Bhupinder, ਪਾਸਟਰ ਭੁਪਿੰਦਰ, and there are others who are here. ਔਰ ਬਾਕੀ ਹੋਰ ਵੀ ਕਈ ਭਾਈ ਆਏ ਹਨ। So God bless you all. ਖੁਦਾਵੰ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ। And I feel it's not just them, we have their churches here. ਔਰ ਅਸੀਂ ਸਿਰਫ ਪਾਸਟਰਾਂ ਦੇ ਨਾਲ ਹੀ ਨਹੀਂ, ਉਹ ਆਪਣੀ ਕਲੀਸਿਆਵਾਂ ਦੇ ਨਾਲ ਵੀ ਆਏ ਹਨ। So God bless you all here. Amen. ਖੁਦਾਵੰ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ। We are one in Christ. ਅਸੀਂ ਸਭ ਮਸੀਹ ਵਿੱਚ ਇੱਕ ਹਾਂ। So God bless you all. ਖੁਦਾ ਤੁਹਾਨੂੰ ਸਭ ਨੂੰ ਬਰਕਤ ਦੇਵੇ। Amen. ਆਮੀਨ। I believe you all are happy. ਮੈਂ ਵਿਸ਼ਵਾਸ ਕਰਦਾ ਕਿ ਤੁਸੀਂ ਸਭ ਖੁਸ਼ ਹੋ। You are? Amen. ਆਮੀਨ। Let's open our Bibles to the book of Revelations. ਆਓ ਅਸੀਂ ਪ੍ਰਕਾਸ਼ਿਤ ਵਾਕਿਆ ਦੀ ਕਿਤਾਬ ਨੂੰ ਖੋਲਦੇ ਹਾਂ। And let us see something. ਆਓ ਅਸੀਂ ਅੱਜ ਕੁਝ ਦੇਖੀਏ। And we are turning to Revelations chapter 7. ਆਓ ਅਸੀਂ ਪ੍ਰਕਾਸ਼ਿਤ ਵਾਕਿਆ 7ਵੇਂ ਅਧਿਆਇ ਵਿੱਚ ਚੱਲਦੇ ਹਾਂ। And this is the sealing of 1,44,000. ਔਰ ਇਹ 1,44,000 ਨੂੰ ਮੋਹਰ ਲਗਾਉਣਾ ਹੈ। So we'll read it from verse 4 to verse 8.
ਔਰ ਅਸੀਂ ਇਹਦੇ ਚੌਥੀ ਆਇਤ ਤੋਂ ਲੈ ਕੇ 8ਵੀਂ ਤੱਕ ਪੜ੍ਹ ਦਵਾਂਗੇ। And I request my brother to read it in the Punjabi language. ਅਤੇ ਜਿਨ੍ਹਾਂ ਉੱਤੇ ਮੋਹਰ ਲੱਗੀ ਮੈਂ ਉਹਨਾਂ ਦੀ ਗਿਣਤੀ ਸੁਣੀ ਤਾਂ ਇਜ਼ਰਾਈਲ ਦੇ ਵੰਸ਼ ਦੇ ਸਭਨਾ ਗੋਤਰਾਂ ਵਿੱਚੋਂ 1,44,000 ਉੱਤੇ ਮੋਹਰ ਲੱਗੀ। ਯਹੂਦਾ ਦੇ ਗੋਤਰ ਵਿੱਚੋਂ 12,000 ਉੱਤੇ ਮੋਹਰ ਲੱਗੀ। ਰੂਬੇਨ ਦੇ ਗੋਤਰ ਵਿੱਚੋਂ 12,000, ਗਾਦ ਦੇ ਗੋਤਰ ਵਿੱਚੋਂ 12,000, ਆਸ਼ੇਰ ਦੇ ਗੋਤਰ ਵਿੱਚੋਂ 12,000, ਨਫਤਾਲੀ ਦੇ ਗੋਤਰ ਵਿੱਚੋਂ 12,000, ਮਨਸ਼ਾ ਦੇ ਗੋਤਰ ਵਿੱਚੋਂ 12,000, ਸ਼ਿਮੇਓਨ ਦੇ ਗੋਤਰ ਵਿੱਚੋਂ 12,000, ਲੇਵੀ ਦੇ ਗੋਤਰ ਵਿੱਚੋਂ 12,000, ਜਿਸ਼ਕਾਰ ਦੇ ਗੋਤਰ ਵਿੱਚੋਂ 12,000, ਜਬੂਲੂਨ ਦੇ ਗੋਤਰ ਵਿੱਚੋਂ 12,000, ਯੂਸਫ ਦੇ ਗੋਤਰ ਵਿੱਚੋਂ 12,000, ਬਿੰਜਾਮੀਨ ਦੇ ਗੋਤਰ ਵਿੱਚੋਂ 12,000 ਉੱਤੇ ਮੋਹਰ ਲੱਗੀ। Let's pray. ਆਓ ਪ੍ਰਾਰਥਨਾ ਕਰਦੇ ਹਾਂ। We come to you, Lord Jesus, today evening. ਅੱਜ ਸ਼ਾਮ ਪ੍ਰਭੂ ਯਿਸੂ ਮਸੀਹ ਅਸੀਂ ਤੇਰੇ ਕੋਲ ਆਉਂਦੇ ਹਾਂ। May you bless the readings of the word. ਪ੍ਰਭੂ ਅੱਜ ਦੇ ਵਚਨ ਦੇ ਪੜੇ ਜਾਣ ਉੱਤੇ ਆਪਣੀ ਬਰਕਤ ਉਡੇਲ। Under your blood we come ਤੇਰੇ ਲਹੂ ਥੱਲੇ ਅਸੀਂ ਆਉਂਦੇ ਹਾਂ and desire a fellowship from you tonight. ਔਰ ਅਸੀਂ ਚਾਹੁੰਦੇ ਹਾਂ ਕਿ ਅੱਜ ਸਾਡੀ ਤੇਰੇ ਨਾਲ ਸੰਗਤੀ ਹੋਵੇ। So bless us, Lord. ਪ੍ਰਭੂ ਸਾਨੂੰ ਸਭ ਨੂੰ ਬਰਕਤ ਦੇ। In the name of Jesus Christ, we ask this prayer. ਯਿਸੂ ਮਸੀਹ ਦੇ ਨਾਮ ਵਿੱਚ ਇਹ ਪ੍ਰਾਰਥਨਾ ਬੇਨਤੀ ਮੰਗਦੇ ਹਾਂ। Amen. ਆਮੀਨ। You all can be seated. ਤੁਸੀਂ ਸਭ ਬੈਠ ਸਕਦੇ ਹੋ। Amen. ਆਮੀਨ। Now I'd like to straight on move in the word with you, ਮੈਂ ਸਿੱਧਾ ਹੀ ਵਚਨ ਵਿੱਚ ਤੁਹਾਡੇ ਨਾਲ ਜਾਣਾ ਚਾਹੁੰਦਾ ਹਾਂ। and I like to dwell on this mysterious tribe of Joseph. ਔਰ ਅੱਜ ਮੈਂ ਇੱਕ ਭੇਤ ਭਰੇ ਗੋਤਰ ਯੂਸਫ ਦੇ ਉੱਤੇ ਤੁਹਾਡੇ ਨਾਲ ਠਹਿਰਨਾ ਚਾਹੁੰਦਾ ਹਾਂ। And may God give us grace to understand this mystery, ਔਰ ਖੁਦਾਵੰਦ ਸਾਨੂੰ ਕਿਰਪਾ ਦੇ ਕਿ ਅਸੀਂ ਇਸ ਭੇਤ ਨੂੰ ਸਮਝ ਸਕੀਏ and may we see it in the word, ਔਰ ਅਸੀਂ ਇਸ ਨੂੰ ਵਚਨ ਵਿੱਚ ਵੇਖੀਏ and may God open it to us. ਔਰ ਖੁਦਾਵੰਦ ਸਾਡੇ ਉੱਤੇ ਇਸ ਨੂੰ ਖੋਲੇ। Now I'd like to give you a background for those who have been reading the messages. ਔਰ ਮੈਂ ਉਹਨਾਂ ਦੇ ਅੱਗੇ ਇੱਕ ਪਿੱਠ ਭੂਮੀ ਰੱਖਣਾ ਚਾਹੁੰਦਾ ਹਾਂ ਜੋ ਇਸ ਮੈਸੇਜ ਨੂੰ ਪੜ੍ਹ ਰਹੇ ਹਨ। We have read that 1,44,000 are sealed in Revelation 7. ਔਰ ਅਸੀਂ ਪ੍ਰਕਾਸ਼ਿਤ ਵਾਕਿਆ 7 ਵਿੱਚ ਪੜ੍ਹਿਆ ਹੈ ਕਿ 1,44,000 ਉੱਤੇ ਮੋਹਰ ਲੱਗੀ। Now if you see the placing of chapter 7, ਔਰ ਜੇਕਰ ਤੁਸੀਂ 7ਵੇਂ ਅਧਿਆਇ ਦੀ ਜਗ੍ਹਾ ਨੂੰ ਵੇਖੋ it's between chapter 6 and chapter 8. ਔਰ ਇਹ 7ਵਾਂ ਅਧਿਆਇ 6ਵੇਂ ਅਤੇ 8ਵੇਂ ਅਧਿਆਇ ਦੇ ਵਿਚਕਾਰ ਹੈ। And chapter 6 is 6 seals. ਔਰ ਇਹ ਜੋ 6ਵਾਂ ਅਧਿਆਇ ਹੈ ਇਹ 6 ਮੋਹਰਾਂ ਹਨ। And chapter 8 is the 7th seal. ਔਰ ਅਸੀਂ ਦੇਖਦੇ ਹਾਂ 8ਵਾਂ ਅਧਿਆਇ 7ਵੀਂ ਮੋਹਰ ਹੈ। So 7th chapter, ਔਰ 7ਵਾਂ ਅਧਿਆਇ if you read your Bible, ਜੇਕਰ ਤੁਸੀਂ ਬਾਈਬਲ ਨੂੰ ਪੜ੍ਹਦੇ ਹੋ it's an interval. ਇਹ ਤਾਂ ਇੱਕ ਇੰਟਰਵਲ ਹੈ, ਇੱਕ Interval. ਹਾਂ Antaral. ਇੱਕ ਅੰਤਰਾਲ ਹੈ Between the 6th and the 7th seal. ਇਹ 6ਵੀਂ ਅਤੇ 7ਵੀਂ ਮੋਹਰ ਦੇ ਵਿਚਕਾਰ ਹੈ। Brother Branham taught us that. ਭਾਈ ਬ੍ਰਾਨਮ ਨੇ ਸਾਨੂੰ ਇਹ ਸਿਖਾਇਆ ਹੈ। And if you read it carefully, ਔਰ ਜੇਕਰ ਤੁਸੀਂ ਇਹਨੂੰ ਧਿਆਨ ਦੇ ਨਾਲ ਪੜੋ because you see when the word was still opening, ਔਰ ਤੁਸੀਂ ਦੇਖਦੇ ਹੋ ਕਿ ਵਚਨ ਲਗਾਤਾਰ ਖੁੱਲਦਾ ਜਾ ਰਿਹਾ ਹੈ people thought the seals were preached in March. ਔਰ ਲੋਕ ਸੋਚਦੇ ਹਨ ਕਿ ਮੋਹਰਾਂ ਜੋ ਹਨ ਮਾਰਚ ਮਹੀਨੇ ਚ ਪ੍ਰਚਾਰ ਹੋ ਚੁੱਕੀਆਂ But actually the seals were still unfolding. ਔਰ ਤੁਸੀਂ ਦੇਖੋ ਅਸਲ ਵਿੱਚ ਤਾਂ ਮੋਹਰਾਂ ਲਗਾਤਾਰ ਖੁੱਲਦੀਆਂ ਜਾ ਰਹੀਆਂ ਹਨ Until 1963 to 65. ਔਰ ਤੁਸੀਂ ਦੇਖੋ ਕਿ 1963 ਤੋਂ 1965 ਤੱਕ ਮੋਹਰਾਂ ਹੀ ਖੁੱਲ ਰਹੀਆਂ ਸਨ। You find that the seals were becoming more clearer. ਔਰ ਤੁਸੀਂ ਦੇਖੋ ਕਿ ਮੋਹਰਾਂ ਦਿਨ ਪ੍ਰਤੀ ਦਿਨ ਹੋਰ ਸਾਫ਼ ਹੁੰਦੀਆਂ ਜਾ ਰਹੀਆਂ ਸਨ। Like the mystery of marriage and divorce. ਔਰ ਤੁਸੀਂ ਦੇਖੋ ਸ਼ਾਦੀ ਤਲਾਕ ਦਾ ਭੇਤ That was under the seals. ਇਹ ਮੋਹਰਾਂ ਦੇ ਥੱਲੇ ਸੀ But it was not preached till 1965. ਪਰ ਇਹ 1965 ਤੱਕ ਪ੍ਰਚਾਰ ਨਹੀਂ ਹੋਇਆ। Who is this Melchizedek? ਇਹ ਮਲਕਿਸਦਕ ਕੌਣ ਹੈ? Brother Branham said this became clear when the seals were opened. ਔਰ ਇਹ ਉਦੋਂ ਪਤਾ ਭਾਈ ਬ੍ਰਾਨਮ ਨੇ ਕਿਹਾ ਉਦੋਂ ਪਤਾ ਲੱਗਾ ਜਦੋਂ ਮੋਹਰਾਂ ਖੁੱਲ ਗਈਆਂ। So you find ਫਿਰ ਤੁਸੀਂ ਦੇਖਦੇ ਹੋ that the message was progressing. ਔਰ ਜਦੋਂ ਵਚਨ ਵੱਧਦਾ ਜਾ ਰਿਹਾ ਹੈ And so you find that in 1963, ਔਰ ਤੁਸੀਂ ਦੇਖਦੇ ਹੋ 1963 ਦੇ ਵਿੱਚ on 24 March, ਔਰ 24 ਮਾਰਚ ਨੂੰ he preached the 7th seal. ਉਹਨੇ 7ਵੀਂ ਮੋਹਰ ਦਾ ਪ੍ਰਚਾਰ ਕੀਤਾ। And in the 7th seal, he's bringing chapter 7. ਔਰ ਜਦੋਂ ਉਹਨੇ 7ਵੀਂ ਮੋਹਰ ਦਾ ਪ੍ਰਚਾਰ ਕੀਤਾ ਉਹ 7ਵੇਂ ਅਧਿਆਇ ਦੇ ਵਿੱਚ ਆਇਆ And then he said it's an interval ਔਰ ਉਹਨੇ ਕਿਹਾ ਇਹ ਅੰਤਰਾਲ ਹੈ between the 6th and the 7th seal. ਉਹਨੇ ਕਿਹਾ 6ਵੀਂ ਅਤੇ 7ਵੀਂ ਮੋਹਰ ਦੇ ਵਿਚਕਾਰ। Now listen carefully. ਹੁਣ ਧਿਆਨ ਦੇ ਨਾਲ ਸੁਣੋ। Later on, ਥੋੜੇ ਸਮੇਂ ਬਾਅਦ in the month of July 1964, ਔਰ 1964
1964 ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ he preached Feast of the Trumpets. ਉਹਨੇ ਤੁਰੀਆਂ ਦਾ ਪਰਬ ਪ੍ਰਚਾਰਿਆ And in that message, he made it clear ਔਰ ਉਸ ਸੰਦੇਸ਼ ਦੇ ਵਿੱਚ ਉਹਨੇ ਹੋਰ ਕਲੀਅਰ ਕੀਤਾ that all the trumpets sounded under the sixth seal. ਔਰ ਉਹਨੇ ਕਿਹਾ ਸਾਰੀਆਂ ਤੁਰੀਆਂ ਐਕਸਕਿਊਜ਼ ਮੀ All the trumpets. ਸਾਰੀਆਂ ਤੁਰੀਆਂ ਜੋ ਹਨ ਛੇਵੀਂ ਮੋਹਰ ਦੇ ਅੰਤਰਗਤ ਪੂਰੀਆਂ ਹੋ ਜਾਂਦੀਆਂ ਹਨ All the trumpets sounded under the sixth seal. ਉਹਨੇ ਕਿਹਾ ਕਿ ਸਾਰੀਆਂ ਤੁਰੀਆਂ ਜੋ ਹਨ ਉਹ ਛੇਵੀਂ ਮੋਹਰ ਦੇ ਅੰਤਰਗਤ ਪੂਰੀਆਂ ਹੋ ਜਾਂਦੀਆਂ ਹਨ When he was seeking inspiration for the trumpets, ਔਰ ਜਦੋਂ ਉਹ ਤੁਰੀਆਂ ਦੇ ਪ੍ਰਤੀ ਪ੍ਰੇਰਿਤ ਹੋ ਰਿਹਾ ਸੀ and God didn't give the inspiration, ਔਰ ਖੁਦਾ ਨੇ ਉਹਨੂੰ ਪ੍ਰੇਰਣਾ ਦਿੱਤੀ then the Holy Spirit told him, ਔਰ ਪਵਿੱਤਰ ਆਤਮਾ ਨੇ ਉਹਨੂੰ ਦੱਸਿਆ you have already preached trumpets supernaturally. ਉਹਨੇ ਕਿਹਾ ਕਿ ਤੂੰ ਆਲਰੇਡੀ ਪਹਿਲਾਂ ਹੀ ਤੁਰੀਆਂ ਦਾ ਪ੍ਰਚਾਰ ਅਲੌਕਿਕ ਤਰੀਕੇ ਨਾਲ ਕਰ ਚੁੱਕਾ ਹੈ When you are preaching the sixth seal. ਜਦੋਂ ਤੂੰ ਛੇਵੀਂ ਮੋਹਰ ਦਾ ਪ੍ਰਚਾਰ ਕਰ ਰਿਹਾ ਸੀ So we have a supernatural preaching. ਸਾਡੇ ਕੋਲ ਇੱਕ ਅਲੌਕਿਕ ਪ੍ਰਚਾਰ ਹੋਇਆ ਹੈ Amen. A supernatural preaching. ਸਾਡੇ ਕੋਲ ਇੱਕ ਅਲੌਕਿਕ ਪ੍ਰਚਾਰ ਆਇਆ ਹੈ Where you don't preach it, ਜਦੋਂ ਕਿ ਤੁਸੀਂ ਪ੍ਰਚਾਰ ਵੀ ਨਹੀਂ ਕਰਦੇ yet you preach it. ਪਰ ਫਿਰ ਵੀ ਤੁਸੀਂ ਪ੍ਰਚਾਰ ਕਰ ਚੁੱਕੇ You are preaching the sixth seal. ਤੁਸੀਂ ਛੇਵੀਂ ਮੋਹਰ ਦਾ ਪ੍ਰਚਾਰ ਕਰ ਰਹੇ ਹੋ Actually, you are preaching the trumpets. ਜਦੋਂ ਤੁਸੀਂ ਛੇਵੀਂ ਮੋਹਰ ਦਾ ਪ੍ਰਚਾਰ ਕਰ ਰਹੇ ਹੋ ਤੁਸੀਂ ਤੁਰੀ ਦਾ ਪ੍ਰਚਾਰ ਕਰਦੇ ਹੋ When you are preaching the seventh seal, ਜਦੋਂ ਤੁਸੀਂ ਸੱਤਵੀਂ ਮੋਹਰ ਦਾ ਪ੍ਰਚਾਰ ਕਰਦੇ ਹੋ you are actually preaching the last trumpet. ਤੁਸੀਂ ਆਖਰੀ ਤੁਰੀ ਦਾ ਪ੍ਰਚਾਰ ਕਰ ਰਹੇ ਹੋ You are preaching the rapture. ਤੁਸੀਂ ਰੈਪਚਰ ਦਾ ਪ੍ਰਚਾਰ ਕਰ ਰਹੇ You ਹੁੰਦੇ are ਹੋ preaching the body change. ਤੁਸੀਂ ਦੇਹ ਬਦਲਾਵ ਦਾ ਪ੍ਰਚਾਰ ਕਰ ਰਹੇ ਹੁੰਦੇ You ਹੋ are preaching the transformation. ਤੁਸੀਂ ਬਦਲਾਵ ਦਾ ਪ੍ਰਚਾਰ ਕਰ ਰਹੇ ਹੁੰਦੇ You ਹੋ are preaching the future home. ਤੁਸੀਂ ਇੱਕ ਭਵਿੱਖ ਕਾਲ ਦਾ ਪ੍ਰਚਾਰ ਕਰ ਰਹੇ ਹੁੰਦੇ ਹੋ You are preaching the invisible union. ਤੁਸੀਂ ਇੱਕ ਅਦ੍ਰਿਸ਼ ਮਿਲਾਪ ਦਾ ਪ੍ਰਚਾਰ ਕਰ ਰਹੇ ਹੁੰਦੇ You ਹੋ are preaching the channel of inspiration. ਤੁਸੀਂ ਇੱਕ प्रेरणा के स्रोत का प्रचार कर रहे ਹੁੰਦੇ You ਹੋ are preaching works is faith expressed. और ਤੁਸੀਂ विश्वास ਦੇ ਪ੍ਰਗਟੀਕਰਨ ਦਾ ਪ੍ਰਚਾਰ ਕਰ ਰਹੇ All ਹੁੰਦੇ that was laying under the seventh seal. ਹੋ और ये सब ਚੀਜ਼ਾਂ ਸਤਵੀਂ ਮੋਹਰ ਦੇ ਥੱਲੇ ਹਨ All that was laying under that. और ये सब ਉਥੇ ਸੀ And so you find, और ਤੁਸੀਂ ਦੇਖਦੇ ਹੋ while he's preaching the sixth seal, और ਜਦੋਂ ਉਹ ਸਤਵੀਂ ਮੋਹਰ ਛੇਵੀਂ ਮੋਹਰ ਦਾ ਪ੍ਰਚਾਰ ਕਰ ਰਿਹਾ ਸੀ he had already preached the trumpets. ਉਹਨੇ ਤੁਰੀਆਂ ਦਾ ਪ੍ਰਚਾਰ ਕਰ ਦਿੱਤਾ So he just preached the message, Feast of the Trumpets. और ਉਹਨੇ ਤੁਰੀਆਂ ਦੇ ਪਰਬ ਦਾ ਪ੍ਰਚਾਰ ਕੀਤਾ And now you know the message. और ਤੁਸੀਂ ਸੰਦੇਸ਼ ਨੂੰ ਜਾਣਦੇ ਹੋ He said, ਉਸਨੇ ਕਿਹਾ if you remember in March of 63, ਜੇਕਰ ਤੁਸੀਂ 1963 ਦੇ ਮਾਰਚ ਮਹੀਨੇ ਨੂੰ ਯਾਦ ਕਰਦੇ ਹੋ in the seventh seal message, ਸਤਵੀਂ ਮੋਹਰ ਦੇ ਸੰਦੇਸ਼ ਵਿੱਚ I was talking about this interval ਔਰ ਮੈਂ ਅੰਤਰਾਲ ਦੇ ਉੱਤੇ ਗੱਲ ਕਰ ਰਿਹਾ ਸੀ between the sixth and the seventh seal. ਛੇਵੀਂ ਅਤੇ ਸਤਵੀਂ ਮੋਹਰ ਦੇ ਵਿਚਕਾਰਲਾ ਹਿੱਸਾ In message Feast of the Trumpets, ਔਰ ਜਦੋਂ ਤੁਰੀਆਂ ਦੇ ਪਰਬ ਦੇ ਸੰਦੇਸ਼ ਦੇ ਵਿੱਚ he said this interval is actually the interval between the sixth and the seventh trumpet. ਔਰ ਉਹਨੇ ਕਿਹਾ ਇਹ ਜੋ ਅੰਤਰਾਲ ਹੈ ਇਹ ਛੇਵੀਂ ਅਤੇ ਸਤਵੀਂ ਤੁਰੀ ਦੇ ਵਿਚਕਾਰ ਦਾ ਹੈ And if you read the Bible, ਜੇਕਰ ਤੁਸੀਂ ਬਾਈਬਲ ਨੂੰ ਪੜੋ between sixth trumpet and the seventh trumpet ਛੇਵੀਂ ਅਤੇ ਸਤਵੀਂ ਤੁਰੀ ਦੇ ਵਿਚਕਾਰ is Revelation 10, ਪ੍ਰਕਾਸ਼ਿਤ ਵਾਕਿਆ 10 ਹੈ is chapter 11, और प्रकाशित वाक्य 11 है 1 to 15, 14, sorry, 1 to 14. 1 तो 14 तक All that lies between the sixth and the seventh trumpet. और ये सब छेवीं ਅਤੇ ਸਤਵੀਂ ਮੋਹਰ ਦੇ ਤੁਰੀ ਦੇ ਵਿਚਕਾਰ ਹੈ And you find chapter 7 also has that placing. और ਤੁਸੀਂ ਦੇਖੋ 7ਵਾਂ ਅਧਿਆਇ ਵੀ ਉੱਥੇ ਹੀ ਹੈ When the chapter 7 starts, और ਜਦੋਂ 7ਵਾਂ ਅਧਿਆਇ ਸ਼ੁਰੂ ਹੁੰਦਾ ਹੈ it says after these things. ਉਸਨੇ ਕਿਹਾ ਇਸ ਤੋਂ ਬਾਅਦ What when the sixth seal was on? और ਜਦ ਕਿ ਛੇਵੀਂ ਮੋਹਰ ਬਾਅਦ ਵਿੱਚ ਸ਼ੁਰੂ ਹੁੰਦੀ ਹੈ Sixth seal is chapter 6, 12 to 17. और ਤੁਸੀਂ ਦੇਖੋ ਕਿ ਛੇਵੀਂ ਮੋਹਰ ਜੋ ਹੈ ਉਹ ਛੇਵੇਂ ਅਧਿਆਇ ਤੋਂ ਸ਼ੁਰੂ ਹੁੰਦੀ ਹੈ From verse 12 to verse 17. और ये 12वीं आयत तो लेकर And after 17th verse, और 17वीं आयत तो बाद just starts chapter 7. और जो 7वां अध्याय शुरू होता है It says after these things. उसने कहा ਇਹ ਗੱਲਾਂ ਤੋਂ ਬਾਅਦ In other words, when the sixth seal is open. और दूसरे शब्दां ਵਿੱਚ ਜਦੋਂ ਛੇਵੀਂ ਮੋਹਰ ਖੁੱਲਦੀ ਹੈ And what did John see? और यूहन्ना ਕੀ ਵੇਖਦਾ ਹੈ 4 angels standing on the four corners of the earth. ਉਹਨੇ ਵੇਖਿਆ यूहन्ना ਨੇ ਕੀ ਵੇਖਿਆ ਕਿ 4 ਦੂਤ ਧਰਤੀ ਦੇ ਚਾਰੇ ਕੋਨਿਆਂ ਤੇ ਖੜੇ ਹਨ Holding the four winds. और ਉਹਨਾਂ ਨੇ ਚਾਰੇ ਹਵਾਵਾਂ ਨੂੰ ਫੜਿਆ ਹੋਇਆ ਹੈ Brother Branham said, ਭਾਈ ਇਬਰਾਹਿਮ ਨੇ ਕਿਹਾ what was those winds? ਉਹ ਹਵਾਵਾਂ ਕੀ ਸਨ World War I. ਉਹਨੇ ਕਿਹਾ ਇਹ ਪਹਿਲਾ ਵਿਸ਼ਵ ਯੁੱਧ ਸੀ Which was stopped mysteriously. ਜੋ ਕਿ ਭੇਤ ਰੂਪ
ਭੇਤ ਭਰੇ ਰੂਪ ਦੇ ਵਿੱਚ ਰੁਕ ਗਿਆ in the month of November. ਨਵੰਬਰ ਮਹੀਨੇ ਦੇ ਵਿੱਚ 11/11/11. ਉਹ 11/11/11 And the world war was stopped. ਔਰ ਉਹ ਯੁੱਧ ਸਮਾਪਤ ਹੋ ਗਿਆ ਰੁਕ ਗਿਆ Who stopped it? Nobody knows. ਔਰ ਕਿਸਨੇ ਰੋਕਿਆ ਕੋਈ ਨਹੀਂ ਜਾਣਦਾ But when we read the Bible, ਪਰ ਜਦੋਂ ਤੁਸੀਂ ਬਾਈਬਲ ਪੜ੍ਹਦੇ ਹੋ an angel stopped that war. ਦੂਤ ਨੇ ਰੋਕਿਆ An angel stopped it. ਦੂਤ ਨੇ ਰੋਕਿਆ We who know the message, ਅਸੀਂ ਜਾਣਦੇ ਹਾਂ ਕਿਉਂਕਿ ਅਸੀਂ ਮੈਸੇਜ ਜਾਣਦੇ ਹਾਂ when we read the message, ਔਰ ਜਦੋਂ ਅਸੀਂ ਮੈਸੇਜ ਪੜ੍ਹਦੇ ਹਾਂ that first world war ਔਰ ਜੋ ਪਹਿਲਾ ਵਿਸ਼ਵ ਯੁੱਧ ਸੀ was the first, was the fifth trumpet ਉਹ ਪੰਜਵੀਂ ਤੁਰੀ ਸੀ in the sequence of trumpets. ਔਰ ਉਹ ਤੁਰੀਆਂ ਦੇ ਉਸ ਸੀਕੁਐਂਸ ਦੇ ਵਿੱਚ So you know trumpets was on. ਔਰ ਤੁਸੀਂ ਦੇਖ There's a ceiling of 1,44,000. ਔਰ ਉਸ ਸਮੇਂ ਦੇ ਵਿੱਚ 1,44,000 ਉੱਤੇ ਮੋਹਰ ਲੱਗਦੀ ਹੈ When ਕਦੋਂ they stopped the war in World War I, ਔਰ ਤੁਸੀਂ ਦੇਖੋ ਕਿ ਉਹਨਾਂ ਨੂੰ ਪਹਿਲੇ ਵਿਸ਼ਵ ਯੁੱਧ ਵਿੱਚ ਰੋਕ ਦਿੱਤਾ and then came a second world war, ਔਰ ਫਿਰ ਦੂਸਰਾ ਵਿਸ਼ਵ ਯੁੱਧ ਆਇਆ then Israel became a nation. ਔਰ ਫਿਰ ਇਜ਼ਰਾਈਲ ਇੱਕ ਰਾਸ਼ਟਰ ਬਣ ਗਿਆ Why? ਕਿਉਂ God is gathering his elect ਕਿਉਂਕਿ ਖੁਦਾ ਆਪਣੇ ਚੁਣਿਆ ਹੋਇਆਂ ਨੂੰ ਇਕੱਠਾ ਕਰ ਰਿਹਾ ਹੈ back to the homeland. ਉਹ ਉਹਨਾਂ ਨੂੰ ਵਾਪਸ ਉਹਨਾਂ ਦੀ ਘਰ ਦੇ ਵਿੱਚ ਬੁਲਾ ਰਿਹਾ ਹੈ Why is he calling them? ਕਿਉਂ ਉਹਨਾਂ ਨੂੰ ਬੁਲਾ ਰਿਹਾ ਹੈ Moses and Elijah will appear to them. ਕਿਉਂਕਿ ਮੂਸਾ ਤੇ ਏਲੀਆ ਉੱਥੇ ਪ੍ਰਗਟ ਹੋਣਗੇ Preach them this end time message. ਤਾਂ ਕਿ ਉਹਨਾਂ ਨੂੰ ਇਹ ਅੰਤ ਸਮੇਂ ਦਾ ਸੰਦੇਸ਼ ਪ੍ਰਚਾਰਿਆ ਜਾਵੇ And they will receive the Holy Ghost. ਔਰ ਉਹ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਨਗੇ They'll be sealed by the seal of the living God. ਔਰ ਉਹ ਖੁਦਾ ਜੂੰਦੇ ਖੁਦਾ ਦੀ ਮੋਹਰ ਨਾਲ ਮੋਹਰਬੰਦ ਕੀਤੇ ਜਾਣਗੇ And if you see that sealing, ਜੇਕਰ ਤੁਸੀਂ ਉਹਨਾਂ ਨੂੰ ਮੋਹਰਬੰਦ ਹੁੰਦਾ ਦੇਖੋ you find their sealing ਤੁਸੀਂ ਦੇਖੋ ਉਹਨਾਂ ਦਾ ਮੋਹਰਬੰਦ ਹੋਣਾ is in chapter 11, ਇਹ 11ਵੇਂ ਅਧਿਆਇ ਦੇ ਵਿੱਚ ਹੈ where the two witnesses come. ਜਦੋਂ ਦੋ ਗਵਾਹ ਆ ਰਹੇ ਹਨ Verse 1 to verse 14. ਔਰ ਇਹ ਪਹਿਲੇ ਅਧਿਆਇ ਤੋਂ 14ਵੀਂ ਆਇਤ ਤੱਕ But 15th verse is the seventh trumpet. ਔਰ ਤੁਸੀਂ ਦੇਖੋ 15ਵਾਂ ਅਧਿਆਇ ਪੰਜਵੀਂ ਤੁਰੀ ਹੈ 15th verse, I said. Chapter 11, verse 15. ਹਾਂਜੀ 11 ਦੀ 15 ਆਇਤ That is the seventh trumpet. ਇਹ 7ਵੀਂ ਤੁਰੀ ਹੈ Before that ਇਸ ਤੋਂ ਪਹਿਲਾਂ are the two witnesses ਦੋ ਗਵਾਹ ਹਨ and their message ਔਰ ਉਹਨਾਂ ਦਾ ਸੰਦੇਸ਼ and the sealing of 1,44,000. ਔਰ ਉਸ ਸਮੇਂ ਦੇ ਵਿੱਚ 1,44,000 ਉੱਤੇ ਮੋਹਰ ਲੱਗਦੀ ਹੈ And in chapter 10, ਔਰ 10ਵੇਂ ਅਧਿਆਇ ਦੇ ਵਿੱਚ it's the bride sealing. ਇਹ ਦੁਲਹਨ ਦਾ ਮੋਹਰ ਬੰਦ ਕੀਤਾ ਜਾਣਾ ਹੈ At the end of chapter 10, ਔਰ 10ਵੇਂ ਅਧਿਆਇ ਦੇ ਅੰਤ ਵਿੱਚ and before 11 starts, ਔਰ ਇਹ ਤੋਂ ਪਹਿਲਾਂ ਕਿ 11ਵਾਂ ਸ਼ੁਰੂ ਹੋਵੇ the bride disappears in silence. ਇਸ ਤੋਂ ਪਹਿਲਾਂ ਕਿ 11ਵਾਂ ਸ਼ੁਰੂ ਹੋਵੇ 10ਵੇਂ ਅਧਿਆਇ ਦੀ ਦੁਲਹਨ ਅਲੋਪ ਹੋ ਜਾਂਦੀ ਹੈ Because Brother Branham said, ਕਿਉਂਕਿ ਭਾਈ ਬ੍ਰਾਨਮ ਨੇ ਕਿਹਾ she disappears in the silence of the seventh seal. ਉਹ ਚੁੱਪੀ ਦੇ ਵਿੱਚ 7ਵੀਂ ਮੋਹਰ ਦੇ ਅੰਤਰਗਤ ਅਲੋਪ ਹੋ ਜਾਂਦੀ ਹੈ Is that right? ਕੀ ਇਹ ਠੀਕ ਹੈ And if you read the message, ਜੇਕਰ ਤੁਸੀਂ ਸੰਦੇਸ਼ ਪੜ੍ਹਦੇ ਹੋ he said chapter 10 is the seventh seal. ਉਹਨੇ ਕਿਹਾ 10ਵਾਂ ਅਧਿਆਇ 7ਵੀਂ ਮੋਹਰ ਹੈ So bride disappears at the end of chapter 10. ਔਰ ਤੁਸੀਂ ਦੇਖੋ ਕਿ ਦੁਲਹਨ ਜੋ ਹੈ 10ਵੇਂ ਅਧਿਆਇ ਦੇ ਵਿੱਚ ਅਲੋਪ ਹੋ ਜਾਂਦੀ ਹੈ When the chapter 10 finishes, ਜਦੋਂ 10ਵਾਂ ਅਧਿਆਇ ਸਮਾਪਤ ਹੁੰਦਾ ਹੈ the bride is gone. ਦੁਲਹਨ ਚਲੀ ਜਾਂਦੀ ਹੈ Joseph dismisses his wife. ਯੂਸਫ ਆਪਣੀ ਪਤਨੀ ਨੂੰ ਘਰ ਭੇਜ ਦਿੰਦਾ ਹੈ He's ready to reveal himself to his brothers. ਉਹ ਹੁਣ ਤਿਆਰ ਹੈ ਕਿ ਉਹ ਆਪਣਾ ਆਪ ਆਪਣੇ ਭਰਾਵਾਂ ਉੱਤੇ ਪ੍ਰਗਟ ਕਰੇ In chapter 11, 11ਵੇਂ ਅਧਿਆਇ ਦੇ ਵਿੱਚ Joseph is revealing to his brothers. ਯੂਸਫ ਹੁਣ ਆਪਣਾ ਆਪ ਆਪਣੇ ਭਰਾਵਾਂ ਉੱਤੇ ਪ੍ਰਗਟ ਕਰਨ ਜਾ ਰਿਹਾ ਹੈ But in Revelations 10, ਔਰ ਪ੍ਰਕਾਸ਼ਿਤ ਵਾਕਿਆ 10 he dismisses his wife ਉਹ ਆਪਣੀ ਪਤਨੀ ਨੂੰ ਭੇਜ ਦਿੰਦਾ ਹੈ in the temple, ਉਹ ਭਵਨ ਦੇ ਵਿੱਚ ਭੇਜ in ਦਿੰਦਾ the ਹੈ palace, ਉਹ ਮਹਿਲ ਦੇ ਵਿੱਚ ਭੇਜ ਦਿੰਦਾ under ਹੈ the seventh seal. 7ਵੀਂ ਮੋਹਰ ਦੇ ਅੰਤਰਗਤ Hallelujah. ਹਾਲੇਲੂਇਆ Now, what we find is ਹੁਣ ਅਸੀਂ ਕੀ ਦੇਖਦੇ ਹਾਂ chapter 10, 10ਵਾਂ ਅਧਿਆਇ chapter 11, 11ਵਾਂ ਅਧਿਆਇ both are between the sixth and the seventh trumpet. ਔਰ ਅਸੀਂ ਦੇਖਦੇ ਹਾਂ ਕਿ ਦੋਨੇ ਅਧਿਆਏ 6ਵੀਂ ਅਤੇ 7ਵੀਂ ਧੁਰੀ ਦੇ ਵਿਚਕਾਰ ਹਨ One is on, and there's a rapture in between. ਔਰ ਇਹਨਾਂ ਅਧਿਆਇਆਂ ਦੇ ਵਿੱਚ ਹੀ ਰੈਪਚਰ ਹੈ Between the sixth and the seventh trumpet, there is a rapture. 6ਵੀਂ ਅਤੇ 7ਵੀਂ ਮੋਹਰ ਦੇ ਧੁਰੀ ਦੇ ਅੰਤਰਗਤ ਰੈਪਚਰ ਹੈ Not just one, two. ਐਕਸਕਿਊਜ਼ ਮੀ Not just one rapture, two raptures. ਇੱਕ ਰੈਪਚਰ ਨਹੀਂ ਦੋ ਰੈਪਚਰ ਹਨ One is rapture number 5.
और एक ਤਾਂ ਪੰਜਵਾਂ ਰੈਪਚਰ ਹੈ and one is rapture number 6. और एक है रैप्चर नंबर 6 And after rapture number 6 और 6वें रैप्चर तो बाद comes the earthquake, फिर एक पुछाल आਉਂਦਾ है comes Armageddon, और फिर अरमगदोन आਉਂਦਾ है comes the 7th trumpet. और फिर 7ਵੀਂ ਤੁਰੀ ਆਉਂਦੀ ਹੈ If you can follow the sequence, ਜੇਕਰ ਤੁਸੀਂ ਇਸ ਸੀਕੁਐਂਸ ਨੂੰ ਫੋਲੋ ਕਰੋ and if you see the message, ਜੇਕਰ ਤੁਸੀਂ ਸੰਦੇਸ਼ ਨੂੰ ਵੇਖੋ there is a rapture, ਇੱਥੇ ਇੱਕ ਰੈਪਚਰ ਹੈ there is a second coming, और ਇੱਥੇ ਇੱਕ ਦੂਸਰੀ ਆਮਦ ਹੈ which separates Jews and Gentiles. ਜੋ ਕਿ ਯਹੂਦੀਆਂ ਤੇ ਪਰਾਈਆਂ ਕੌਮਾਂ ਦੀ ਦੁਲਹਨ ਨੂੰ ਵੱਖਰਾ ਕਰਦੀ ਹੈ He's dealing with his bride today, ਉਹ ਅੱਜ ਆਪਣੀ ਦੁਲਹਨ ਨਾਲ ਗੱਲ ਕਰ ਰਿਹਾ ਹੈ but after the rapture, ਪਰ ਰੈਪਚਰ ਤੋਂ ਬਾਅਦ he'll be dealing with the Jews, Israel. ਫਿਰ ਉਹ ਯਹੂਦੀਆਂ ਨਾਲ ਗੱਲ ਕਰਨੀ ਸ਼ੁਰੂ ਕਰਦਾ ਹੈ And if you read the message carefully, ਜੇਕਰ ਤੁਸੀਂ ਧਿਆਨ ਨਾਲ ਸੰਦੇਸ਼ ਪੜੋ it's very, very clear. ਇਹ ਬਹੁਤ ਸਾਫ਼ ਹੈ And you read the 7th seal. ਔਰ ਤੁਸੀਂ 7ਵੀਂ ਮੋਹਰ ਨੂੰ ਪੜੋ He said very clearly, ਉਹ ਬੜੇ ਸਾਫ਼ ਤਰੀਕੇ ਨਾਲ ਕਹਿੰਦਾ ਹੈ just like there is 144,000 elect in Israel, ਨੇ ਕਿਹਾ ਸਾਫ਼ ਜਿਵੇਂ ਹੀ 1,44,000 ਚੁਣੇ ਜਾਂਦੇ ਹਨ just as there are 144,000 chosen Israelites in Israel, ਜਿਵੇਂ ਹੀ 1,44,000 ਇਜ਼ਰਾਈਲੀਆਂ ਦੇ ਵਿੱਚੋਂ ਗੋਤਰਾਂ ਵਿੱਚੋਂ ਚੁਣੇ ਜਾਂਦੇ ਹਨ in the same way, ਉਸੇ ਤਰੀਕੇ ਨਾਲ there is an elect bride today. ਇੱਕ ਚੁਣੀ ਹੋਈ ਦੁਲਹਨ ਅੱਜ ਹੈ What he's trying to say, ਉਹ ਕੀ ਕਹਿਣ ਦਾ ਯਤਨ ਕਰ ਰਿਹਾ ਹੈ you are not 144,000, ਤੁਸੀਂ 1,44,000 ਨਹੀਂ ਹੋ but 144,000 is a type of you. ਪਰ 1,44,000 ਤੁਹਾਡੀ ਤਸਵੀਰ ਹੈ What happens to them ਉਹਨਾਂ ਦੇ ਨਾਲ ਕੀ ਹੋਇਆ happens to you. ਜੋ ਉਹਨਾਂ ਦੇ ਨਾਲ ਹੋਇਆ ਉਹ ਤੁਹਾਡੇ ਨਾਲ ਹੋ ਰਿਹਾ ਹੈ This is the message. ਇਹ ਸੰਦੇਸ਼ ਹੈ They are elect. ਉਹ ਚੁਣੇ ਹੋਏ ਹਨ You are elect. ਤੁਸੀਂ ਵੀ ਚੁਣੇ ਹੋਏ ਹੋ Hallelujah. ਹਾਲੇਲੂਇਆ They receive the Holy Ghost. ਉਹਨਾਂ ਨੂੰ ਪਵਿੱਤਰ ਆਤਮਾ ਮਿਲਦਾ ਹੈ You receive the Holy Ghost. ਤੇ ਤੁਹਾਨੂੰ ਵੀ ਪਵਿੱਤਰ ਆਤਮਾ ਮਿਲਦਾ ਹੈ They receive the Moses and Elijah in 2 men. ਔਰ ਤੁਸੀਂ ਦੇਖੋ ਉਹਨਾਂ ਨੂੰ ਮੂਸਾ ਤੇ ਏਲੀਆ 2 ਮਨੁੱਖ ਮਿਲਦੇ ਹਨ You receive Moses and Elijah in 1 man. ਪਰ ਤੁਹਾਨੂੰ ਮੂਸਾ ਤੇ ਏਲੀਆ ਇੱਕ ਹੀ ਮਨੁੱਖ ਵਿੱਚ ਮਿਲਦੇ ਹਨ Brother Branham was Moses. ਭਾਈ ਬ੍ਰਾਨਮ ਮੂਸਾ ਹੈ Brother Branham was Elijah. ਭਾਈ ਬ੍ਰਾਨਮ ਹੀ ਏਲੀਆ ਹੈ You receive Moses and Elijah ਤੁਸੀਂ ਮੂਸਾ ਤੇ ਏਲੀਆ ਦੋਨੇ ਪ੍ਰਾਪਤ under ਕਰਦੇ the ਹੋ 7th seal. 7ਵੀਂ ਮੋਹਰ ਦੇ ਅੰਤਰਗਤ In this interval ਔਰ ਇਸ ਅੰਤਰਾਲ ਦੇ ਵਿੱਚ between 6th and the 7th trumpet, 7ਵੀਂ ਅਤੇ 6ਵੀਂ ਤੇ 7ਵੀਂ ਤੁਰੀ ਦੇ ਵਿਚਕਾਰ God has a purpose. ਖੁਦਾ ਦਾ ਇੱਕ ਮਕਸਦ ਹੈ When Moses and Elijah preached to them, ਜਦੋਂ ਮੂਸਾ ਤੇ ਏਲੀਆ ਉਹਨਾਂ ਨੂੰ ਪ੍ਰਚਾਰ ਕਰਦੇ ਹਨ ਆਵਾਜ਼ ਖੋਲ ਦਿਓ ਥੋੜੀ listen carefully. ਧਿਆਨ ਦੇ ਨਾਲ ਸੁਣੋ When Moses and Elijah on earth would be preaching to the Jews, ਜਦੋਂ ਮੂਸਾ ਤੇ ਏਲੀਆ ਧਰਤੀ ਉੱਤੇ ਆ ਕੇ ਯਹੂਦੀਆਂ ਨੂੰ ਪ੍ਰਚਾਰ ਕਰ ਰਹੇ ਹੋਣਗੇ Jesus, ਯੀਸ਼ੂ Joseph, ਯੂਸਫ who will be with his bride in the palace ਜੋ ਕਿ ਮਹਿਲ ਦੇ ਵਿੱਚ ਆਪਣੀ ਪਤਨੀ ਦੇ ਨਾਲ ਹੋਣਾ ਚਾਹੀਦਾ ਸੀ in that 3.5 years, 3.5 ਸਾਲ ਦੇ ਲਈ Brother Branham said, ਭਾਈ ਬ੍ਰਾਨਮ ਨੇ ਕਿਹਾ he will slip down from heaven ਉਹ ਸਵਰਗ ਤੋਂ ਹੇਠਾਂ ਉਤਰ ਆਵੇਗਾ in the middle of 3.5 years. ਔਰ ਉਹ 3.5 ਸਾਲ ਦੇ ਦੌਰਾਨ ਹੇਠਾਂ ਆ ਜਾਵੇਗਾ He will come down, ਉਹ ਥੱਲੇ ਆਵੇਗਾ and while Moses and Elijah are preaching, ਜਦੋਂ ਮੂਸਾ ਤੇ ਏਲੀਆ ਪ੍ਰਚਾਰ ਕਰ ਰਹੇ ਹੋਣਗੇ he will appear as a farmer. ਉਹ ਬਹਾਲੀ ਦੀ ਤਰ੍ਹਾਂ ਪ੍ਰਗਟ ਹੋਵੇਗਾ Farmer. ਉਹ ਕਿਸਾਨ ਦੀ ਤਰ੍ਹਾਂ ਪ੍ਰਗਟ ਹੋਵੇਗਾ It's written in the book of Zechariah. ਇਹ ਜ਼ਕਰੀਆ ਦੀ ਕਿਤਾਬ ਵਿੱਚ ਹੈ Then they will ask him, ਔਰ ਉਹਨੂੰ ਪੁੱਛਣਗੇ where did you receive these wounds? ਇਹ ਜ਼ਖਮ ਤੈਨੂੰ ਕਿੱਥੋਂ ਮਿਲੇ He said, in the house of my friends. ਉਹ ਕਹੇਗਾ ਮੇਰੇ ਆਪਣੇ ਮਿੱਤਰਾਂ ਦੇ ਘਰੋਂ Then a nation will be born. ਔਰ ਉਸ ਸਮੇਂ ਇੱਕ ਜਾਤੀ ਪੈਦਾ ਹੋਵੇਗੀ What is happening? ਕੀ ਹੋਵੇਗਾ While Moses and Elijah are preaching, ਜਦੋਂ ਮੂਸਾ ਤੇ ਏਲੀਆ ਪ੍ਰਚਾਰ ਕਰ ਰਹੇ ਹੋਣਗੇ Jesus comes down ਯੀਸ਼ੂ ਮਸੀਹ ਹੇਠਾਂ ਆਉਂਦਾ ਹੈ in a secret coming ਇੱਕ ਗੁਪਤ ਭੇਦ ਦੇ ਵਿੱਚ just for 144,000. ਔਰ ਉਹ 1,44,000 ਦੇ ਕੋਲ ਆਉਂਦਾ ਹੈ In the same way, ਉਸੇ ਤਰੀਕੇ ਨਾਲ when the 7th angel, ਜਦੋਂ 7 ਦੂਤ ਆਏ when our Moses, ਔਰ ਜਦੋਂ ਸਾਡਾ ਮੂਸਾ when our Elijah ਔਰ ਜਦੋਂ ਸਾਡਾ ਏਲੀਆ ਆਇਆ was preaching on this earth ਜਦੋਂ ਇੱਥੇ ਧਰਤੀ ਤੇ ਉਹ ਪ੍ਰਚਾਰ ਕਰ ਰਿਹਾ ਸੀ in 1963, 1963 ਦੇ ਵਿੱਚ Jesus slipped down ਯੀਸ਼ੂ ਹੇਠਾਂ ਆ ਗਿਆ in a secret coming ਉਹ ਗੁਪਤ ਆਮਦ ਦੇ ਵਿੱਚ ਆ ਗਿਆ under the 7th seal, ਔਰ 7ਵੀਂ ਮੋਹਰ ਦੇ ਅੰਤਰਗਤ under that silence. ਉਹ ਚੁੱਪ ਦੇ ਵਿੱਚ ਆ ਗਿਆ Why? ਕਿਉਂ To dismiss his bride.
ਤਾਂ ਕਿ ਉਹ ਆਪਣੀ ਦੁਲਹਨ ਨੂੰ ਭੇਜ ਸਕੇ, Dismiss Asenath. ਤਾਂ ਕਿ ਉਹ ਆਸਨਤ ਨੂੰ ਘੱਲ ਸਕੇ, Dismiss her in silence. ਤਾਂ ਕਿ ਉਹਨੂੰ ਚੁੱਪ ਦੇ ਵਿੱਚ ਘੱਲ ਦੇਵੇ, Because he has to move the plan of redemption. ਕਿਉਂਕਿ ਉਹਨੇ ਛੁਟਕਾਰੇ ਦੇ ਪਲਾਨ ਨੂੰ ਅੱਗੇ ਵਧਾਉਣਾ ਹੈ। Hallelujah. ਹਾਲੇਲੂਇਆ। Am I in the word or am I in the word? ਕੀ ਮੈਂ ਵਚਨ ਵਿੱਚ ਹਾਂ ਜਾਂ ਵਚਨ ਤੋਂ ਬਾਹਰ ਹਾਂ? God bless you. Sit down, please. ਖੁਦਾ ਤੁਹਾਨੂੰ ਬਰਕਤ ਦੇਵੇ। ਸਭ ਬੈਠ ਜਾਈਏ। Amen. You're happy? That's our sandwich. ਕੀ ਤੁਸੀਂ ਖੁਸ਼ ਹੋ? ਆਮੇਨ। Amen. That's our food. ਇਹ ਸਾਡਾ ਖਾਣਾ ਹੈ। Hallelujah. So Joseph appears ਯੂਸਫ ਪ੍ਰਗਟ ਹੁੰਦਾ ਹੈ in 1963 1963 ਦੇ ਵਿੱਚ as the capstone of Asenath. ਆਸਨਤ ਦਾ ਚੋਟੀ ਦਾ ਪੱਥਰ ਬਣ ਕੇ। Asenath is the body ਆਸਨਤ ਦੇਹ ਹੈ and he's the head. ਔਰ ਉਹ ਸਿਰ ਹੈ। And he and Asenath were united in an invisible union. ਔਰ ਆਸਨਤ ਅਤੇ ਉਹ ਇੱਕ ਅਦ੍ਰਿਸ਼ ਮਿਲਾਪ ਦੇ ਵਿੱਚ ਇੱਕ ਹੋ ਜਾਂਦੇ ਹਨ। Why? ਕਿਉਂ? To dismiss Asenath to the palace. ਤਾਂ ਕਿ ਉਹ ਆਸਨਤ ਨੂੰ ਮਹਿਲ ਦੇ ਵਿੱਚ ਘੱਲ ਦੇਵੇ। And when Asenath is dismissed, ਔਰ ਜਦੋਂ ਆਸਨਤ ਚਲੀ ਜਾਂਦੀ ਹੈ, one of these days it will happen. ਇਹਨਾਂ ਦਿਨਾਂ ਦੇ ਵਿੱਚ ਹੀ ਹੋ ਜਾਵੇਗਾ। You will be dismissed ਤੁਸੀਂ ਚਲੇ ਜਾਓਗੇ between 6 and 9. 6 ਤੋਂ 9 ਦੇ ਵਿਚਕਾਰ। He will tell like this, go. ਉਹ ਕਹੇਗਾ ਚਲੇ ਜਾਓ The orders will come. ਔਰ ਚਲੇ ਜਾਓਗੇ। The song says, गीत कहता है, ਗੀਤ ਕਹਿੰਦਾ ਹੈ, when the roll is called up yonder, I'll be there. When the roll call comes, roll call, ਐਕਸਕਿਊਜ਼ ਮੀ, ਜਦੋਂ ਨਾਮ ਪੁਕਾਰਾ ਜਾਏਗਾ I will be there. ਮੈਂ ਉੱਥੇ ਹੋਵਾਂਗਾ। He said, ਉਹਨੇ ਕਿਹਾ, I'll call my sheep by name ਮੈਂ ਆਪਣੀ ਭੇਡ ਨੂੰ ਨਾਮ ਲੈ ਕੇ ਬੁਲਾਉਂਦਾ ਹਾਂ and will lead them out. ਔਰ ਮੈਂ ਉਹਨੂੰ ਬਾਹਰ ਛੱਡ ਕੇ ਆਉਂਦਾ ਹਾਂ। In this age, ਇਸ ਯੁੱਗ ਦੇ ਵਿੱਚ he has come with an open book. ਉਹ ਖੁੱਲੀ ਹੋਈ ਕਿਤਾਬ ਦੇ ਨਾਲ ਆਇਆ। He's calling their names. ਉਹ ਨਾਮ ਲੈ ਕੇ ਬੁਲਾ ਰਿਹਾ Has he ਹੈ। called your name? ਕੀ ਉਹਨੇ ਤੁਹਾਡਾ ਨਾਮ ਲੈ ਕੇ ਬੁਲਾਇਆ? You brother, ਕੀ ਉਹਨੇ ਤੁਹਾਡਾ you ਨਾਮ ਲੈ ਕੇ brother, ਸੱਦਿਆ? you sister, ਤੂੰ ਭੈਣ, you sister. ਤੂੰ ਭੈਣ, If he call your name, ਜੇਕਰ ਉਹ ਤੁਹਾਡਾ ਨਾਮ ਲੈ ਕੇ ਬੁਲਾਉਂਦਾ he ਹੈ, has one purpose. ਉਹਦਾ ਇੱਕ ਮਕਸਦ ਹੈ। He doesn't want you to stay here ਉਹ ਨਹੀਂ ਚਾਹੁੰਦਾ ਕਿ ਤੁਸੀਂ ਇੱਥੇ ਰਹੋ। in Birbal. ਉਹ ਨਹੀਂ ਚਾਹੁੰਦਾ ਕਿ ਤੁਸੀਂ ਬੀਰਬਲ ਵਿੱਚ ਰਹੋ। He wants you in heaven. ਉਹ ਚਾਹੁੰਦਾ ਕਿ ਤੁਸੀਂ ਸਵਰਗ ਚਲੇ ਜਾਓ। He's dismissing you ਉਹ ਤੁਹਾਨੂੰ ਕੱਲ ਦੇਣਾ ਚਾਹੁੰਦਾ ਹੈ to the palace. ਤਾਂ ਕਿ ਤੁਸੀਂ ਮਹਿਲ ਚਲੇ ਜਾਓ। Hallelujah. ਹਾਲੇਲੂਇਆ। This is the day. ਇਹ ਉਹ ਯੁੱਗ This ਹੈ, is the promise. ਇਹ ਵਾਅਦਾ ਹੈ, This is the word. ਇਹ ਉਹ ਸਮਾਂ ਹੈ। Hallelujah. Amen. ਆਮੇਨ। So, ਇਸ ਲਈ what happens with 1,44,000 1,44,000 ਦੇ ਨਾਲ ਕੀ ਹੁੰਦਾ ਹੈ? is same what happens with you. ਜੋ ਉੱਥੇ ਹੋ ਰਿਹਾ ਉਹੀ ਤੁਹਾਡੇ ਨਾਲ ਹੋ ਰਿਹਾ। In Revelation 14, ਪ੍ਰਕਾਸ਼ਿਤ ਵਾਕਿਆ 14 ਵਿੱਚ he describes 1,44,000. ਉਹਨੇ 1,44,000 ਦਾ ਵਰਣਨ ਕੀਤਾ। They are virgins. ਉਹ ਕੁਆਰੇ ਹਨ। They have not been defiled by women. ਉਹ ਔਰਤਾਂ ਦੇ ਨਾਲ ਪ੍ਰਿਸ਼ਟ ਨਹੀਂ ਹੋਏ। The bride is a virgin. ਦੁਲਹਨ ਕੁਵਾਰੀ ਹੈ। She has not been defiled by women denominations. ਇਹ ਦੁਲਹਨ ਜਥੇਬੰਦੀਆਂ ਦੇ ਨਾਲ ਪ੍ਰਿਸ਼ਟ ਨਹੀਂ ਹੋਈ। Then 1,44,000 sing a song ਫਿਰ 1,44,000 ਇੱਕ ਗੀਤ ਗਾਉਂਦੇ ਹਨ which nobody can sing. ਜੋ ਕਿ ਹੋਰ ਕੋਈ ਨਹੀਂ ਗਾ ਸਕਦਾ। Bride today has a song. ਦੁਲਹਨ ਦੇ ਕੋਲ ਅੱਜ ਗੀਤ ਹਨ। Bride has a worship ਦੁਲਹਨ ਦੇ ਕੋਲ ਆਰਾਧਨਾ ਹੈ which nobody can copy. ਜੋ ਕਿ ਹੋਰ ਕੋਈ ਹੁਣ ਕਾਪੀ ਨਹੀਂ ਕਰ ਸਕਦਾ। Why? ਕਿਉਂ? Her worship is her name, ਕਿਉਂਕਿ ਉਹਦੀ ਆਰਾਧਨਾ ਉਹਦਾ ਨਾਮ ਹੈ। is her verse ਇਹ ਉਹਦੀ ਆਇਤ ਹੈ which nobody can claim. ਜੋ ਕਿ ਹੋਰ ਕੋਈ ਕਲੇਮ ਨਹੀਂ ਕਰ ਸਕਦਾ। Only ਘੋਸ਼ਣਾ ਨਹੀਂ। she can sing that song. ਸਿਰਫ ਇਹੀ ਉਸ ਗੀਤ ਨੂੰ ਗਾ ਸਕਦੀ ਹੈ। Hallelujah. ਹਾਲੇਲੂਇਆ। The Bible says ਬਾਈਬਲ ਆਖਦੀ ਹੈ 1,44,000. 1,44,000 I saw them on Mount of Zion, Mount of Olives. ਔਰ ਉਹਨਾਂ ਨੂੰ ਮੈਂ ਉਸ ਜੈਤੂਨ ਦੇ ਪਹਾੜ ਉੱਤੇ ਵੇਖਿਆ। Where is the bride today? ਅੱਜ ਦੁਲਹਨ ਕਿੱਥੇ ਹੈ? On the top of Mount Zion. ਉਹ ਸਿਯੋਨ ਦੇ ਪਹਾੜ ਉੱਤੇ ਹੈ। She is on the 7th peak. ਉਹ 7ਵੀਂ ਚੋਟੀ ਤੇ ਹੈ। She is on the 3rd pole.
ਉਹ ਤੀਸਰੇ ਖਿਚਾਵ ਦੇ ਵਿੱਚ ਹੈ। What did Caleb say? ਕਲੇਬ ਨੇ ਕੀ ਕਿਹਾ? Give me my mountain. ਉਹਨੇ ਕਿਹਾ ਮੇਰਾ ਪਹਾੜ ਮੈਨੂੰ ਦਿਓ। Bride's mountain. ਦੁਲਹਨ ਦਾ ਪਹਾੜ। Bride's revival. ਉਹਨੇ ਕਿਹਾ ਦੁਲਹਨ ਦਾ ਪਹਾੜ। Bride's move. ਦੁਲਹਨ ਦੀ ਗਤੀ। Hallelujah. ਆਮੇਨ। So what happens with 1,44,000? 1,44,000 ਦੇ ਨਾਲ ਕੀ ਹੁੰਦਾ ਹੈ? Happens with the bride. ਜੋ ਕੁਝ ਉੱਥੇ ਹੋ ਰਿਹਾ ਉਹੀ ਦੁਲਹਨ ਦੇ ਨਾਲ ਹੋ They ਰਿਹਾ। are sealed. ਉਹ ਵੀ ਮੋਹਰਬੰਦ ਕੀਤੇ ਗਏ। You are sealed. ਤੁਹਾਨੂੰ ਵੀ ਮੋਹਰਬੰਦ ਕੀਤਾ ਗਿਆ। Now ask yourself a sincere question today. ਅੱਜ ਫੇਰ ਆਪਣੇ ਆਪ ਨੂੰ ਇੱਕ ਪ੍ਰਸ਼ਨ ਪੁੱਛੋ। Revelation 7 verse 1 to 3 और प्रकाशित वाक्य 7 1 तो तीसरी आयत is 1918. ए 1918 1918 18 1918 है। When the first world war was stopped. जदों पहला विश्व युद्ध रोक गया। From verse 4 is sealing of 1,44,000. और चौथी आयत तो 1,44,000 उत्ते मोहर लग रही है। Which is yet in future. जो के अजय होने वाला है। इतने सालों से ये दूत कर क्या रहा है? 1918 में युद्ध रोक तो दिया, तो कहीं कॉफी पी रहा है बैठ के हैं? दूध कहीं आराम कर रहा है क्या? भाई मैं जल्दी आ गया, असल में मैं टाइम से पहले आ गया। 1,40,000 की मोहरबंदी तो बहुत देर बाद में है, मैं तो पहले पहुंच गया। Is he waiting? कि वो इंतजार कर रहा है? No sir. नहीं श्रीमान। Why did he come in 1918? ओ 1918 में क्यों आया? Seventh angel had been born. क्योंकि सतवें दूत ने अजय पैदा होना सी। He had already been born. ओ पैदा ते हो चुका सी। And in 1916 पर 1963 दे विच 16 ओ 1916 दे विच he was already 7 years. ओ 7 साल दा सी उस समय। And that angel had visited him और दूत ओदे नाल मुलाकात कर चुका सी। in a poplar tree और उस दरख्त दे विच and told him, और ओनु दस्या don't drink, don't smoke, don't defile your body. उन्हें क्या शराब ना पीवी, सिगरेट ना पीवी और अपनी देह नु खराब ना करी। For I got to work for you one day. और एक दिन मैं तेनु एक काम दवांगा। 2 years later, 2 साल दे बाद that same angel वही दूत stopped the war उसने युद्ध नु रोक दिता। and he brought the second one. और उसने दूसरा ले आंदा। And at the end of Second World War, और दूसरे युद्ध दे अंत विच in 1946, उन्हें 1946 दे विच he appeared in a cave ओ एक गुफा दे विच उतर आया। as an olive complexion 200-pound man. और वो 200 पाउंड दा व्यक्ति बन के आ गया। And he said, I have come from the presence of God उन्हें क्या मैं खुदा दी हजूरी चो आया हां to explain your life, ताकि मैं तेरी जिंदगी नु प्रमाणित to करा, explain your ministry. ताकि मैं तेरी सेवकाई तेनु From दवा। 1946, और from 1946, और 1946 दे विच you see the sign of the Son of Man. और तेरे कोल मनुख दे पुत्र दी सेवकाई दे चिन्ह The pillar होएगा। of fire appeared और तुसी देखो कि ओदे उत्ते अग दा खंबा आ गया and it was photographed और ओदी तस्वीर ली गई। in 1950. और 1950 दे विच When is all this happening? ये सब किथे हो रहा? After the Second World War, दूसरे विश्व युद्ध तो बाद, after the 6th trumpet, छेवीं तुरी तो बाद, between 6th and 7th, और छेवीं ते सतवीं दे विचकार God was getting ready खुदा तैयार हो रहा है to seal a bride. ताकि वो दुल्हन नु मोहर बंद करे। That angel वो दूत with the seal of God. और खुदा दी मोहर दे नाल। What is the seal of God? खुदा दी मोहर की है? The token. वो चिन्ह है। He appeared in the evening time वो शामा दे वेले आया to seal a certain number. ताकि वो कुछ खास लोगां नु मोहर बंद करे। What did he say in a message? संदेश दे विच की क्या गया है? Quoting the Bible, बाइबल दे विच a king made a feast एक राजे ने पार्टी की थी and he sent his servant और उसने अपने नौकर नु कलिया। at supper time. उसने शामा दे वेले ओनु कलिया। Who is this servant ए नौकर कौन है who the master sent at supper time? जिसनु ओदे स्वामी ने रात दे खाने दे समय कलिया? He's Brother Branham. ए भाई ब्रानम है। And Brother Branham said, भाई ब्रानम ने क्या? if you read the parable carefully, जेकर इस दृष्टांत नु तुसी ध्यान दे नाल पढ़ो, the servant went 3 times. ओ नौकर 3 बार There is a people wearing the wedding gown. कुछ लोग हैं जो ब्याह दा पहरावा पहने हुए हैं।
ਕਮਰੇ ਦੇ ਅੰਦਰ ਹਨ ready to eat a supper. ਉਹ ਖਾਣਾ ਖਾਣ ਦੇ ਲਈ ਤਿਆਰ ਹਨ They have been brought to a supper. ਔਰ ਉਹ ਵਿਆਹ ਦੇ ਭੋਜ ਵਿੱਚ ਸੱਦੇ ਗਏ What does Revelation 19 say? ਔਰ ਪ੍ਰਕਾਸ਼ਿਤ ਵਾਕਿਆ 19 ਕੀ ਆਖਦਾ ਹੈ Blessed are those ਮੁਬਾਰਕ ਹਨ ਉਹ who are called to the wedding supper. ਜੋ ਵਿਆਹ ਦੇ ਭੋਜ ਵਿੱਚ ਸੱਦੇ ਗਏ ਹਨ There's a blessed people. ਇੱਥੇ ਕੁਝ ਮੁਬਾਰਕ ਲੋਕ ਹਨ The Bible also says, ਬਾਈਬਲ ਇਸ ਪ੍ਰਕਾਰ ਆਖਦੀ ਹੈ blessed and holy is he ਮੁਬਾਰਕ ਅਤੇ ਪਵਿੱਤਰ ਉਹ ਹੈ who's a part of the first resurrection. ਜੋ ਪਹਿਲੀ ਆਮਦ ਪਹਿਲੀ ਕਿਆਮਤ ਵਿੱਚ ਹੈ On such the second death has no power. ਉਹਦੇ ਉੱਤੇ ਦੂਸਰੀ ਮੌਤ ਦਾ ਕੋਈ ਅਧਿਕਾਰ ਨਹੀਂ Oh, ਹੈ brothers and sisters, ਭਾਈਓ ਤੇ ਭੈਣੋ it's not just good life. ਇਹ ਇੱਕ ਭਲੀ ਜ਼ਿੰਦਗੀ ਹੀ ਨਹੀਂ ਹੈ Good life comes in second resurrection. ਭਲੀ ਜ਼ਿੰਦਗੀ ਤਾਂ ਦੂਸਰੀ ਕਿਆਮਤ ਵਿੱਚ ਆਉਂਦੀ ਹੈ But the token life ਪਰ ਜੋ ਚਿੰਨ ਵਾਲੀ ਜ਼ਿੰਦਗੀ ਹੈ comes in the rapture. ਉਹ ਰੈਪਚਰ ਵਿੱਚ ਜਾਂਦੀ ਹੈ It comes in the first resurrection. ਇਹ ਪਹਿਲੀ ਕਿਆਮਤ ਵਿੱਚ ਜਾਂਦੀ ਹੈ It's the bride of Jesus. ਇਹ ਯਿਸੂ ਮਸੀਹ ਦੀ ਦੁਲਹਨ ਹੈ It's not the book of life. ਇਹ ਜੀਵਨ ਦੀ ਕਿਤਾਬ ਨਹੀਂ ਹੈ It's the lamb's section. ਇਹ ਮੇਮਣੇ ਦਾ ਸੈਕਸ਼ਨ ਹੈ Their names can never be cut. ਉਹਨਾਂ ਦੇ ਨਾਮ ਕਦੇ ਨਹੀਂ ਮਿਟਾਏ ਜਾ They ਸਕਦੇ are chosen, ਉਹ ਚੁਣੇ ਹੋਏ ਹਨ predestinated, ਉਹ ਠਹਿਰਾਏ ਹੋਏ ਹਨ adopted, ਉਹ ਗੋਦ ਲਏ ਗਏ ਹਨ known by God. ਖੁਦਾ ਦੁਆਰਾ ਜਾਣੇ ਗਏ His ਹਨ attributes, ਉਹਦਾ ਗੁਣ ਹਨ His thoughts, ਉਹਦਾ ਵਿਚਾਰ ਹਨ His mystery ਉਹਦਾ ਭੇਤ ਹਨ revealed in the last days. ਇਹਨਾਂ ਅੰਤ ਦੇ ਦਿਨਾਂ ਵਿੱਚ ਪ੍ਰਗਟ ਹਨ Jehovah's vision, ਯਹੋਵਾ ਦਾ ਦਰਸ਼ਨ Jehovah's temple. ਯਹੋਵਾ ਦਾ ਮੰਦਰ The temple of God shall live again. ਖੁਦਾ ਦਾ ਮੰਦਰ ਫੇਰ ਤੋਂ ਸਾਹਮਣੇ ਆਇਆ ਹੈ Restoration of the bride tray. ਔਰ ਦੁਲਹਨ ਰੂਪੀ ਰੁੱਖ ਦੀ ਬਹਾਲੀ All that the worms had eaten, ਉਹ ਜੋ ਟਿੱਡੀਆਂ ਨੇ ਖਾ ਲਿਆ ਸੀ I will restore. ਮੈਂ ਬਹਾਲ ਕਰਾਂਗਾ And when I see this people, ਕੀ ਮੈਂ ਅੱਜ ਇੱਥੇ ਲੋਕ ਦੇਖ ਰਿਹਾ ਹਾਂ I see a restored people. ਕੀ ਮੈਂ ਬਹਾਲ ਕੀਤੇ ਲੋਕ ਦੇਖ ਰਿਹਾ ਹਾਂ I don't see worm-eaten people. ਮੈਂ ਦੇਖ ਰਿਹਾ ਹਾਂ ਇਹ ਟਿੱਡੀਆਂ ਦੁਆਰਾ ਖਾਦੇ ਗਏ ਲੋਕ ਸੀ They are not worm-eaten people. ਇਹ ਹੁਣ ਟਿੱਡੀਆਂ ਦੁਆਰਾ ਖਾਦੇ ਗਏ ਨਹੀਂ ਹਨ That's in denominations. ਇਹ ਮਿਸ਼ਨਾਂ ਜਥੇਬੰਦੀਆਂ ਚੋਂ ਨਹੀਂ ਹਨ I'm saying those worm-eaten people are in denominations. ਹਾਂ ਉਹ ਟਿੱਡੀਆਂ ਦੁਆਰਾ ਖਾਦੇ ਗਏ ਲੋਕ ਡਿਨੋਮੀਨੇਸ਼ਨਾਂ ਵਿੱਚ ਹਨ But this is the elect bride. ਪਰ ਇਹ ਚੁਣੀ ਹੋਈ ਦੁਲਹਨ ਹੈ I will restore. ਮੈਂ ਬਹਾਲ ਕਰਾਂਗਾ Former rain. ਆਖਰੀ ਬਾਰਿਸ਼ ਦੇ ਦੌਰਾਨ Former rain. ਆਖਰੀ ਬਾਰਿਸ਼ ਦੇ ਦੌਰਾਨ Latter rain. ਪਹਿਲੀ ਅਤੇ ਪਿਛਲੀ ਵਰਖਾ ਦੇ And I ਦੌਰਾਨ will restore ਮੈਂ ਬਹਾਲ ਕਰਾਂਗਾ the oil and wine ਮੈਂ ਦਾਖ ਅਤੇ ਤੇਲ ਉਡੇਲਾਂਗਾ in the first month. ਪਹਿਲੇ ਮਹੀਨੇ When ਵਿੱਚ did the month start? ਮਹੀਨਾ ਕਦੋਂ ਸ਼ੁਰੂ ਹੁੰਦਾ ਹੈ March, April. ਮਾਰਚ ਅਪ੍ਰੈਲ ਤੋਂ When the cloud came ਜਦੋਂ ਬੱਦਲ ਆਇਆ in February 28. ਔਰ 28 ਫਰਵਰੀ 1923 What started? ਕੀ ਸ਼ੁਰੂ ਹੋਇਆ Latter rain. ਪਹਿਲੀ ਵਰਖਾ And I'm saying latter rain ਆਖਰੀ ਵਰਖਾ and the former rain ਔਰ ਪਿਛਲੀ ਵਰਖਾ falling together ਇਹ ਦੋਨੇ ਇਕੱਠੀਆਂ ਆ ਗਈਆਂ to rapture a bride, ਤਾਂ ਕਿ ਦੁਲਹਨ ਨੂੰ ਉਠਾਇਆ ਜਾਵੇ to take her to a theophany, ਤਾਂ ਕਿ ਤੁਸੀਂ ਆਪਣੀ ਥਿਓਫੈਨੀ ਚ ਚਲੇ ਜਾਓ to take them to Melchizedek. ਤਾਂ ਕਿ ਤੁਸੀਂ ਮਲਕਿਸਦੀਕ ਕੋ ਚਲੇ ਜਾਓ You vanish in the cloud. ਤਾਂ ਕਿ ਤੁਸੀਂ ਉਸ ਬੱਦਲ ਨੂੰ ਪਹਿਨ ਲਓ Hallelujah. ਹਾਲੇਲੂਇਆ Amen. ਆਮੀਨ That's the age we are living in. ਇਹੀ ਉਹ ਯੁੱਗ ਹੈ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ Hallelujah. ਹਾਲੇਲੂਇਆ God bless you all. Sit down, please. ਬੈਠ ਜਾਈਏ ਖੁਦਾ ਤੁਹਾਨੂੰ ਬਰਕਤ ਦੇਵੇ Amen. ਆਮੀਨ You're wonderful people. I really love you all. ਮੈਂ ਤੁਹਾਨੂੰ ਸਭ ਨੂੰ ਬਹੁਤ ਪਿਆਰ ਕਰਦਾ ਤੁਸੀਂ ਬਹੁਤ ਅੱਛੇ ਲੋਕ ਹੋ ਆਮੀਨ Amen. ਆਮੀਨ And I believe you are catching the word. ਮੈਂ ਵਿਸ਼ਵਾਸ ਕਰਦਾ ਕਿ ਤੁਹਾਨੂੰ ਵਚਨ ਸਮਝ ਆ ਰਿਹਾ ਹੈ Hallelujah. ਆਮੀਨ So you find ਤੁਸੀਂ ਦੇਖਦੇ ਹੋ chapter 7, ਸਤਵਾਂ ਅਧਿਆਇ interval between the 6th and the 7th seal. 6ਵੀਂ ਅਤੇ 7ਵੀਂ ਮੋਹਰ ਦੇ ਵਿਚਲਾ ਅੰਤਰਾਲ ਹੈ Where did Brother Branham preach it? ਭਾਈ ਬ੍ਰਾਨਮ ਨੇ ਕਿੱਥੇ ਪ੍ਰਚਾਰਿਆ In the 7th seal. 7ਵੀਂ ਮੋਹਰ ਦੇ ਵਿੱਚ Why should he bring Jews in the 7th seal? ਉਹਨੇ ਯਹੂਦੀਆਂ ਨੂੰ 7ਵੀਂ ਮੋਹਰ ਵਿੱਚ ਕਿਉਂ ਲੈ ਆਂਦਾ Why did the Holy Spirit allow him to preach chapter 7? ਪਵਿੱਤਰ ਆਤਮਾ ਨੇ ਉਹਨੂੰ 7ਵਾਂ ਅਧਿਆਇ ਪ੍ਰਚਾਰ ਕਰਨ ਦੀ ਅਨੁਮਤੀ ਕਿਉਂ ਦਿੱਤੀ Because that is for Jews. ਇਹ ਤਾਂ ਯਹੂਦੀਆਂ ਦਾ ਹੈ That is 1,44,000. ਇਹ ਤਾਂ 1,44,000 And ਯਹੂਦੀ this ਹਨ Brother Branham, ਪਰ ਇਹ ਤੇ ਭਾਈ ਬ੍ਰਾਨਮ ਹੈ he's not a messenger to the Jews. ਇਹ ਯਹੂਦੀਆਂ ਦਾ ਪ੍ਰਚਾਰਕ ਤੇ ਹੈ ਨਹੀਂ He is a messenger to Gentiles. ਇਹ ਤੇ ਪਰਾਈ ਕੌਮ ਦਾ ਦੂਤ ਹੈ Why did God allow him to preach chapter 7? ਫਿਰ ਖੁਦਾ ਨੇ ਉਹਨੂੰ 7ਵਾਂ ਅਧਿਆਇ ਪ੍ਰਚਾਰ ਕਰਨ ਦੀ ਅਨੁਮਤੀ ਕਿਉਂ ਦਿੱਤੀ Why?
क्यों? This is why. इसे करके ही 1,44,000 1,44,000 is a type ये एक तस्वीर है of a Gentile bride. पराइयां कौमां दी दुल्हन दी। Now in bride there are not 1,44,000. और मैं ਤੁਹਾਨੂੰ ਦੱਸ ਦਵਾਂ कि दुल्हन 1,44,000 नहीं है। Bride is a different number. दुल्हन दी अलग गिनती है। But पर as there is 1,44,000 elect and Jews, और जिਵੇਂ कि 1,44,000 यहूदियों विचों ले गए, there is an elect bride here. ऐसे करके उसे तरह ही इथे एक चुनी हुई दुल्हन है। Then Brother Branham said, भाई ब्रानम ने इस प्रकार किया, when the sealing happens, notice ਜਦੋਂ मोहर लगदी है ध्यान दियो, Dan and Ephraim missed that sealing. दान अते इफ्राइम उते मोहर नहीं लगी। There is a reason. इथे एक कारण है। But later on, थोड़े समय बाद they come in the millennium. फिर 1000 साले राज आਉਂਦਾ है। That's right. बिल्कुल ठीक है, It's in the message. ये संदेश दे विच है। And he quotes the book of Ezekiel. और हिजकियल दी किताब दे विच ओने हो गया, Dan and Ephraim, और दान अते इफ्राइम they cannot make it to 1,44,000. ਉਹ 1,44,000 ਵਿੱਚ ਤੇ ਸ਼ਾਮਿਲ ਨਹੀਂ ਹਨ। They are not that group. ਉਸ ਗਰੁੱਪ ਦੇ ਵਿੱਚ ਉਹ ਨਹੀਂ ਹਨ, But they are in the general tribes ਪਰ ਉਹ ਇੱਕ ਜਰਨਲ ਗੋਤਰ ਹਨ which come back in the millennium. ਜੋ ਕਿ 1000 ਸਾਲੇ ਰਾਜ ਵਿੱਚ ਬਾਅਦ ਵਿੱਚ ਆਉਂਦੇ ਹਨ। Branham said very carefully. ਭਾਈ ਬ੍ਰਾਨਮ ਨੇ ਬੜੇ ਧਿਆਨ ਦੇ ਨਾਲ ਇਸ ਗੱਲ ਨੂੰ ਬੋਲਿਆ। Now that's a parallel ਇਹ ਇੱਕ ਪੈਰਲਰ ਹੈ of the Gentile bride. ਇਹ ਪਰਾਈਆਂ ਕੌਮਾਂ ਦੀ ਦੁਲਹਨ ਦਾ। You know what that is? ਤੁਸੀਂ ਦੇਖਦੇ ਹੋ ਕੀ ਹੈ। Just as Dan and Ephraim missed the sealing there, ਜਿਵੇਂ ਕਿ ਦਾਨ ਅਤੇ ਇਫਰਾਇਮ ਉਤੇ ਉਥੇ ਮੋਹਰ ਨਹੀਂ ਲੱਗੀ, in the same way, ਉਸੇ ਤਰੀਕੇ ਨਾਲ there is a sleeping foolish virgin who missed the sealing today. ਇੱਥੇ ਵੀ ਕੁਝ ਮੂਰਖ ਕੁਵਾਰੀਆਂ ਹਨ ਜੋ ਮੋਹਰ ਨਹੀਂ ਲਗਵਾ ਪਾਣਗੀਆਂ। Yet they will come in the second resurrection. ਫਿਰ ਵੀ ਉਹ ਦੂਸਰੀ ਕਿਆਮਤ ਵਿੱਚ ਹੋਣਗੀਆਂ, And God will grant them eternal life ਔਰ ਖੁਦਾ ਉਹਨਾਂ ਨੂੰ ਅਨੰਤ ਜੀਵਨ ਦੇਵੇਗਾ, on the basis of works. ਔਰ ਉਹਨਾਂ ਦੇ ਕੰਮਾਂ ਦੇ ਆਧਾਰ ਤੇ। You know the message. ਤੁਸੀਂ ਮੈਸੇਜ ਨੂੰ ਜਾਣਦੇ ਹੋ। So there is a parallel. ਔਰ ਇੱਥੇ ਇੱਕ ਪੈਰਲਰ ਹੈ। Why did Dan and Ephraim miss the sealing? ਔਰ ਤੁਸੀਂ ਦੇਖੋ ਕਿ ਦਾਨ ਅਤੇ ਇਫਰਾਇਮ ਉਤੇ ਮੋਹਰ ਕਿਉਂ ਨਹੀਂ ਲੱਗੀ। Because of the wicked deeds of a king whose name was Jeroboam. और जरोबोआम दी दुष्टता दे कारण। What was the wickedness of Jeroboam? जरोबोआम दी दुष्टता की सी, He built 2 golden calves ओने 2 बछड़े बनाए, and he placed one in Dan and one in Ephraim. ओने एक दान विच खड़ा कर दिता, दूसरा इफ्राइम विच खड़ा कर दिता। And God observed that. और खुदा ने इस नु वेख्या। And the same God ओही खुदा today, आज Brother Branham said in the 7th seal. भाई ब्रानम ने 7वीं मोहर विच किया। Why did they miss it? उन्होंने क्यों इस नु गवा लिया? Try to understand the spirit. इस आत्मा नु पकड़न दा जतन करो। Because I will just say it for 5 minutes and then I'll move further. और मैं 5 मिनट दे विच कह के आगे वधांगा। Dan and Ephraim, Jeroboam built the 2 calves in Dan and Ephraim. और जरोबोआम ने 2 बछड़े बनाए, एक दान विच खड़ा कर दिता, एक इफ्राइम विच खड़ा कर दिता। Why? क्यों? The kingdom had been divided. क्योंकि राज दी वंड हो चुकी सी, And 2.5 tribes had gone to Rehoboam, और आधा गोत्र जो सी और रहबुआम को चला गया सी, which was Judah. जो कि यहूदा सी। And the problem is, और समस्या ये है the temple is in Judah. ते मंदिर जो है, हैकल जो है, ये यहूदिया विच है। So anybody in Israel has to go to Jerusalem. और जिन्हें भी किसी ने वर्शिप करनी सी, ओनू यरूशलेम च जाना पैंदा सी। And Jeroboam feared this और यरूबुआम जो है इस गल तो डरदा सी, because he knew क्योंकि वो जानदा सी in the time of the feast, कि परबा दे दिनां विच when Israel had to gather in Jerusalem, ਜਦੋਂ यरूशलेम दे विच सारा इजराइल इकट्ठा होवेगा, if my people go there, जे मेरे लोग भी ओथे चले गए, Rehoboam will take him for ते himself. रहबुआम उन्हां नु अपने कोल रख लवेगा। So what did Jeroboam say? यरोबाम ने फिर की कीता? Oh, I will have a meeting here. ਉਹਨੇ ਕਿਹਾ ਅਸੀਂ ਇੱਥੇ ਮੀਟਿੰਗ ਕਰ ਲੈਨੇ ਆ, You don't have to go there. ਤੁਹਾਨੂੰ ਉੱਥੇ ਜਾਣ ਦੀ ਕੋਈ ਲੋੜ ਨਹੀਂ I ਹੈ। will build a calf here. ਮੈਂ ਇੱਥੇ ਹੀ ਵਛੜਾ ਬਣਾ ਲੈਣਾ ਹਾਂ, You don't have to go there. ਤੁਹਾਨੂੰ ਉੱਥੇ ਜਾਣ ਦੀ ਲੋੜ ਹੀ ਕੋਈ
Don't ਨਹੀਂ go ਆ। in that meeting. ਉਹਨੇ ਕਿਹਾ ਉਸ ਮੀਟਿੰਗ ਵਿੱਚ ਨਾ ਜਾਓ, Don't support them. ਉਹਨਾਂ ਨੂੰ ਮਦਦ ਨਾ ਦਿਓ, Boycott them. ਉਹਨਾਂ ਨੂੰ ਕੋਈ ਮਦਦ ਨਾ ਦਿਓ। Oh, we can have the temple worship here ਉਹ also. ਅਸੀਂ ਇੱਥੇ ਭਵਨ ਬਣਾ ਲੈਨੇ ਆ। But you know, according to the scriptures, ਔਰ ਤੁਸੀਂ ਦੇਖਦੇ ਹੋ ਵਚਨ ਦੇ ਮੁਤਾਬਕ ਕੀ ਹੋਇਆ। there was only one provided place of worship. Man, ਪਰ ਤੁਸੀਂ ਵਚਨ ਦੇ ਮੁਤਾਬਕ ਵੇਖੋ, ਭਗਤੀ ਲਈ ਠਹਿਰਾਇਆ ਗਿਆ ਇੱਕੋ ਹੀ ਸਥਾਨ ਹੈ। And if you don't worship in that place, ਜੇਕਰ ਤੁਸੀਂ ਉਸ ਸਥਾਨ ਉੱਤੇ ਵਰਸ਼ਿਪ ਨਹੀਂ ਕਰਦੇ, your worship is not accepted. ਤੁਹਾਡੀ ਭਗਤੀ ਕਬੂਲ ਨਹੀਂ ਹੈ। What was the spirit of Jeroboam? ਜਰੋਬਾਮ ਦਾ ਆਤਮਾ ਕੀ ਸੀ? Brother Branham caught it. ਭਾਈ ਬ੍ਰਾਨਮ ਨੇ ਇਸ ਨੂੰ ਪਕੜਿਆ। That is the spirit of Nicolaitans. ਇਹ ਨਿਕੋਲਾਈਟ ਦੀ ਆਤਮਾ ਹੈ। A spirit which divides. ਇਹ ਆਤਮਾ ਜੋ ਵੰਡ ਕਰਦਾ ਹੈ, A spirit that makes groups. ਜੋ ਉਹ ਆਤਮਾ ਜੋ ਗਰੁੱਪ ਬਣਾਉਂਦਾ ਹੈ। We are this group, you are that group. ਅਸੀਂ ਇਹ ਗਰੁੱਪ ਹਾਂ, ਤੁਸੀਂ ਉਹ ਗਰੁੱਪ ਹੋ। We will not meet you, you will not meet us. ਅਸੀਂ ਤੁਹਾਨੂੰ ਨਹੀਂ ਮਿਲਾਂਗੇ, ਤੁਸੀਂ ਸਾਨੂੰ ਨਹੀਂ ਮਿਲੋਗੇ। That's the spirit of denomination. ਇਹ ਜਥੇਬੰਦਕ ਆਤਮਾ ਹੈ। But what did Jesus say? ਯीशु मसीह ने ਕੀ ਕਿਹਾ? Come out of that Babylon. ਉਹਨੇ ਕਿਹਾ ਹੈ, ਇਸ ਬਾਬਲ ਦੇ ਵਿੱਚੋਂ ਬਾਹਰ ਆ ਜਾਓ। God doesn't love Nicolaitans. ਖੁਦਾ ਨਿਕੋਲਾਈ ਆਤਮਾ ਨੂੰ ਪਿਆਰ ਨਹੀਂ ਕਰਦਾ। He hates it. Excuse me. He hates it. ਉਹ ਇਸ ਨੂੰ ਨਫ਼ਰਤ ਕਰਦਾ ਹੈ। He hates it. ਉਹ ਨਫ਼ਰਤ ਕਰਦਾ ਹੈ। Read the Ephesian message. ਅਫਸੀਆਂ ਦਾ ਸੰਦੇਸ਼ ਪੜੋ। This thou hast. ਇਸ ਤਰ੍ਹਾਂ ਲਿਖਿਆ ਹੋਇਆ ਹੈ, This thou hast that thou hatest the deeds of Nicolaitans. तुझ में ये तो है, ਤੇਰੇ ਵਿੱਚ ਇਹ ਤਾਂ ਹੈ ਕਿ ਤੂੰ ਨਿਕੋਲਾਈਆਂ ਦੇ ਕੰਮ ਨੂੰ ਨਫ਼ਰਤ ਕਰਦਾ ਹੈ, which I also hate. ਜਿਨ੍ਹਾਂ ਨੂੰ ਮੈਂ ਵੀ ਨਫ਼ਰਤ ਕਰਦਾ ਹਾਂ। God hates Nicolaitans. ਖੁਦਾ ਨਿਕੋਲਾਈਆਂ ਨੂੰ ਨਫ਼ਰਤ ਕਰਦਾ ਹੈ। That's the spirit of Jeroboam. ਇਹ ਯਰੋਬੋਆਮ ਦਾ ਆਤਮਾ ਹੈ। What happened later on? ਥੋੜੇ ਸਮੇਂ ਬਾਅਦ ਕੀ ਹੋਇਆ? God remembered that sin. ਖੁਦਾ ਨੇ ਉਸ ਪਾਪ ਨੂੰ ਯਾਦ ਕੀਤਾ। You know what happened? ਤੁਸੀਂ ਦੇਖੋ ਕੀ ਹੋਇਆ। When you cannot provide a genuine message, I mean genuine ark. ਜਦੋਂ ਤੁਸੀਂ ਇੱਕ ਸਧਾਰਨ ਸੰਦੇਸ਼, I'm not saying that. I'm saying genuine. ਵਾਸਤਵਿਕ, When you cannot provide the genuine ark, ਜਦੋਂ ਤੁਸੀਂ ਇੱਕ ਸੱਚਾ ਸੰਦੂਕ ਨਹੀਂ ਦੇ ਪਾ ਰਹੇ, you cannot provide the genuine Shekinah glory, ਔਰ ਜੇਕਰ ਤੁਸੀਂ ਅਸਲੀ ਸੱਚੀ ਮਹਿਮਾ ਨਹੀਂ ਲਿਆ ਸਕਦੇ, you always will bring a substitute. ਫਿਰ ਤੁਸੀਂ ਕੁਝ ਗੜਬੜ ਹੀ ਲੈ ਕੇ ਆਓਗੇ। Instead of that, ਉਹਦੇ ਬਦਲੇ ਚ what did Jeroboam bring? ਜਰੂਬਾਮ ਨੇ ਕੀ ਲਿਆਂਦਾ? He didn't bring the cherubims. ਉਹਨੇ ਉਹ ਅਸਲੀ ਚੈਰੋਬੀਮ ਉਹ ਦੂਤ ਤਾਂ ਨਹੀਂ ਲਿਆਂਦੇ, He only brought 2 golden calves. ਉਹਨੇ ਸਿਰਫ ਬਛੜੇ ਲੈ ਆਂਦੇ। And who are those 2 golden calves? ਔਰ ਤੁਸੀਂ ਦੇਖੋ ਕਿ ਇਹ ਪਿੱਤਲ ਦੇ ਬਛੜੇ ਕੀ ਹਨ? They were the gods of Egypt. ਇਹ ਮਿਸਰ ਦੇ ਦੇਵਤੇ ਹਨ। Read your Bibles. ਬਾਈਬਲ ਵਿੱਚ ਪੜੋ, The 2 golden calves. ਇਹ ਦੋ ਬਛੜੇ What did the children of Israel make in the wilderness? ਉਹਨਾਂ ਨੇ, ਤੁਸੀਂ ਦੇਖੋ ਹਾਰੂਨ ਨੇ ਉਜਾੜ ਦੇ ਵਿੱਚ ਕੀ ਬਣਾ ਦਿੱਤਾ? A golden calf. ਉਹਨਾਂ ਨੇ ਸੋਨੇ ਦਾ ਬਛੜਾ ਬਣਾਇਆ। The gods of Egypt. ਮਿਸਰ ਦਾ ਦੇਵਤਾ। Why did Jeroboam do that? ਔਰ ਯਰੋਬੋਆਮ ਕਿਉਂ ਕਰ ਰਿਹਾ ਹੈ? He was afraid of Solomon. ਕਿਉਂਕਿ ਉਹ ਸੁਲੇਮਾਨ ਤੋਂ ਡਰਦਾ ਹੈ। And the Bible said, ਬਾਈਬਲ ਆਖਦੀ ਹੈ for some time, ਥੋੜੇ ਸਮੇਂ ਬਾਅਦ he ran to Egypt. ਉਹ ਮਿਸਰ ਵਿੱਚ ਦੌੜ ਗਿਆ। There he married an Egyptian woman. और ਉਹਨੇ ਜਾ ਕੇ ਇੱਕ ਮਿਸਰੀ ਔਰਤ ਨਾਲ ਸ਼ਾਦੀ ਕੀਤੀ। And then came back to Israel. और फिर ਉਹ ਇਜ਼ਰਾइल ਵਿੱਚ ਵਾਪਸ ਆਇਆ। So he brought with him an Egyptian influence. और ਤੁਸੀਂ ਦੇਖੋ ਜਦੋਂ ਵਾਪਸ ਮਿਸਰ ਚੋਂ ਆਇਆ ਤੇ ਉਹ ਮਿਸਰੀਆਂ ਦਾ ਪ੍ਰਭਾਵ ਨਾਲ ਲੈ ਕੇ ਆਇਆ। That is why ਇਸੇ ਕਰਕੇ he built the 2 golden calves. ਇਸੇ ਕਰਕੇ ਉਹਨੇ ਦੋ ਬਛੜੇ ਬਣਾਏ। A substitute. ਇੱਕ ਗੜਬੜ। And what is substitution? और गड़बड़ है ਕੀ ਹੈ? Balaamism. ਬਲਾमिज्म। I leave it to your leaders to teach you that. और मैं ਇਹ ਗੱਲ ਤੁਹਾਡੇ ਆਗੂਆਂ ਤੇ ਛੱਡਦਾ ਹਾਂ, ਉਹ ਤੁਹਾਨੂੰ ਸਿਖਾਉਣਗੇ। Let them discuss in their meetings and tell you. और ਉਹ ਮੀਟਿੰਗ ਵਿੱਚ ਗੱਲਬਾਤ ਕਰਨਗੇ, ਫਿਰ ਤੁਹਾਨੂੰ ਦੱਸਣਗੇ। What is Balaamism? ਬਲਾमिज्म है ਕੀ What है? is substitution? ਇਹ ਗੜਬੜ है ਕੀ ਹੈ? Because Brother Branham said, ਕਿਉਂਕਿ ਭਾਈ ਬ੍ਰਾਨਮ ਨੇ ਕਿਹਾ, when you cannot provide genuine worship, ਜਦੋਂ ਤੁਸੀਂ ਅਸਲੀ ਵਾਸਤਵਿਕ ਆਰਾਧਨਾ ਲੋਕਾਂ ਨੂੰ ਨਹੀਂ ਦੇ ਪਾਉਂਦੇ, not just clapping and jumping and shouting, no, ਇਹ ਸਿਰਫ ਨੱਚਣਾ ਭੁੜਕਣਾ ਟੱਪਣਾ ਨਹੀਂ ਹੈ, but the word worship, ਪਰ ਇਹ ਵਚਨ ਦੀ ਵਰਸ਼ਿਪ ਹੋਣੀ ਚਾਹੀਦੀ ਹੈ। Abel's revelation.
ਇਹ ਪ੍ਰਕਾਸ਼ਨ ਹੋਣਾ ਚਾਹੀਦਾ ਹੈ like Abel had ਜਿਵੇਂ ਕਿ ਹਾਬਲ ਦੇ ਕੋਲ ਸੀ by faith, ਵਿਸ਼ਵਾਸ ਦੇ ਦੁਆਰਾ and his sacrifice was accepted. ਉਹਦੀ ਕੁਰਬਾਨੀ ਕਬੂਲ ਹੋਈ ਸੀ Brother Branham said, ਭਾਈ ਬ੍ਰਾਨਮ ਨੇ ਕਿਹਾ you'll always go for a substitute. ਤੁਸੀਂ ਹਮੇਸ਼ਾ ਗੜਬੜ ਵਿੱਚ ਚਲੇ ਜਾਂਦੇ ਹੋ Hallelujah. ਆਮੇਨ ਇਫਜ਼ੀ Hallelujah. ਆਮੇਨ I want to show you something. ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ In the seventh seal, ਸੱਤਵੀਂ ਮੋਹਰ ਦੇ ਵਿੱਚ the prophet said, ਨਬੀ ਨੇ ਕਿਹਾ God remembered that sin. ਖੁਦਾ ਨੇ ਉਸ ਪਾਪ ਨੂੰ ਯਾਦ ਕੀਤਾ Like today, ਅੱਜ ਦੀ ਤਰ੍ਹਾਂ there are 900 organizations. 999 ਡਿਨੋਮੀਨੇਸ਼ਨਾਂ ਹਨ What are they? ਉਹ ਕੀ ਹਨ You know the message. ਤੁਸੀਂ ਸੰਦੇਸ਼ ਨੂੰ ਜਾਣਦੇ ਹੋ Nicolaitan spirit. ਇਹ ਸਾਰਾ ਨਿਕੋਲਾਈਵਾਦ ਹੈ What have they made? ਉਹਨਾਂ ਨੇ ਕੀ ਬਣਾਇਆ A head man. ਉਹਨਾਂ ਨੇ ਮਨੁੱਖ ਨੂੰ ਸਿਰ ਬਣਾ ਲਿਆ ਹੈ And who is that man? ਉਹ ਮਨੁੱਖ ਕੌਣ ਹੈ One day he will be the man of sin. ਉਹ ਪਾਪ Today ਦਾ he's the man ਮਨੁੱਖ of sin. ਅੱਜ ਉਹ ਪਾਪ ਦਾ ਮਨੁੱਖ ਹੈ And one day, ਇੱਕ ਦਿਨ according to the message, ਸੰਦੇਸ਼ ਦੇ ਮੁਤਾਬਕ Lucifer will incarnate in that man. ਲੂਸੀਫਰ ਉਸ ਮਨੁੱਖ ਦੇ ਵਿੱਚ ਦੇਹਧਾਰੀ ਹੋ ਜਾਵੇਗਾ A false prophet ਉਹ ਇੱਕ ਝੂਠਾ ਨਬੀ ਬਣੇਗਾ to a false message. ਤਾਂ ਕਿ ਉਹ ਝੂਠਾ ਸੰਦੇਸ਼ ਪ੍ਰਚਾਰੇ Are you with me? ਕੀ ਤੁਸੀਂ ਮੇਰੇ ਨਾਲ ਹੋ Now listen, brothers and sisters. ਮੇਰੀਓ ਭੈਣੋ ਤੇ ਭਰਾਓ ਧਿਆਨ ਦਿਓ But thank God, ਪਰ ਪ੍ਰਭੂ ਦਾ ਧੰਨਵਾਦ ਹੋਵੇ God also sent Moses and Elijah. ਖੁਦਾ ਨੇ ਮੂਸਾ ਤੇ ਏਲੀਆ ਨੂੰ ਕੱਲਿਆ ਹੈ God sent a genuine, true prophet. ਖੁਦਾ ਨੇ ਦੋ ਸੱਚੇ ਨਬੀ ਕੱਲੇ ਹਨ I mean, one man ਇੱਕ ਮਨੁੱਖ in whom was Moses, ਇੱਕ ਮਨੁੱਖ ਜਿਹਦੇ ਵਿੱਚ ਹੀ ਮੂਸਾ ਸੀ in whom was Elijah. ਇਸੇ ਦੇ ਵਿੱਚ ਹੀ ਏਲੀਆ ਸੀ And you find when he preached the word, ਔਰ ਤੁਸੀਂ ਦੇਖਦੇ ਹੋ ਬਹੁਤ ਸਾਰਿਆਂ ਨੂੰ ਪ੍ਰਚਾਰ ਕਰਦੇ ਹੋਏ as he preached the word, ਜਿਵੇਂ ਉਹਨੇ ਪ੍ਰਚਾਰ ਕੀਤਾ today you are here. ਤੁਸੀਂ ਇੱਥੇ ਹੋ Why? ਕਿਉਂ As a result of this messenger. ਇਹ ਸੰਦੇਸ਼ਵਾਹਕ ਦੇ ਪ੍ਰਮਾਣ ਕਰਕੇ Because of this message, ਕਿਉਂਕਿ ਇਹਦਾ ਸੰਦੇਸ਼ ਹੈ you are here today in this tent. ਇਹਦੇ ਸੰਦੇਸ਼ ਦੇ ਕਾਰਨ ਅੱਜ ਤੁਸੀਂ ਇਸ ਟੈਂਟ ਵਿੱਚ ਹੋ And you're not with a bunch of Nicolaitans. ਔਰ ਅਸੀਂ ਇੱਥੇ ਨਿਕੋਲਾਈਵਾਦ ਨਹੀਂ ਹਾਂ Thank you, Jesus. ਯਿਸੂ ਮਸੀਹ ਦਾ ਧੰਨਵਾਦ ਹੋਵੇ Now I'd like to show you something. ਮੈਂ ਤੁਹਾਨੂੰ ਕੁਝ ਦਿਖਾਉਣਾ ਚਾਹੁੰਦਾ ਹਾਂ And may God give you grace to understand it. ਖੁਦਾ ਤੁਹਾਨੂੰ ਕਿਰਪਾ ਦੇਵੇ ਕਿ ਤੁਸੀਂ ਸਮਝ ਸਕੋ Now, Dan and Ephraim missed that sealing. ਦਾਨ ਅਤੇ ਇਫਰਾਇਮ ਉੱਤੇ ਮੋਹਰ ਨਹੀਂ ਲੱਗੀ Instead of them, ਉਹਦੇ ਬਦਲੇ ਵਿੱਚ there are two new tribes that pop up. ਔਰ ਤੁਸੀਂ ਦੇਖੋ ਕਿ ਦੋ ਨਵੇਂ ਗੋਤਰ ਐਡ ਹੋ ਗਏ ਹਨ And one is Levi. ਇੱਕ ਲੇਵੀ ਹੈ That is not a problem. ਇਹਦੀ ਕੋਈ ਸਮੱਸਿਆ ਨਹੀਂ ਹੈ But there's another tribe, ਪਰ ਇੱਕ ਹੋਰ ਗੋਤਰ ਹੈ which is the tribe of Joseph. ਜੋ ਕਿ ਯੂਸਫ ਦਾ ਗੋਤਰ ਹੈ Now, ਹੁਣ this has been a question. ਇੱਕ ਪ੍ਰਸ਼ਨ ਹੈ What is this tribe of Joseph? ਇਹ ਯੂਸਫ ਦਾ ਗੋਤਰ ਕੀ ਹੈ Are you with me? ਕੀ ਤੁਸੀਂ ਮੇਰੇ ਨਾਲ ਹੋ And many people have thought about it. ਕਈ ਲੋਕ ਇਹਦੇ ਬਾਰੇ ਚ ਸੋਚਦੇ ਹਨ What is this mysterious tribe of Joseph? ਇਹ ਯੂਸਫ ਦਾ ਭੇਤ ਭਰਿਆ ਗੋਤਰ ਹੈ ਕੀ ਆ Throughout the Bible, you don't find them. ਸਾਰੀ ਬਾਈਬਲ ਦੇ ਵਿੱਚ ਇਹ ਕਿਤੇ ਦਿਖਦਾ ਨਹੀਂ ਹੈ You don't find them anywhere. ਤੁਸੀਂ ਕਿਤੇ ਵੀ ਇਹਨੂੰ ਦੇਖਦੇ ਨਹੀਂ ਹੋ Suddenly, in the book of Revelation, ਪਰ ਅਚਾਨਕ ਪ੍ਰਕਾਸ਼ਿਤ ਵਾਕਿਆ ਦੇ ਵਿੱਚ ਇਹ ਪ੍ਰਗਟ ਹੋ ਜਾਂਦਾ in chapter 7, 7ਵੇਂ ਅਧਿਆਇ ਦੇ ਵਿੱਚ when 1,44,000 are being sealed, ਜਦੋਂ 1,44,000 ਉੱਤੇ ਮੋਹਰ ਲੱਗ ਰਹੀ ਹੈ this tribe pops up. ਅਚਾਨਕ ਇਹ ਗੋਤਰ ਸਾਹਮਣੇ ਆ ਜਾਂਦਾ ਹੈ And Brother Branham preaches this tribe in the seventh seal. ਭਾਈ ਬ੍ਰਾਨਮ ਨੇ ਇਸ ਗੋਤਰ ਨੂੰ 7ਵੀਂ ਮੋਹਰ ਵਿੱਚ ਪ੍ਰਚਾਰ ਕੀਤਾ Chapter 7. 7ਵੇਂ ਅਧਿਆਇ ਦੇ ਵਿੱਚ Now listen carefully. ਹੁਣ ਧਿਆਨ ਦੇ ਨਾਲ ਸੁਣੋ If you know the tribal order, ਔਰ ਜੇਕਰ ਤੁਸੀਂ ਐਕਸਕਿਊਜ਼ ਮੀ tribal order, ਜੇਕਰ ਤੁਸੀਂ ਗੋਤਰਾਂ ਦੀ ਉਸ ਕਰਮ ਨੂੰ ਜਾਣਦੇ ਹੋ Jacob had 12 sons. ਔਰ ਤੁਸੀਂ ਦੇਖੋ ਕਿ ਯਾਕੂਬ ਦੇ ਕੋਲ 12 ਪੁੱਤਰ ਹਨ And Joseph was number 11. ਔਰ ਯੂਸਫ 11ਵਾਂ ਹੈ And Benjamin was number 12. ਔਰ ਬਿੰਜਾਮਿਨ 12ਵਾਂ ਹੈ Is that right? ਕੀ ਇਹ ਠੀਕ ਹੈ God bless you. ਪ੍ਰਭੂ ਤੁਹਾਨੂੰ ਬਰਕਤ ਦੇਵੇ Then you find ਫਿਰ ਤੁਸੀਂ ਦੇਖਦੇ ਹੋ Joseph had 2 sons born to him. ਔਰ ਤੁਸੀਂ ਦੇਖੋ ਕਿ ਯੂਸਫ ਦੇ ਦੋ ਪੁੱਤਰ ਪੈਦਾ ਹੋਏ One is Manasseh, ਇੱਕ ਮਨਸ਼ਾ ਹੈ one is Ephraim. ਔਰ ਇੱਕ ਇਫਰਾਇਮ ਹੈ Now God took the 2 sons of Joseph ਹੁਣ ਖੁਦਾ ਨੇ
ਯੂਸਫ ਦੇ ਇਹਨਾਂ ਦੋ ਪੁੱਤਰਾਂ ਨੂੰ ਲੈ ਲਿਆ and included them in the tribes. ਔਰ ਉਹਨਾਂ ਨੂੰ ਗੋਤਰਾਂ ਦੇ ਵਿੱਚ ਜੋੜ ਦਿੱਤਾ। Now, if you include these two sons, ਜੇਕਰ ਤੁਸੀਂ ਇਹਨਾਂ ਦੋ ਗੋਤਰਾਂ ਨੂੰ ਮਨੱਸ਼ਾ ਤੇ ਇਫਰਾਇਮ ਨੂੰ ਜੋੜ ਦਿੰਦੇ ਹੋ, you don't take Joseph, ਤੁਸੀਂ ਯੂਸਫ ਨੂੰ ਨਾ ਲਓ but instead of Joseph, you take his two sons. ਔਰ ਯੂਸਫ ਦੇ ਬਦਲੇ ਤੁਸੀਂ ਉਹਦੇ ਦੋ ਪੁੱਤਰਾਂ ਨੂੰ ਲੈ ਲਓ, The number of tribes become from 12 to 13. ਤੇ ਗੋਤਰਾਂ ਦੀ ਗਿਣਤੀ 12 ਤੋਂ 13 ਹੋ ਜਾਂਦੀ ਹੈ। So what did God do? ਫਿਰ ਖੁਦਾ ਕੀ ਕਰ ਰਿਹਾ? He took out one tribe, ਉਹਨੇ ਇੱਕ ਗੋਤਰ ਨੂੰ ਬਾਹਰ ਲੈ ਲਿਆ and that is the tribe of Levi, ਔਰ ਇਹ ਲੇਵੀ ਦਾ ਗੋਤਰ ਹੈ who will do service in the temple. ਜੋ ਹੈਕਲ ਦੇ ਵਿੱਚ ਸੇਵਾ ਕਰੇਗਾ। And what remained? ਫਿਰ ਕਿੰਨੇ ਰਹਿ ਗਏ? 12. 12। Is that right? ਕੀ ਇਹ ਠੀਕ ਹੈ? Am I in the word? ਕੀ ਮੈਂ ਵਚਨ ਵਿੱਚ ਹਾਂ? Can you say amen? ਕੀ ਤੁਸੀਂ ਆਮੀਨ ਕਹਿ ਸਕਦੇ ਹੋ? God bless you. ਖੁਦਾ ਤੁਹਾਨੂੰ ਬਰਕਤ ਦੇਵੇ। So now we have 12. ਹੁਣ ਸਾਡੇ ਕੋਲ 12 ਹਨ। The name of Joseph is not there. ਯੂਸਫ ਦਾ ਨਾਮ ਉੱਥੇ ਨਹੀਂ ਹੈ Instead, his two sons. ਔਰ ਉਹਦੇ ਦੋ ਪੁੱਤਰਾਂ ਦੇ ਬਦਲੇ And Levi has been taken out ਔਰ ਲੇਵੀ ਵੀ ਉੱਥੇ ਨਹੀਂ ਹੈ because he's doing service in the temple. ਕਿਉਂਕਿ ਉਹਨੇ ਤੇ ਹੈਕਲ ਦੀ ਸੇਵਕਾਈ ਕਰਨੀ ਹੈ। Are you with me? ਕੀ ਤੁਸੀਂ ਮੇਰੇ ਨਾਲ ਹੋ? So we have just 12 now. ਔਰ ਹੁਣ ਸਾਡੇ ਕੋਲ 12 ਹਨ And these 12 sons, ਔਰ ਇਹ 12 ਪੁੱਤਰ who became 12 tribes, ਜੋ ਕਿ 12 ਗੋਤਰ ਠਹਿਰੇ, in the group of 3, ਤਿੰਨਾਂ ਦੇ ਗਰੁੱਪ ਵਿੱਚ, they are placed around the temple. ਔਰ ਇਹ ਹੈਕਲ ਦੇ ਆਲ ਦੁਆਲੇ ਹਨ। In the eastern side, ਐਕਸਕਿਊਜ਼ ਮੀ, eastern side, ਈਸਟਰਨ ਪੂਰਬ ਦੀ ਪਾਸੇ ਵੱਲ, where the gate was, ਔਰ ਉਧਰ ਗੇਟ ਸੀ from where a believer entered, ਜਿੱਧਰੋਂ ਦੀ ਵਿਸ਼ਵਾਸੀ ਐਂਟਰ ਕਰਦੇ ਹਨ, there were 3 tribes: ਔਰ ਉਧਰ 3 ਗੋਤਰ ਹਨ, Judah, ਯਹੂਦਾ Issachar, ਔਰ ਜਿਸ਼ਾਕਾਰ and Zabulun. ਔਰ ਜ਼ਬੂਲੂਨ। Then on the west side, और फिर पश्चिमी हिस्से दे वल, where the ark was, और जिधर संदूक सी, there are 3 tribes. उधर भी 3 गोत्र सन। And it's a very easy way to remember them. इन्हां नू बड़े सौखे तरीके नाल याद रखा जा सकदा। All those 3 belong to Rachel. और ये तिन्ने ही रीचल दे नाल संबंध रखते They हैं belong to Rachel's children. और ये रीचल दे बच्चे हैं। Rachel's children were placed in the west. और तुसी देखो रीचल दे बच्चे जो हैं ये पश्चिम वाल रखे गए। Manasseh, और मनश्शा, Ephraim, इफ्राइम, that came from Joseph, और ये यूसुफ वालों हैं, who came from Rachel. और ये रीचल तो हैं। Jacob and Rachel brought Joseph. और जकूब ते रीचल यूसुफ नु लेके आए। So Joseph's 2 sons, यूसुफ दे 2 बच्चे, Manasseh and Ephraim, मनश्शा ते इफ्राइम, and then the second son, Benjamin. और दूसरा बच्चा बिंजामिन। All those 3 are placed in the west. और ये जो 3 हैं ये पश्चिम वाल रखे गए। And on the south side, south, और दक्षिण वाल, it's Reuben, Simon, and Gad. और ये रूबेन, साइमन ते गाद हैं। And on the northern side, और नॉर्थ पासे वाल, it's Dan, Asher, and Naphtali. और दान, अशेर ते नफ्ताली हैं। On the east side is lion. और पूर्व वाल शेर है, On the west side is ox. पश्चिम वाल भेड़ का है, On the south is the man. और साउथ वाल मनुख है, And on the north is the eagle. और नॉर्थ वाल ईगल है, उकाब है। Now just see, और तुसी देखो where are Joseph's children placed? यूसुफ दे बच्चे किधर रखे गए? Not in the east. ए पूर्व वाल नहीं रखे गए, They are placed in the west. ए पश्चिम वाल रखे गए। Keep that in your mind. ए अपने दिमाग ਵਿੱਚ रखना है। Now what you find, ਹੁਣ ਤੁਸੀਂ ਦੇਖੋ, but when 1,44,000 are being sealed, और ਜਦੋਂ 1,44,000 ਉੱਤੇ ਮੋਹਰ ਲੱਗ ਰਹੀ ਹੈ, what you find is ਤੁਸੀਂ ਕੀ ਦੇਖਦੇ ਹੋ? Dan and Ephraim are missing. ਦਾਨ ਅਤੇ ਇਫਰਾਇਮ ਉੱਥੇ ਨਹੀਂ ਹਨ। So what happens? ਕੀ ਹੋਇਆ? Levi is brought. ਫਿਰ ਲੇਵੀ ਲੈ ਆਂਦਾ ਗਿਆ। As I said in the beginning of the message, ਜਿਵੇਂ ਕਿ ਮੈਂ ਮੈਸੇਜ ਦੀ ਸ਼ੁਰੂਆਤ ਵਿੱਚ ਤੁਹਾਨੂੰ ਦੱਸਿਆ ਸੀ, what happens to these 1,44,000 ਇਹਨਾਂ 1,44,000 ਨਾਲ ਕੀ ਹੋਇਆ? is the same that happens with a Gentile bride. ਜੋ ਉੱਥੇ ਹੋਇਆ ਉਹੀ ਇਸ ਯੁੱਗ ਦੀ ਦੁਲਹਨ ਨਾਲ ਹੋ ਰਿਹਾ ਹੈ। In the end time, ਅੰਤ ਸਮੇਂ ਦੇ ਵਿੱਚ when the sealing time comes, ਜਦੋਂ ਮੋਹਰ ਲਗਾਉਣ ਦਾ ਸਮਾਂ ਆਉਂਦਾ ਹੈ, Dan and Ephraim are missing.
ਦਾਨ ਅਤੇ ਇਫਰਾਇਮ ਉਥੇ ਨਹੀਂ ਹਨ। They are taken out. ਉਹ ਬਾਹਰ ਹਨ। They are kicked out from the ceiling. ਉਹ ਮੋਹਰ ਲੱਗਣ ਤੋਂ ਰਹਿਤ ਰਹਿ ਗਏ। But instead of that, ਇਹਦੇ ਬਦਲੇ ਵਿੱਚ now in the last days, ਇਹਨਾਂ ਅੰਤ ਦੇ ਦਿਨਾਂ ਵਿੱਚ some Levites are introduced. ਕੁਝ ਲੇਵੀ ਸਾਹਮਣੇ ਆ ਗਏ। What happened with the Gentile bride? ਇਸ ਅੰਤ ਪਰਾਈਆਂ ਕੌਮਾਂ ਦੀ ਦੁਲਹਨ ਨਾਲ ਕੀ ਹੋਇਆ? In the last days, ਅੰਤ ਦੇ ਦਿਨਾਂ ਵਿੱਚ there are some Levites. ਇੱਥੇ ਕੁਝ ਲੇਵੀ ਹਨ। There are some priests ਇੱਥੇ ਕੁਝ ਜਾਜਕ ਹਨ serving in the temple. ਜੋ ਹੈਕਲ ਦੀ ਸੇਵਕਾਈ ਕਰ ਰਹੇ ਹਨ। And from the word Levi और वचन लेवी जो है comes the English word levitation. और ये जो लेवी शब्द है अंग्रेजी दी लेविटेशन शब्द तो होता है। What is levitation? लेविटेशन का मतलब की है? It's opposite of gravitation. ये लेविटेशन शब्द जो है एक गुरुत्वाकर्षण दे विरोध विच है। Gravitation pulls you down. ग्रेविटेशन नीचे खींचता है। Levitation pulls you up. पर लेविटेशन ऊपर उठाता है। Who will be caught up? कौन ऊपर जाएगा? Some Levites, कुछ लेवी, some stones. कुछ पत्थर। Hallelujah. हालेलुया। In these last days, इन अंत दे दिनां will विच be picked up तुसी ऊपर चले जाओगे in the rapture. रैप्चर दे विच। Hallelujah. हालेलुया। Are we kings and priests? की तुसी राजा ते रानी हो? Are you the priesthood? की तुसी जाजक हो? Are you the priesthood of God? की तुसी खुदा दे जाजक हो? Are you the priest in the last days? की तुसी अंत दे दिनां दे जाजक हो? Can I see some Levites here? की मैं इथे कुछ जाजक वेख पा रहा हां? Hallelujah. मैन These Levites ए जाजक are going up. ए जा रहे हैं। Hallelujah. आमेन। When are they brought? एक्सक्यूज मी। When are these Levites brought? ए लेवी कदों आए? Just in the last hour. आखरी घड़ी दे विच। In the message of Moses and Elijah. मूसा ते एलिया दे संदेश दे दौरान When the last messenger comes, जदों आखरी दूत आया some leave. कुछ छड़ दिते गए But in their place, पर ओना दी जगह ते you came. पर तुसी आ गए। The last day bride. अंत दे दिनां दी दुल्हन। The last day Levites. आखरी दिनां दे लेवी Whom he will kick up. जो ऊपर चले जाएंगे। Hallelujah. आमेन। That's wonderful. Sit down, please. बैठ जाइए, बहुत अच्छी गल है। But now, पर हुण what about this tribe of Joseph? यूसुफ दे गोत्र दे बारे च की ख्याल है? What do you think about that? ਇਹਦੇ ਬਾਰੇ ਚ ਤੁਸੀਂ ਕੀ ਸੋਚਦੇ ਹੋ? That is a mystery ਇਹ ਇੱਕ ਭੇਤ ਹੈ throughout the Bible. ਸਾਰੀ ਬਾਈਬਲ ਦੇ ਵਿੱਚ। Throughout the Bible. ਸਾਰੀ ਬਾਈਬਲ ਦੇ ਵਿੱਚ You never find such a tribe. ਤੁਹਾਨੂੰ ਐਸਾ ਗੋਤਰ ਸਾਰੀ ਬਾਈਬਲ ਚ ਨਹੀਂ ਦਿਖਦਾ। From Genesis to Revelation. ਉਤਪਤ ਤੋਂ ਲੈ ਕੇ ਪ੍ਰਕਾਸ਼ਿਤ ਵਾਕਿਆ ਤੱਕ There's no mention of this tribe. ਇਸ ਗੋਤਰ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। Nowhere. ਕਿਤੇ ਵੀ ਨਹੀਂ। Suddenly, ਅਚਾਨਕ you find this word. ਅਚਾਨਕ ਇੱਕ ਵਚਨ ਤੁਹਾਨੂੰ ਮਿਲਦਾ ਹੈ। Tribe of Joseph. ਯੂਸੁਫ ਦਾ ਗੋਤਰ। Common understanding says, ਬੜੀ ਕਾਮਨ ਅਕਲ ਜਿਹੜੀ ਹੈ ਇਹ ਦੱਸਦੀ ਹੈ tribe of Joseph is Manasseh and Ephraim. ਕਿ ਸਧਾਰਨ ਸਮਝ ਜੋ ਹੈ ਦੱਸਦੀ ਹੈ ਕਿ ਜੋ ਯੂਸੁਫ ਦਾ ਗੋਤਰ ਹੈ ਉਹ ਮਨੱਸ਼ਾ ਤੇ ਇਫਰਾਇਮ ਹੀ ਹੈ। No, ਨਹੀਂ, it cannot be. ਇਹ ਨਹੀਂ ਹੋ ਸਕਦਾ। If the tribe of Joseph is Ephraim, then why is Ephraim kicked out? ਜੇਕਰ ਯੂਸੁਫ ਦਾ ਗੋਤਰ ਇਫਰਾਇਮ ਹੈ ਤੇ ਇਫਰਾਇਮ ਨੂੰ ਫਿਰ ਬਾਹਰ ਕਿਉਂ ਧੱਕ ਦਿੱਤਾ ਹੈ? And instead of that, Joseph is brought. ਉਹਦੇ ਬਦਲੇ ਚ ਫਿਰ ਯੂਸੁਫ ਨੂੰ ਲੈ ਕੇ ਆਂਦਾ ਹੈ। And if Manasseh is the tribe of Joseph, ਜੇਕਰ ਮਨੱਸ਼ਾ ਯੂਸੁਫ ਦਾ ਗੋਤਰ ਹੈ then when the sealing takes place, ਔਰ ਜਦੋਂ ਮੋਹਰ ਲੱਗਣੀ ਸ਼ੁਰੂ ਹੋਈ why is the name of Manasseh spoken separately and the name of Joseph spoken in a separate place? ਜਦੋਂ ਮੋਹਰ ਲੱਗਣੀ ਸ਼ੁਰੂ ਹੋਈ ਤੇ ਮਨੱਸ਼ਾ ਦਾ ਨਾਮ ਅਲੱਗ ਅਤੇ ਯੂਸੁਫ ਦਾ ਨਾਮ ਅਲੱਗ ਕਿਉਂ ਬੋਲਿਆ ਜਾ ਰਿਹਾ? Because they are two different tribes. ਕਿਉਂਕਿ ਉਹ ਦੋਨੋਂ ਵੱਖ ਗੋਤਰ ਹਨ। That is true. ਇਹ ਸੱਚ ਹੈ। But the problem is, ਪਰ ਸਮੱਸਿਆ ਇਹ ਹੈ oh brother, it has been a mystery. ਇਹ ਇੱਕ ਭੇਤ ਹੈ। That is true. ਇਹ ਸੱਚ ਹੈ। But in the days of the voice of the seventh angel, ਪਰ ਸੱਤਵੇਂ ਦੂਤ ਦੀ ਆਵਾਜ਼ ਦੇ ਦਿਨੀ all these mysteries will be revealed. ਸਾਰੇ ਭੇਤ ਖੁੱਲ ਜਾਣਗੇ। It will be revealed ਇਹ ਪ੍ਰਗਟ ਹੋ ਚੁੱਕਾ। what this tribe of Joseph is. ਯੂਸੁਫ ਦਾ ਗੋਤਰ ਹੈ ਕੀ?
And just as it happens in Israel, keep that principle in your mind, ਇਹ ਸਿਧਾਂਤ ਆਪਣੇ ਦਿਮਾਗ 'ਚ ਰੱਖੋ, ਜੋ ਕੁਝ ਉੱਥੇ ਹੋਇਆ is the same pattern that happens here. ਉਹੀ ਵਿਧੀ ਇੱਥੇ ਵਾਪਰੇਗੀ। That's a shadow. ਉਹ ਇੱਕ ਪਰਛਾਈ ਹੈ, This is a reality. ਇਹ ਹਕੀਕਤ ਹੈ। Now, ਹੁਣ turn with me in your Bibles to the book of Genesis. ਮੇਰੇ ਨਾਲ ਉਤਪਤੀ ਕਿਤਾਬ ਵਿੱਚ ਚੱਲੋ। And we'll read a scripture here. ਅਸੀਂ ਆ ਵਚਨ ਨੂੰ ਪੜ੍ਹਦੇ ਹਾਂ। Genesis chapter 48. ਉਤਪਤ 48ਵਾਂ ਅਧਿਆਇ। And we are going to read from verse 1 to verse 6 or 7. ਔਰ ਅਸੀਂ 1 ਤੋਂ ਲੈ ਕੇ 7ਵੀਂ ਆਇਤ ਤੱਕ ਪੜ੍ਹ ਦਵਾਂਗੇ। And I'm also reading it, and brother will also read in Punjabi. And it came to pass after these things that one told Joseph, behold, thy father is sick. And he took with him his 2 sons, Manasseh and Ephraim. ਇਹਨਾਂ ਗੱਲਾਂ ਦੇ ਪਿੱਛੋਂ ਐਉਂ ਹੋਇਆ ਕਿ ਕਿਸੇ ਨੇ ਯੂਸਫ ਨੂੰ ਆਖਿਆ ਕਿ ਵੇਖੋ ਤੁਹਾਡਾ ਪਿਤਾ ਬਿਮਾਰ ਹੈ, ਤਾਂ ਉਸਨੇ ਆਪਣੇ ਦੋਹਾਂ ਪੁੱਤਰਾਂ ਮਨੱਸ਼ਾ ਔਰ ਇਫਰਾਇਮ ਨੂੰ ਆਪਣੇ ਸੰਗ ਲਿਆ। And one told Jacob and said, behold, thy son Joseph cometh unto thee, and Israel strengthened himself and sat upon the bed. ਕਿਸੇ ਨੇ ਯਾਕੂਬ ਨੂੰ ਦੱਸਿਆ ਕਿ ਵੇਖੋ ਤੁਹਾਡਾ ਪੁੱਤਰ ਯੂਸਫ ਤੁਹਾਡੇ ਕੋਲ ਆਉਂਦਾ ਹੈ, ਤਾਂ ਇਸਰਾਇਲ ਆਪਣੇ ਤਾਈਂ ਤਗੜਾ ਕਰਕੇ ਆਪਣੇ ਮੰਜੇ ਉੱਤੇ ਬੈਠ ਗਿਆ। And Jacob said unto Joseph, God Almighty appeared unto me at Luz in the land of Canaan and blessed me. ਯਾਕੂਬ ਨੇ ਯੂਸਫ ਨੂੰ ਆਖਿਆ ਸਰਬਸ਼ਕਤੀਮਾਨ ਖੁਦਾ ਨੇ ਮੈਨੂੰ ਕਨਾਨ ਦੇਸ਼ ਵਿੱਚ ਲੂਜ਼ ਕੋਲ ਦਰਸ਼ਨ ਦਿੱਤਾ ਤੇ ਮੈਨੂੰ ਬਰਕਤ ਦਿੱਤੀ। And said unto me, behold, I will make thee fruitful and multiply thee, and I'll make of thee a multitude of people, and will give this land to thy seed after thee for an everlasting possession. ਔਰ ਮੈਨੂੰ ਆਖਿਆ ਕਿ ਵੇਖ ਮੈਂ ਤੈਨੂੰ ਫਲਵੰਤ ਕਰਾਂਗਾ ਔਰ ਤੈਨੂੰ ਵਧਾਵਾਂਗਾ ਔਰ ਤੇਥੋਂ ਢੇਰ ਸਾਰੀਆਂ ਕੌਮਾਂ ਬਣਾਵਾਂਗਾ ਤੇ ਤੇਰੇ ਮਗਰੋਂ ਇਹ ਦੇਸ਼ ਸਦਾ ਲਈ ਤੇਰੀ ਅੰਸ਼ ਦੀ ਮਿਲਕ ਕਰਾਂਗਾ। Verse 5. ਪੰਜਵੀਂ ਆਇਤ। And now thy 2 sons, Ephraim and Manasseh, which were born unto thee in the land of Egypt, before I came unto thee into Egypt, are mine. ਹੁਣ ਤੇਰੇ 2 ਪੁੱਤਰ ਜਿਹੜੇ ਤੇਥੋਂ ਮਿਸਰ ਦੇਸ਼ ਵਿੱਚ ਮਿਸਰ ਵਿੱਚ ਤੇਰੇ ਕੋਲ ਆਉਣ ਤੋਂ ਪਹਿਲਾਂ ਜੰਮੇ ਮੇਰੇ ਹਨ। Jacob is saying, ਯਾਕੂਬ ਕਹਿ ਰਿਹਾ ਹੈ, Joseph, ਯੂਸਫ, these 2 sons, ਇਹ 2 ਪੁੱਤਰ Manasseh and Ephraim, ਮਨੱਸ਼ਾ ਤੇ ਇਫਰਾਇਮ are not just your sons. ਇਹ ਤੇਰੇ ਹੀ ਪੁੱਤਰ ਨਹੀਂ ਹਨ, I take them. ਇਹ ਮੈਂ ਲੈ ਲਏ ਹਨ। And it says, ਉਹ ਕਹਿੰਦਾ ਹੈ they are mine. ਇਹ ਮੇਰੇ ਹਨ। As Reuben and Simon, they shall be mine. ਜਿਵੇਂ ਰੂਬੇਨ ਅਤੇ ਸ਼ਮੌਨ ਮੇਰੇ ਹਨ, So Manasseh and Ephraim are mine. ਮਨੱਸ਼ਾ ਤੇ ਇਫਰਾਇਮ ਵੀ ਮੇਰੇ ਹਨ। What is God doing here? ਖੁਦਾ ਇੱਥੇ ਕੀ ਕਰ ਰਿਹਾ ਹੈ? Through Jacob, ਯਾਕੂਬ ਦੇ ਦੁਆਰਾ he is including Manasseh and Ephraim in the 12 tribes. ਖੁਦਾ ਯਾਕੂਬ ਦੇ ਦੁਆਰਾ ਮਨੱਸ਼ਾ ਤੇ ਇਫਰਾਇਮ ਨੂੰ 12 ਗੋਤਰਾਂ ਵਿੱਚ ਜੋੜ ਰਿਹਾ ਹੈ। Is this much clear? ਕੀ ਇਹ ਸਾਫ਼ ਹੋ ਗਿਆ? Now comes verse 6. ਹੁਣ 6ਵੀਂ ਆਇਤ ਆਉਂਦੀ ਹੈ। And thy issue which thou begettest after them shall be thine. ਅਤੇ ਉਹਨਾਂ ਦੇ ਪਿੱਛੋਂ ਜਿਹੜੀ ਅੰਸ਼ ਤੇਥੋਂ ਜੰਮੇਗੀ ਉਹ ਤੇਰੀ ਹੋਵੇਗੀ। This is the Bible. ਇਹ ਬਾਈਬਲ ਹੈ। The children born after Manasseh and Ephraim, ਜੋ ਬੱਚੇ ਮਨੱਸ਼ਾ ਤੇ ਇਫਰਾਇਮ ਤੋਂ ਪੈਦਾ ਹੋਏ, after them, ਉਹਨਾਂ ਤੋਂ ਬਾਅਦ they will belong to Joseph. ਉਹ ਯੂਸਫ ਦੇ ਹੋਣਗੇ। They are the tribe of Joseph. ਉਹ ਯੂਸਫ ਦਾ ਗੋਤਰ ਕਹਿਲਾਉਣਗੇ। They belong to Joseph. ਉਹ ਯੂਸਫ ਦੇ ਹਨ। Now the question is, ਹੁਣ ਪ੍ਰਸ਼ਨ ਇਹ ਹੈ, do you find any such names of Joseph's sons ਕੀ ਤੁਸੀਂ ਯੂਸਫ ਦੇ ਪੁੱਤਰਾਂ ਦਾ ਇਸ ਤਰ੍ਹਾਂ ਦਾ ਕੋਈ ਨਾਮ ਹੋਰ ਲੱਭਦੇ ਹੋ who are born after Manasseh and Ephraim? ਜੋ ਕਿ ਮਨੱਸ਼ਾ ਤੇ ਇਫਰਾਇਮ ਤੋਂ ਬਾਅਦ ਪੈਦਾ ਹੋਏ? You don't find them in the Bible. ਤੁਹਾਨੂੰ ਬਾਈਬਲ ਵਿੱਚ ਕਿਤੇ ਨਹੀਂ ਲੱਭਦੇ। You know why? ਕਿਉਂ? They are between the lines. ਕਿਉਂਕਿ ਉਹ ਲਾਈਨ ਦੇ ਵਿੱਚ ਹਨ।
They are not written. ਉਹ ਲਿਖੇ ਨਹੀਂ ਗਏ, They are hidden. ਉਹ ਛੁਪੇ ਹੋਏ ਹਨ, They have been hidden ਉਹ ਛੁਪੇ ਹੋਏ ਹਨ। from Genesis to Revelation. ਉਹ ਉਤਪਤ ਤੋਂ ਲੈ ਕੇ ਪ੍ਰਕਾਸ਼ਿਤ ਵਾਕਿਆ ਤੱਕ In the same way, ਉਸੇ ਤਰੀਕੇ ਨਾਲ you and I, ਤੁਸੀਂ ਤੇ ਮੈਂ, our names are not written in the Bible. ਸਾਡੇ ਨਾਮ ਇਸ ਬਾਈਬਲ ਵਿੱਚ ਨਹੀਂ ਲਿਖੇ ਗਏ, Yet, ਪਰ ਫਿਰ ਵੀ we are hidden in the Bible. ਅਸੀਂ ਬਾਈਬਲ ਵਿੱਚ ਛੁਪੇ ਹੋਏ ਹਾਂ। Who is Joseph? ਯੂਸਫ ਕੌਣ ਹੈ? Christ, ਮਸੀਹ, tribe of Joseph. ਮਸੀਹ ਯੂਸਫ ਦਾ ਗੋਤਰ। Just as there's a tribe of Joseph there, ਜਿਸ ਤਰ੍ਹਾਂ ਕਿ ਯੂਸਫ ਦਾ ਗੋਤਰ ਉੱਥੇ ਪ੍ਰਗਟ ਹੋ ਰਿਹਾ ਹੈ, there's a tribe of Joseph here. ਇਹ ਵੀ ਯੂਸਫ ਦਾ ਗੋਤਰ ਹੈ। This is the bride of Jesus Christ. ਇਹ ਯਿਸੂ ਮਸੀਹ ਦੀ ਦੁਲਹਨ ਹੈ। Children born. ਇਹ ਪੈਦਾ ਹੋਏ ਬੱਚੇ ਹਨ। And the Bible says, ਬਾਈਬਲ ਆਖਦੀ ਹੈ, and thy issue, which thou begettest after them, ਔਰ ਉਹ ਬੱਚੇ ਜੋ ਇਹ ਤੋਂ ਬਾਅਦ ਪੈਦਾ ਹੋਣਗੇ, shall be thine. ਇਹ ਤੇਰੇ ਕਹਿਲਾਉਣਗੇ। But, ਪਰ and shall be called after the name of their brethren in their inheritance. When the time comes to give the inheritance, excuse me, let me read you can read it, brother. which verse? This is verse, I think 6, yes. ਅਤੇ ਉਹਨਾਂ ਦੇ ਪਿੱਛੋਂ ਜਿਹੜੀ ਅੰਸ਼ ਤੇਥੋਂ ਜੰਮੇਗੀ ਉਹ ਤੇਰੀ ਹੋਵੇਗੀ, ਉਹ ਆਪਣੀ ਮਿਲਖ ਵਿੱਚ ਆਪਣੇ ਭਰਾਵਾਂ ਦੇ ਨਾਂ ਤੋਂ ਪੁਕਾਰੀ ਜਾਵੇਗੀ। Try to understand that. ਇਸ ਗੱਲ ਨੂੰ ਸਮਝੋ। I am hiding them under Manasseh and Ephraim. ਮੈਂ ਇਹਨਾਂ ਨੂੰ ਮਨੱਸ਼ਾ ਅਤੇ ਇਫਰਾਇਮ ਦੇ ਹੇਠਾਂ ਛੁਪਾ ਰਿਹਾ ਹਾਂ। Your other sons, ਤੇਰੇ ਦੂਸਰੇ ਪੁੱਤਰ, when inheritance is given, ਔਰ ਜਦੋਂ ਇਨਹੈਰੀਟੈਂਸ ਮਲਕੀਅਤ ਵਿਰਾਸਤ ਦਿੱਤੀ ਗਈ, and it will be, the land will be divided, ਔਰ ਜਦੋਂ ਧਰਤੀ ਵੰਡ ਕੇ ਦਿੱਤੀ ਗਈ, and that this will be said, this land belongs to Manasseh, this land belongs to Ephraim, ਔਰ ਇਹ ਕਿਹਾ ਗਿਆ ਕਿ ਇਹ ਧਰਤੀ ਮਨੱਸ਼ਾ ਦੀ ਹੈ, ਉਹ ਧਰਤੀ ਇਫਰਾਇਮ ਦੀ ਹੈ, which is a double portion, ਜੋ ਕਿ ਦੋਹਰਾ ਹਿੱਸਾ ਹੈ, because Joseph received a double portion. ਕਿਉਂਕਿ ਯੂਸਫ ਦੇ ਕੋਲ ਦੋਹਰਾ ਹਿੱਸਾ ਹੈ। Is that right? ਕੀ ਇਹ ਠੀਕ ਹੈ? These other sons, ਇਹ ਦੂਸਰੇ ਪੁੱਤਰ ਹਨ, hidden sons, ਇਹ ਗੁਪਤ ਸਨ ਹਨ, hidden names, ਇਹ ਗੁਪਤ ਨਾਮ ਹਨ, under the name of Manasseh and Ephraim, will receive their inheritance. ਔਰ ਮਨੱਸ਼ਾ ਅਤੇ ਇਫਰਾਇਮ ਦੇ ਨੀਚੇ ਛੁਪੇ ਹੋਏ ਪੁੱਤਰ ਹਨ। Hallelujah. ਹਾਲੇਲੂਇਆ। But in the end time, ਪਰ ਅੰਤ ਸਮੇਂ ਦੇ ਵਿੱਚ, when Ephraim is taken away, ਔਰ ਜਦੋਂ ਇਫਰਾਇਮ ਬਾਹਰ ਲੈ ਲਿਆ ਗਿਆ, these other sons, ਇਹ ਦੂਸਰੇ ਪੁੱਤਰ whose record is not there, ਜਿਨ੍ਹਾਂ ਦਾ ਰਿਕਾਰਡ ਇੱਥੇ ਨਹੀਂ ਹੈ, who are hidden in the Bible, ਜੋ ਬਾਈਬਲ ਵਿੱਚ ਛੁਪੇ ਹੋਏ ਹਨ, they pop up in the last days. ਉਹ ਅੰਤ ਦੇ ਦਿਨਾਂ ਵਿੱਚ ਪ੍ਰਗਟ ਹੋਣਗੇ। Where was your gene? ਇਹ ਉਹ ਜੀਨ ਕਿੱਥੋਂ ਆਇਆ? I'm saying, where was your genes? ਤੁਹਾਡਾ ਜੀਨ ਕਿੱਥੇ ਸੀ? It was hiding in Paul. ਇਹ ਤਾਂ ਪੌਲ ਦੇ ਵਿੱਚ ਛੁਪਿਆ ਹੋਇਆ ਸੀ। It was hiding in Irenaeus. ਇਹ ਇਰੇਨੀਅਸ ਵਿੱਚ ਛੁਪਿਆ ਹੋਇਆ It was ਸੀ। hiding in Martin. ਇਹ ਮਾਰਟਿਨ ਵਿੱਚ ਸੀ। It was hiding in Columba. ਇਹ ਕੁਲੰਬਾ ਵਿੱਚ ਸੀ। It was hiding in Luther. ਇਹ ਲੂਥਰ ਵਿੱਚ ਸੀ। It was hiding in Wesley. ਇਹ ਵੈਸਲੀ ਵਿੱਚ ਸੀ। It was hiding in William Branham. ਇਹ ਬ੍ਰੈਨਮ ਦੇ ਵਿੱਚ ਸੀ। But at the end of the seventh church age, ਪਰ ਸੱਤਾਂ ਯੁੱਗਾਂ ਤੋਂ ਬਾਅਦ what happened? ਕੀ ਹੋਇਆ? These genes came in manifestation. ਇਹ ਜੀਨ ਪ੍ਰਗਟ ਹੋ ਗਏ ਦੇ ਵਿੱਚ। Who are these genes? ਇਹ ਜੀਨ ਕਿੱਥੋਂ ਆਏ? Rapture genes. ਇਹ ਰੈਪਚਰ ਜੀਨ ਹੈ। These genes go in the rapture. ਇਹ ਜੀਨ ਰੈਪਚਰ ਵਿੱਚ ਚਲਾ ਜਾਏਗਾ। So, ਇਸ ਲਈ what is this tribe of Joseph? ਇਹ ਯੂਸਫ ਦਾ ਗੋਤਰ ਕੀ ਹੈ? Certain names ਕੁਝ ਖਾਸ ਨਾਮ other than Manasseh and Ephraim, ਮਨੱਸ਼ਾ ਤੇ ਇਫਰਾਇਮ ਤੋਂ ਬਾਅਦ, whose names are not in the record, ਜੋ ਕਿ ਰਿਕਾਰਡ ਵਿੱਚ ਨਾਮ ਨਹੀਂ ਹਨ, but are hidden under their brothers' names. ਪਰ ਉਹ ਨਾਮ ਆਪਣੇ ਭਾਈਆਂ ਦੇ ਨਾਮ ਦੇ ਥੱਲੇ ਲਿਖੇ ਹੋਏ ਹਨ। Maybe people don't look much on them. ਬਹੁਤ ਸਾਰੇ ਲੋਕ ਇਹਦੇ ਉੱਤੇ ਬਹੁਤ ਜ਼ਿਆਦਾ ਧਿਆਨ ਨਹੀਂ ਦਿੰਦੇ, They are some nobodies. ਔਰ ਉਹ ਸੋਚਦੇ ਹਨ ਕਿ ਕੁਝ ਨਹੀਂ ਹਨ, But these are not nobodies. ਪਰ ਇਹ ਕੁਝ ਵੀ ਨਹੀਂ ਹਨ। They are not just nobodies. ਇਹ ਐਵੇਂ ਨਹੀਂ ਹਨ। They are the tribe of Joseph. ਇਹ
ਯੂਸਫ ਦਾ ਗੋਤਰ ਹਨ। And in this last age, ਇਹ ਅੰਤ ਦੇ ਦਿਨਾਂ ਵਿੱਚ when God kicks out Nicolaitans, ਔਰ ਜਦੋਂ ਉਹਨੇ ਨਿਕੋਲਾਈਆਂ ਨੂੰ ਕਿੱਕ ਮਾਰ ਕੇ ਬਾਹਰ ਕੱਢ ਦਿੱਤਾ, God said, I'll give you a place. ਖੁਦਾ ਨੇ ਕਿਹਾ ਮੈਂ ਤੁਹਾਨੂੰ ਇੱਕ ਜਗ੍ਹਾ ਦਵਾਂਗਾ। Where? ਕਿੱਥੇ? Not in the base of the pyramid. ਉਹਨੇ ਪਿਰਾਮਿਡ ਦੇ ਹੇਠਾਂ ਨਹੀਂ ਦਿੱਤੀ ਜਗ੍ਹਾ, Not in the church ages. ਉਹਨੇ ਚਰਚ ਯੁੱਗਾਂ ਵਿੱਚ ਨਹੀਂ ਦਿੱਤੀ, Not with the rest of the tribes. ਔਰ ਉਹਨੇ ਗੋਤਰਾਂ ਦੇ ਨਾਲ ਨਹੀਂ ਜਗ੍ਹਾ ਦਿੱਤੀ, A special place ਉਹਨੇ ਇੱਕ ਖਾਸ ਜਗ੍ਹਾ ਦਿੱਤੀ ਹੈ। in the gap ਉਹਨੇ ਇੱਕ ਗੈਪ ਦੇ ਵਿੱਚ ਜਗ੍ਹਾ ਦਿੱਤੀ between ਹੈ, capstone and the pyramid. ਪਿਰਾਮਿਡ ਤੇ ਕੈਪਸਟੋਨ ਦੇ ਵਿਚਕਾਰ। Amen. Hallelujah. ਹਾਲੇਲੂਇਆ। In that gap, ਉਸ ਗੈਪ ਦੇ ਵਿੱਚ which is called the Holy Spirit, ਜੋ ਕਿ ਪਵਿੱਤਰ ਆਤਮਾ ਹੈ, where nothing is more written, ਔਰ ਉਥੋਂ ਤੋਂ ਐਕਸਕਿਊਜ਼ ਮੀ, where nothing more is written. ਔਰ ਇਹ ਤੋਂ ਬਾਅਦ ਹੋਰ ਕੁਝ ਨਹੀਂ ਲਿਖਿਆ। It's a mystery. ਇਹ ਭੇਤ ਹੈ, That's where the bride pops up. ਔਰ ਇੱਥੇ ਦੁਲਹਨ ਆਉਂਦੀ ਹੈ, This bride comes up in the last days. ਔਰ ਅੰਤ ਦੇ ਦਿਨਾਂ ਵਿੱਚ ਦੁਲਹਨ ਇੱਥੇ ਪਹੁੰਚਦੀ ਹੈ। You have always heard this statement. ਤੁਸੀਂ ਹਮੇਸ਼ਾ ਇਸ ਸਟੇਟਮੈਂਟ ਨੂੰ ਸੁਣਦੇ ਹੋ, When a superman comes, ਜਦੋਂ ਉਹ ਸੁਪਰਮੈਨ ਆਉਂਦਾ ਹੈ, who's just an ordinary man, ਜੋ ਕਿ ਇੱਕ ਸਧਾਰਨ ਮਨੁੱਖ ਹੈ, people say, ਲੋਕ ਕਹਿੰਦੇ ਹਨ, where had he been hiding all this while? ਉਹ ਇਹ ਇੰਨੇ ਚਿਰ ਤੋਂ ਕਿੱਥੇ ਛੁਪਿਆ ਹੋਇਆ ਸੀ। In this last day, ਅੰਤ ਦੇ ਦਿਨਾਂ ਵਿੱਚ when a super church comes, ਜਦੋਂ ਸੁਪਰ ਚਰਚ ਆਏਗਾ, a super race comes, ਜਦੋਂ ਸੁਪਰ ਜਾਤੀ ਆਏਗੀ, people will think, ਲੋਕ ਸੋਚਣਗੇ where have they been all this while? ਇਹ ਇੰਨੇ ਚਿਰ ਤੋਂ ਕਿੱਥੇ ਛੁਪੇ ਹੋਏ ਸੀ। They were hiding in the Bible. ਇਹ ਬਾਈਬਲ ਵਿੱਚ ਛੁਪੇ ਹੋਏ ਸੀ। They were hiding from Genesis to Revelation. ਉਹ ਪ੍ਰਕਾਸ਼ ਉਤਪਤ ਤੋਂ ਲੈ ਕੇ ਪ੍ਰਕਾਸ਼ਿਤ ਵਾਕਿਆ ਤੱਕ ਛੁਪੇ ਹੋਏ ਸਨ। Your name ਤੁਹਾਡੇ ਨਾਮ was hiding under Abraham. ਅਬਰਾਹਮ ਦੇ ਥੱਲੇ ਤੁਹਾਡੇ ਨਾਮ ਛੁਪੇ ਹੋਏ ਸਨ। When Abraham's body changed, ਜਦੋਂ ਅਬਰਾਹਮ ਦੀ ਦੇਹ ਬਦਲ ਗਈ, that was his inheritance. ਇਹ ਤਾਂ ਉਹਦੀ ਮਲਕੀਅਤ ਸੀ। These other sons ਇਹ ਜੋ ਦੂਸਰੇ ਪੁੱਤਰ ਹਨ, received that inheritance. ਉਸੇ ਮਲਕੀਅਤ ਨੂੰ ਇਹਨਾਂ ਨੇ ਵੀ ਗ੍ਰਹਿਣ ਕੀਤਾ। The royal seed of Abraham. ਇਹ ਰਾਜਸੀ ਵੰਸ਼ ਹੈ ਅਬਰਾਹਮ ਦਾ। When he went to Mount Moriah ਔਰ ਜਦੋਂ ਮੋਰੀਆ ਪਹਾੜ ਉੱਤੇ ਹੋ ਗਿਆ, and the knife was stretched on Isaac, ਔਰ ਜਦੋਂ ਉਹ ਛੁਰੀ ਇਸਹਾਕ ਉੱਤੇ ਲੱਗਣ ਵਾਲੀ ਸੀ, he was about to die. ਔਰ ਉਹ ਮਰਨ ਵਾਲਾ ਸੀ, An angel came. ਇੱਕ ਦੂਤ ਆਇਆ, He stopped the hand. ਔਰ ਉਹਨੇ ਉਸ ਹੱਥ ਨੂੰ ਰੋਕਿਆ, Death passed over ਔਰ ਮੌਤ ਲੰਘ ਗਈ over Isaac. ਇਸਹਾਕ ਦੇ ਉੱਪਰੋਂ। True, that is true. ਇਹ ਸੱਚ ਹੈ। But when that was happening, ਪਰ ਜਦੋਂ ਇਸ ਤਰ੍ਹਾਂ ਹੋ ਰਿਹਾ ਸੀ, there were some other names ਪਰ ਉੱਥੇ ਕੁਝ ਹੋਰ ਨਾਮ ਸਨ hiding under Isaac. ਇਸਹਾਕ ਦੇ ਥੱਲੇ। And that was you and me. ਇਹ ਤੁਸੀਂ ਤੇ ਮੈਂ ਸੀ। That Jehovah Jireh ਇਹ ਯਹੋਵਾ ਜ਼ਿਰੇ ਹੈ। doesn't only belong to Isaac. ਇਹ ਸਿਰਫ ਇਸਹਾਕ ਦਾ ਖੁਦਾ ਨਹੀਂ ਹੈ, He belongs to you and me. ਇਹ ਤੁਹਾਡਾ ਤੇ ਮੇਰਾ ਵੀ ਖੁਦਾ ਹੈ। Hey. ਆਮੇਨ। Good evening. ਆਮੇਨ। Good evening. ਗੁੱਡ ਈਵਨਿੰਗ। The Bible says, ਬਾਈਬਲ ਆਖਦੀ ਹੈ, when Abraham gave tithes to Melchizedek, ਜਦੋਂ ਅਬਰਾਹਮ ਨੇ ਮਲਕੀਸਦਿਕ ਨੂੰ ਆਪਣਾ ਦਸ਼ਵੰਧ ਦਿੱਤਾ, Levi, his son, gave tithes to Melchizedek sitting in Abraham. ਉਹਨੇ ਕਿਹਾ ਕਿ ਲੇਵੀ ਨੇ ਵੀ ਅਬਰਾਹਮ ਦੇ ਵਿੱਚੋਂ ਦੀ ਆਪਣਾ ਦਸ਼ਵੰਧ ਦਿੱਤਾ। Levi. ਲੇਵੀ। Where was Joseph at that time? ਯੂਸਫ ਉਸ ਸਮੇਂ ਕਿੱਥੇ ਸੀ? I know Levi was in Abraham. ਜੇਕਰ ਲੇਵੀ ਯੂਸਫ ਦੇ ਵਿੱਚ ਹੈ, Where was Joseph at that time? ਫਿਰ ਯੂਸਫ ਕਿੱਥੇ ਹੈ? In Abraham. ਇਹ ਵੀ ਅਬਰਾਹਮ ਦੇ ਵਿੱਚ ਹੀ ਹੈ। That means there were some other sons ਫਿਰ ਉਹਦੇ ਕੁਝ ਦੂਸਰੇ ਪੁੱਤਰ ਵੀ ਹਨ, whose names are not written, ਜਿਨ੍ਹਾਂ ਦੇ ਨਾਮ ਇੱਥੇ ਨਹੀਂ ਲਿਖੇ ਹੋਏ, who saw Melchizedek, ਜਿਨ੍ਹਾਂ ਨੂੰ ਮਲਕੀਸਦਿਕ ਨੇ ਵੇਖਿਆ, who partook the bread and wine. ਜਿਨ੍ਹਾਂ ਦੇ ਲਈ ਮਲਕੀਸਦਿਕ ਨੇ ਬ੍ਰੈਡ ਔਰ ਰੋਟੀ ਅਤੇ ਦਾਖਰਸ ਦਿੱਤੀ। Is that right? ਕੀ ਇਹ ਠੀਕ ਹੈ? And suddenly, ਅਚਾਨਕ in this last days, ਇਨ ਅੰਤ ਦੇ ਦਿਨਾਂ ਵਿੱਚ those other sons, ਦੂਸਰੇ ਪੁੱਤਰ ਵੀ ਪ੍ਰਗਟ ਹੋਏ, the hidden names, ਜਿਨ੍ਹਾਂ ਦੇ ਨਾਮ ਗੁਪਤ ਸਨ, popped up. ਅਚਾਨਕ ਉੱਪਰ ਆ ਗਏ। Hey, ਮੈਨ, where does this name come from? ਇਹ ਨਾਮ ਕਿੱਥੋਂ This ਪ੍ਰਗਟ name ਹੋਇਆ? come from? ਇਹ ਨਾਮ ਕਿੱਥੋਂ ਆਏ This ਹਨ? name come from? ਇਹ ਨਾਮ ਕਿੱਥੋਂ ਆਏ This ਹਨ? name, this name. ਇਹ ਨਾਮ, ਉਹ ਨਾਮ। Do you find the name Bhupinder in the Bible? ਤੁਸੀਂ ਬਾਈਬਲ ਵਿੱਚ ਭੁਪਿੰਦਰ ਨਾਮ ਲੱਭ ਸਕਦੇ ਹੋ? Do you find the name Robin in the Bible? ਕੀ ਰੋਬਿਨ ਨਾਮ ਬਾਈਬਲ ਵਿੱਚ ਹੈ? Do you find the name Ashok in the Bible? ਕੀ ਅਸ਼ੋਕ ਨਾਮ ਬਾਈਬਲ ਵਿੱਚ ਹੈ? Do you find Brother Surindar's name in the Bible like that? ਕੀ ਸੁਰਿੰਦਰ ਨਾਮ ਬਾਈਬਲ ਵਿੱਚ ਹੈ? Ashish in the Bible just like ਕੀ that? ਆਸ਼ੀਸ਼ ਬਾਈਬਲ ਦੇ ਵਿੱਚ ਹੈ? Yet we were hidden. ਪਰ ਫਿਰ ਵੀ ਅਸੀਂ ਵਿੱਚ ਸੀ। Those are those people ਇਹ ਉਹ ਲੋਕ ਹਨ whose names are hidden.
ਇਹ ਉਹ ਲੋਕ ਹਨ ਜੋ ਇੱਥੇ ਗੁਪਤ ਸਨ। Names hidden some under some other names. ਨਾਮ ਜੋ ਦੂਜੇ ਨਾਮਾਂ ਦੇ ਥੱਲੇ ਛੁਪੇ ਹੋਏ ਸਨ। Names hidden under other names. ਨਾਮ ਜੋ ਦੂਜੇ ਨਾਮਾਂ ਦੇ ਥੱਲੇ ਛੁਪੇ ਹੋਏ ਸਨ। That a sister can say, ਕੀ ਭੈਣਾਂ ਵੀ ਕਹਿ ਸਕਦੀਆਂ ਹਨ, that is not Ruth, ਇਹ ਰੂਥ ਨਹੀਂ ਹੈ, that is me. ਇਹ ਮੈਂ ਹਾਂ। That is not Rebecca, ਔਰ ਰਬੇਕਾ ਨਹੀਂ ਹੈ, that is me. ਇਹ ਤੇ ਮੈਂ ਹਾਂ। You can say, ਤੁਸੀਂ ਕਹਿ ਸਕਦੇ ਹੋ, that is not Ezekiel, ਉਹ ਤੇ ਇੱਕ ਹਿਜ਼ਕੀਏਲ ਹੈ, that is me. ਇਹ ਤੇ ਮੈਂ ਹਾਂ। That is not Isaiah, ਉਹ ਜਸ਼ਾਇਆ ਨਹੀਂ ਹੈ, that is me. ਇਹ ਉਹ ਮੈਂ ਹਾਂ। My name was hiding there. ਮੇਰਾ ਨਾਮ ਉੱਥੇ ਛੁਪਿਆ ਹੋਇਆ ਹੈ, My name was hiding in that name. ਮੇਰਾ ਨਾਮ ਉੱਥੇ ਛੁਪਿਆ ਹੋਇਆ ਹੈ। We are those hidden names. Amen. ਸਾਡੇ ਨਾਮ ਉੱਥੇ ਛੁਪੇ ਹੋਏ ਸਨ, Hidden in the Bible. ਬਾਈਬਲ ਵਿੱਚ ਛੁਪੇ ਹੋਏ ਸਨ। So, ਇਸ ਲਈ if they are not written in the Bible ਜੇਕਰ ਬਾਈਬਲ ਵਿੱਚ ਨਹੀਂ ਲਿਖੇ ਗਏ and are hidden in the Bible, ਪਰ ਬਾਈਬਲ ਵਿੱਚ ਛੁਪੇ ਹੋਏ ਸਨ, they have to be in the thunders. Okay. ਲੈਟ ਮੀ ਟ੍ਰਾਂਸਲੇਟ। Yes, brother. ਜੇਕਰ ਇਹ ਨਾਮ ਲਿਖੇ ਨਹੀਂ ਗਏ ਤੇ ਇਹ ਛੁਪੇ ਹੋਏ ਹਨ। ਜੇ ਇਹ ਛੁਪੇ ਹੋਏ ਹਨ ਤੇ ਕਿੱਥੇ ਹਨ? ਗਰਜਾਂ ਦੇ ਥੱਲੇ, Which were not written in the Bible, ਜੋ ਕਿ ਬਾਈਬਲ ਵਿੱਚ ਲਿਖੀਆਂ ਨਹੀਂ ਗਈਆਂ, but were hidden in the Bible. ਪਰ ਇਹ ਬਾਈਬਲ ਵਿੱਚ ਛੁਪੀਆਂ ਹੋਈਆਂ ਹਨ। And I can show you some other things ਪਰ ਮੈਂ ਤੁਹਾਨੂੰ ਕੁਝ ਦਿਖਾਉਣਾ ਚਾਹੁੰਦਾ ਹਾਂ which are not written in the Bible, ਜੋ ਕਿ ਬਾਈਬਲ ਵਿੱਚ ਲਿਖਿਆ ਨਹੀਂ ਗਿਆ, but are hidden in the Bible. ਪਰ ਇਹ ਬਾਈਬਲ ਵਿੱਚ ਛੁਪਿਆ ਹੋਇਆ ਹੈ। Nowhere does the Bible say, ਔਰ nowhere does the Bible say ਬਾਈਬਲ ਇਸ ਤਰ੍ਹਾਂ ਕਿਤੇ ਨਹੀਂ ਆਖਦੀ, that Abraham and Sarah became young. ਬਾਈਬਲ 'ਚ ਕਿਤੇ ਨਹੀਂ ਲਿਖਿਆ ਕਿ ਅਬਰਾਹਮ ਤੇ ਸਾਰਾ ਜਵਾਨ ਹੋ ਗਏ, But it is hidden in the Bible. ਪਰ ਇਹ ਛੁਪਿਆ ਹੋਇਆ ਹੈ। Nowhere is it written in the Bible. ਇਹ ਬਾਈਬਲ 'ਚ ਕਿਤੇ ਨਹੀਂ ਲਿਖਿਆ ਹੋਇਆ। Enoch walked for 500 years. ਕਿਤੇ ਨਹੀਂ ਲਿਖਿਆ ਹੋਇਆ ਕਿ ਹਨੋਕ 500 ਸਾਲ ਖੁਦਾ ਨਾਲ ਚੱਲਦਾ ਰਿਹਾ। It is not written. ਇਹ ਲਿਖਿਆ ਨਹੀਂ ਗਿਆ, It is hidden. ਇਹ ਛੁਪਿਆ ਹੋਇਆ ਹੈ। And this hidden word, ਇਹ ਛੁਪਿਆ ਹੋਇਆ ਵਚਨ, this body change, ਇਹ ਦੇਹ ਬਦਲਾਵ, this Enoch's rapture, ਇਹ ਹਨੋਕ ਦਾ ਰੈਪਚਰ ਹੈ, this Enoch's walk, ਔਰ ਇਹ ਹਨੋਕ ਦਾ ਚੱਲਣਾ ਹੈ। it belongs to whom? ਇਹ ਕਿਹਦੇ ਨਾਲ ਜੁੜਿਆ ਹੋਇਆ? Other names ਦੂਸਰੇ ਨਾਮਾਂ ਦੇ ਨਾਲ, which are not written, ਜੋ ਲਿਖੇ ਨਹੀਂ ਗਏ, which are hidden. ਜੋ ਛੁਪੇ ਹੋਏ ਹਨ, Hidden seeds. ਜੋ ਛੁਪੀਆਂ ਮੋਹਰਾਂ ਹਨ, Hidden seeds. Seeds. Beej. ਛੁਪੇ ਹੋਏ ਬੀਜ। What did Brother Branham say in Restoration on the Bright Tree? ਭਾਈ ਬ੍ਰਾਨਮ ਨੇ ਦੁਲਹਨ ਰੂਪੀ ਰੁੱਖ ਦੀ ਬਹਾਲੀ ਵਿੱਚ ਕੀ ਕਿਹਾ? He said Satan cut the whole tree. ਉਹਨੇ ਕਿਹਾ ਸ਼ੈਤਾਨ ਨੇ ਸਾਰਾ ਦਰਖਤ ਕੱਟ ਦਿੱਤਾ। And he thought he had finished his work. ਉਹਨੇ ਕਿਹਾ ਕਿ ਉਹਨੇ ਆਪਣਾ ਕੰਮ ਸਮਾਪਤ ਕਰ ਦਿੱਤਾ ਹੈ। He said, but there were some seeds. ਪਰ ਉਹਨੇ ਕਿਹਾ ਉੱਥੇ ਕੁਝ ਬੀਜ ਸਨ, There was some original life ਉੱਥੇ ਕੁਝ ਅਸਲੀ ਜ਼ਿੰਦਗੀਆਂ ਸਨ। in the hidden roots. ਉਸ ਉਹਨਾਂ ਜੜਾਂ ਦੇ ਅੰਦਰ, Roots can never be seen. ਜੜ ਕਦੇ ਸਮਾਪਤ ਨਹੀਂ ਹੁੰਦੀ। Tree can be seen. पेड़ दिखता है, ਪੇੜ ਦਿਖਦਾ ਹੈ, but roots can never be seen. ਪਰ ਜੜ ਕਦੇ ਨਹੀਂ ਦਿਖਦੀ। And he said there were some seeds in the root. ਪਰ ਉੱਥੇ ਕੁਝ ਬੀਜ ਸਨ ਜੋ ਜੜ ਵਿੱਚ ਸਨ। And the root is Christ. ਜੜ ਮਸੀਹ ਹੈ, Roots is a mystery. ਜੜ ਭੇਤ ਹੈ। What did Jesus say? ਯीशु मसीह ने ਕੀ ਕਿਹਾ? I am the root of David. ਮੈਂ ਦਾਊਦ ਦੀ ਜੜ ਹਾਂ। He is the root. ਉਹ ਜੜ ਹੈ, And in that root, ਉਸ ਜੜ ਦੇ ਵਿੱਚ you were hidden. ਤੁਸੀਂ ਛੁਪੇ ਹੋਏ ਸੀ। Under the seventh seal, ਸਤਵੀਂ ਮੋਹਰ ਦੇ ਅੰਤਰਗਤ you came out. ਤੁਸੀਂ ਬਾਹਰ ਆ ਗਏ। Water, ਪਾਣੀ, blood, ਲਹੂ, spirit, ਆਤਮਾ, the tribe of Joseph. ਯੂਸਫ ਦਾ ਗੋਤਰ, Hidden names. ਛੁਪੇ ਹੋਏ ਨਾਮ। Not in Luther's age, ਲੂਥਰ ਦੇ ਯੁੱਗ ਵਿੱਚ not ਨਹੀਂ, in Wesley's age, ਵੈਸਲੀ ਦੇ ਯੁੱਗ ਵਿੱਚ not in ਨਹੀਂ, Pentecostal age, ਪੈਂਟੀਕੋਸਟਲ ਯੁੱਗ ਦੇ ਵਿੱਚ but ਨਹੀਂ, in the bride age, ਪਰ ਦੁਲਹਨ ਦੇ ਯੁੱਗ ਵਿੱਚ, in the token age, ਚਿੰਨ੍ਹ ਦੇ ਯੁੱਗ ਵਿੱਚ, in the age of the manifestations of the sons of God. ਖੁਦਾ ਦੇ ਪੁੱਤਰਾਂ ਦੇ ਪ੍ਰਗਟਾਵੇ ਦੇ ਯੁੱਗ ਵਿੱਚ Some mysterious names ਕੁਝ ਭੇਤ ਭਰੇ ਨਾਮ hidden in the Bible. ਬਾਈਬਲ ਦੇ ਵਿੱਚ ਛੁਪੇ ਹੋਏ ਸਨ। Not written, but hidden. ਲਿਖੇ ਨਹੀਂ ਗਏ ਪਰ ਛੁਪੇ ਹੋਏ ਸਨ। And suddenly, ਅਚਾਨਕ in the book of Revelation, ਪ੍ਰਕਾਸ਼ਿਤ ਵਾਕਿਆ ਦੇ ਵਿੱਚ they pop up. ਅਚਾਨਕ ਉੱਪਰ ਆ ਗਏ।
That's a type ਇਹ ਇੱਕ ਤਸਵੀਰ ਹੈ of you and me. ਤੁਹਾਡੀ ਤੇ ਮੇਰੀ। All this while we were hiding in the Bible, ਸਾਰੀ ਬਾਈਬਲ ਦੇ ਵਿੱਚ ਅਸੀਂ ਛੁਪੇ ਹੋਏ ਸੀ। hiding under Abraham, ਅਸੀਂ ਅਬਰਾਹਮ ਦੇ ਥੱਲੇ ਛੁਪੇ ਹੋਏ hiding ਸੀ। under Isaac, ਅਸੀਂ ਇਸਹਾਕ ਦੇ ਥੱਲੇ ਛੁਪੇ ਹੋਏ hiding ਸੀ। under Jacob, ਅਸੀਂ ਯਾਕੂਬ ਦੇ ਥੱਲੇ ਛੁਪੇ ਹੋਏ ਸੀ। hiding under every Bible character. ਅਸੀਂ ਬਾਈਬਲ ਦੇ ਹਰ ਚਰਿੱਤਰ ਦੇ ਥੱਲੇ ਛੁਪੇ ਹੋਏ ਸੀ। But in the age of the seventh seal, ਪਰ ਸਤਵੀਂ ਮੋਹਰ ਦੇ ਯੁੱਗ ਵਿੱਚ when the revelation and the book opened, ਔਰ ਜਦੋਂ ਪ੍ਰਕਾਸ਼ਿਤ ਵਾਕਿਆ ਦੀ ਕਿਤਾਬ ਖੋਲੀ ਗਈ, these other names ਇਹ ਦੂਸਰੇ ਨਾਮ popped out. ਪ੍ਰਗਟ ਹੋ ਗਏ। In the bride age, ਦੁਲਹਨ ਦੇ ਯੁੱਗ ਵਿੱਚ these are those ਇਹ ਉਹ ਨਾਮ ਹਨ who are not dying. ਜੋ ਮਰ ਨਹੀਂ ਰਹੇ। They are going in the rapture. ਇਹ ਰੈਪਚਰ ਵਿੱਚ ਜਾਣਗੇ। Hallelujah. ਹਾਲੇਲੂਇਆ। Can you understand that? ਸਮਝਣ ਦੀ ਕੋਸ਼ਿਸ਼ ਕਰੋ। Are you understanding the word? ਕੀ ਤੁਸੀਂ ਵਚਨ ਨੂੰ ਸਮਝ ਪਾ ਰਹੇ ਹੋ? These other names ਇਹ ਦੂਸਰੇ ਨਾਮ hidden in the Bible. ਇਹ ਬਾਈਬਲ 'ਚ ਛੁਪੇ ਹੋਏ ਸਨ। Sit down, let me show you. ਬੈਠ ਜਾਈਏ, ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ। When I show you this tribe of Joseph. ਜਦੋਂ ਮੈਂ ਤੁਹਾਨੂੰ ਯੂਸਫ ਦਾ ਗੋਤਰ ਦਿਖਾ ਰਿਹਾ ਹਾਂ। Hallelujah. May God open your eyes. ਖੁਦਾ ਤੁਹਾਡੀਆਂ ਅੱਖਾਂ ਨੂੰ ਖੋਲ ਦੇਵੇ। And you are all able to see it. Amen. I know you're seeing it. ਕੀ ਤੁਸੀਂ ਦੇਖ ਪਾ ਰਹੇ ਹੋ? This was preached in the seventh seal. ਇਹ ਸਤਵੀਂ ਮੋਹਰ ਦੇ ਵਿੱਚ ਪ੍ਰਚਾਰਿਆ ਗਿਆ। This was preached in 70 weeks. ਇਹ 17 ਹਫ਼ਤਿਆਂ ਦੇ ਵਿੱਚ ਪ੍ਰਚਾਰਿਆ ਗਿਆ। That sixfold purpose of Gabriel's visit ਜਿਬਰਾਇਲ ਦੂਤ ਦਾ 6 ਪੱਖਾ ਉਦੇਸ਼ is for them. ਇਹ ਉਹਨਾਂ ਦੇ ਲਈ ਹੈ। In the evening time, ਪਰ ਸ਼ਾਮਾਂ ਦੇ ਵੇਲੇ that man Gabriel, ਉਹ ਮਨੁੱਖ ਜਿਬਰਾਇਲ he came down. ਉਹ ਹੇਠਾਂ ਆਇਆ। What happened in this age? ਇਸ ਯੁੱਗ 'ਚ ਕੀ ਹੋਇਆ? A man stepped down. ਮਨੁੱਖ ਹੇਠਾਂ ਆ ਗਿਆ। Michael came down. ਮਿਕਾਇਲ ਥੱਲੇ ਆ ਗਿਆ। Hallelujah. ਹਾਲੇਲੂਇਆ। It's all happening in this hour. ਇਸ ਘੜੀ ਦੇ ਵਿੱਚ ਇਹੋ ਕੁਝ ਹੋ ਰਿਹਾ ਹੈ। Hallelujah. ਆਮੇਨ। Now, ਹੁਣ in the same seven seals, ਉਸੇ ਸਤਵੀਂ ਮੋਹਰ ਦੇ ਵਿੱਚ seven seals book, ਹਾਂ ਸੱਤਾਂ ਮੋਹਰਾਂ ਦੇ ਵਿੱਚ I don't find it in other places in the message, ਸੰਦੇਸ਼ ਵਿੱਚ ਮੈਨੂੰ ਹੋਰ ਕਿਤੇ ਇਹ ਗੱਲ ਨਹੀਂ ਲੱਭਦੀ। but in the seven seals book, ਪਰ ਇਸ ਕਿਤਾਬ ਦੇ ਵਿੱਚ ਜੋ ਸੱਤਾਂ ਮੋਹਰਾਂ ਦੀ ਕਿਤਾਬ ਹੈ, another name. ਇੱਕ ਹੋਰ ਨਾਮ। We saw the tribe of Joseph, ਅਸੀਂ ਦੇਖਿਆ ਕਿ ਯੂਸਫ ਦਾ ਗੋਤਰ। and now I'm going to show you another tribe. ਹੁਣ ਮੈਂ ਤੁਹਾਨੂੰ ਇੱਕ ਹੋਰ ਗੋਤਰ ਦਿਖਾਉਣ ਜਾ ਰਿਹਾ ਹਾਂ। These tribes were hiding in the Bible, ਇਹ ਗੋਤਰ ਬਾਈਬਲ ਵਿੱਚ ਛੁਪੇ ਹੋਏ ਸਨ। and this is something mysterious. ਇਹ ਕੁਝ ਭੇਤ ਭਰਿਆ ਹੈ। When he's preaching the message, breach, ਜਦੋਂ ਉਹ ਦਰਾੜ ਸੰਦੇਸ਼ ਪ੍ਰਚਾਰ ਰਿਹਾ ਸੀ, in the message of the breach, he brings out a particular name. ਜਦੋਂ ਉਹਨੇ ਦਰਾੜ ਸੰਦੇਸ਼ ਪ੍ਰਚਾਰਿਆ ਤੇ ਉਹਨੇ ਕੁਝ ਖਾਸ ਨਾਮ ਸਾਹਮਣੇ ਲਿਆਂਦੇ। When he's preaching Revelation 5, ਜਦੋਂ ਉਹ ਪ੍ਰਕਾਸ਼ਿਤ ਵਾਕਿਆ 5 ਪ੍ਰਚਾਰ ਰਿਹਾ ਸੀ, when he's preaching how the Lamb has got up from the throne and picked the book, ਔਰ ਉਸ 5ਵੇਂ ਅਧਿਆਏ ਵਿੱਚ ਉਹਨੇ ਪ੍ਰਚਾਰਿਆ ਕਿ ਕਿਸ ਤਰ੍ਹਾਂ ਮੇਮਣਾ ਉੱਠਿਆ ਔਰ ਉਸ ਪ੍ਰਾਚੀਨ ਦੇ ਹੱਥੋਂ ਕਿਤਾਬ ਨੂੰ ਲੈ ਲਿਆ। in that same account he brings a name. ਔਰ ਉਸੇ ਹੀ ਸਮੇਂ ਦੇ ਵਿੱਚ ਉਹ ਨਾਮਾਂ ਨੂੰ ਲੈ ਕੇ ਆਉਂਦਾ ਹੈ। And this is a very interesting name, ਔਰ ਇਹ ਬੜੇ ਖਾਸ ਨਾਮ ਹਨ। and that name is Geronimo. ਔਰ ਇਹ ਨਾਮ ਜੇਰੋਨਿਮੋ ਨਾਮ ਹੈ। Now see carefully. ਬੜੇ ਧਿਆਨ ਦੇ ਨਾਲ ਸੁਣੋ। Geronimo's name is brought in the seals. ਔਰ ਤੁਸੀਂ ਦੇਖੋ ਕਿ ਜੇਰੋਨਿਮੋ ਨਾਮ ਮੋਹਰਾਂ ਵਿੱਚ ਲਿਆਂਦਾ ਗਿਆ। Who is Geronimo? ਇਹ ਜੇਰੋਨਿਮੋ ਕੌਣ ਹੈ? Geronimo. ਜੇਰੋਨਿਮੋ In America, ਅਮਰੀਕਾ ਦੇ ਵਿੱਚ you have red Indians, ਉਥੇ ਕੁਝ ਰੈਡ ਇੰਡੀਅਨ ਲੋਕ ਰਹਿੰਦੇ ਹਨ the natives. ਔਰ ਉਹ ਪਦੈਸ਼ੀ ਉਥੇ ਦੇ ਹਨ। Hallelujah. ਹਾਲੇਲੂਇਆ। They had many tribes. ਉਹਨਾਂ ਦੇ ਬਹੁਤ ਸਾਰੇ ਗੋਤਰ ਹਨ। Tribes. Again, it's tribes. ਅਗੇਨ ਇੱਥੇ ਤੁਸੀਂ ਦੇਖੋ ਕਿ ਗੋਤਰ ਹਨ। And Geronimo belonged to a specific tribe. ਔਰ ਇਹ ਜੇਰੋਨਿਮੋ ਜੋ ਹੈ
ਇਹ ਕਿਸੇ ਖਾਸ ਗੋਤਰ ਦੇ ਨਾਲ ਸੰਬੰਧਿਤ ਹੈ And that is the Apaches. ਔਰ ਇਹਨਾਂ ਦਾ ਗੋਤਰ ਅਬਾਸ਼ੀਸ ਹੈ There is one tribe called Cherokee. ਔਰ ਉਥੇ ਇੱਕ ਹੋਰ ਗੋਤਰ ਹੈ ਜਿਹਦਾ ਨਾਮ ਹੈ ਝਰੋਖੀ Brother Branham's grandmother belonged to Cherokees. ਔਰ ਭਾਈ ਬ੍ਰਾਨਮ ਦੀ ਦਾਦੀ ਝਰੋਖੀ ਦੇ ਨਾਲ ਸੰਬੰਧਿਤ ਸੀ Geronimo belonged to the Apaches. ਔਰ ਜਰੋਨੀਮੋ ਅਬਾਸ਼ੀਸ ਦੇ ਨਾਲ ਸੰਬੰਧਿਤ ਸੀ Who are these Apaches? ਇਹ ਅਬਾਸ਼ੀਸ ਕੌਣ ਹਨ Apache. ਅਪਾਸ਼ੀਸ ਕੌਣ ਹਨ Apache Indians were a specific class ਔਰ ਇਹ ਜੋ ਅਪਾਸ਼ੀ ਇੰਡੀਅਨ ਹਨ ਇਹ ਇੱਕ ਖਾਸ ਕਿਸਮ ਦੇ ਲੋਕ ਸਨ who used to fight battles. ਇਹ ਯੁੱਧ ਲੜਨ ਵਾਲੇ ਲੋਕ ਸਨ And they used to fight for their land. ਔਰ ਇਹ ਆਪਣੀ ਭੂਮੀ ਦੇ ਲਈ ਯੁੱਧ ਲੜਦੇ ਸਨ Can I see some people today ਕੀ ਅੱਜ ਮੈਂ ਕੁਝ ਲੋਕ ਵੇਖ ਪਾ ਰਿਹਾ ਹਾਂ like Caleb ਕਲੇਬ ਦੀ ਤਰ੍ਹਾਂ who are fighting for their inheritance? ਜੋ ਆਪਣੀ ਮਿਲਕ ਦੇ ਲਈ ਲੜਦੇ ਸਨ Who is this Geronimo? ਇਹ ਜਰੀਨਿਮੋ ਕੌਣ ਹੈ Who are these Apaches? ਇਹ ਅਪਾਸ਼ੀਸ ਕੌਣ ਹਨ And they are called Apache Indians. ਇਹ ਅਪਾਸ਼ੀ ਇੰਡੀਅਨ ਕਹਿਲਾਉਂਦੇ I ਹਨ don't know why they are called Indians, ਮੈਨੂੰ ਨਹੀਂ ਪਤਾ ਕਿ ਉਹਨਾਂ ਨੂੰ ਭਾਰਤੀ ਲੋਕ ਕਿਉਂ ਕਿਹਾ ਜਾਂਦਾ ਹੈ but they are called Apache Indians. ਪਰ ਉਹਨਾਂ ਨੂੰ ਅਪਾਸ਼ੀ ਇੰਡੀਅਨ ਕਿਹਾ ਜਾਂਦਾ ਹੈ Who are these Apache Indians? ਇਹ ਅਪਾਸ਼ੀ ਇੰਡੀਅਨ ਕੌਣ ਹਨ They are those who fight. ਇਹ ਉਹ ਹਨ ਜੋ ਯੁੱਧ ਲੜਦੇ ਹਨ They don't sit quiet, ਇਹ ਸ਼ਾਂਤ ਨਹੀਂ ਬੈਠਦੇ but they fight the enemy. ਇਹ ਦੁਸ਼ਮਣ ਨਾਲ ਲੜਦੇ ਹਨ They fight the battle. ਇਹ ਯੁੱਧ ਲੜਦੇ ਹਨ They claim their land. ਉਹ ਆਪਣੀ ਭੂਮੀ ਦੀ ਘੋਸ਼ਣਾ ਕਰਦੇ ਹਨ Something like Shamgar, ਇਹ ਦੇਖੋ ਸ਼ਾਮਗਰ ਹਨ something like Caleb, ਔਰ ਕਲੇਬ ਦੀ ਤਰ੍ਹਾਂ something like Deborah, ਔਰ ਕੋਈ ਦਬੋਰਾ ਦੀ ਤਰ੍ਹਾਂ something like these people in the Bible, ਔਰ ਉਹਨਾਂ ਲੋਕਾਂ ਦੀ ਤਰ੍ਹਾਂ ਜੋ ਬਾਈਬਲ ਵਿੱਚ ਹਨ like Ehud. ਇਹੋਦ ਦੀ ਤਰ੍ਹਾਂ All these people ਇਹਨਾਂ ਲੋਕਾਂ ਦੀ ਤਰ੍ਹਾਂ fighting for their inheritance. ਉਹ ਆਪਣੀ ਮਿਲਕ ਲਈ ਲੜਦੇ ਹਨ Are there some people in the land? ਕੀ ਅੱਜ ਇੱਥੇ ਕੋਈ ਲੋਕ ਧਰਤੀ ਵੱਲ ਹਨ Can I see some Apaches? ਕੀ ਮੈਂ ਕੁਝ ਅਪਾਸ਼ੀ ਲੋਕ ਦੇਖ ਪਾ ਰਿਹਾ ਹਾਂ Oh my. ਆਮੀਨ Now sit down. ਬੈਠ ਜਾਈਏ These Apache Indians, ਇਹ ਅਪਾਸ਼ੀ ਇੰਡੀਅਨ which is a specific tribe in America, ਜੋ ਅਮਰੀਕਾ ਦੇ ਵਿੱਚ ਬੜੀ ਖਾਸ ਕਿਸਮ ਦੇ ਲੋਕ ਸਨ they ruled and lived over a specific piece of land in America. ਉਹ ਇੱਕ ਖਾਸ ਭੂਮੀ ਦੇ ਉੱਤੇ ਰਾਜ ਕਰਦੇ ਅਤੇ ਉੱਥੇ ਹੀ ਵਸਦੇ ਸਨ In America. ਅਮਰੀਕਾ ਦੇ ਵਿੱਚ What was that piece of land? ਉਹ ਭੂਮੀ ਦਾ ਹਿੱਸਾ ਕੀ ਸੀ Arizona. ਉਹ ਐਰੀਜ਼ੋਨਾ ਸੀ Arizona belonged to Apaches. ਐਰੀਜ਼ੋਨਾ ਅਪਾਸ਼ੀਸ ਦੇ ਨਾਲ ਸੰਬੰਧਿਤ ਸੀ And in the land of Apaches ਔਰ ਅਪਾਸ਼ੀਆਂ ਦੀ ਉਸ ਧਰਤੀ ਉੱਤੇ was the Sunset Mountain, ਉਥੇ ਹੀ ਸਨਸੈਟ ਪਹਾੜ ਸੀ was the Catalina Mountains, ਉਥੇ ਹੀ ਕੈਟਲੀਨਾ ਮਾਊਂਟੇਨ ਸੀ was the Sabino Canyon. ਉਥੇ ਹੀ ਸਬੀਨੋ ਕੈਨੀਅਨ ਸੀ Sabino Canyon ਸਬੀਨੋ ਕੈਨੀਅਨ belonged to Apaches. ਉਹ ਅਪਾਸ਼ੀਆਂ ਦਾ ਸੀ Sunset Mountain ਸਨਸੈਟ ਮਾਊਂਟੇਨ belonged to Apaches. ਉਹ ਅਪਾਸ਼ੀਆਂ ਦਾ ਸੀ They ruled over that. ਉਹਨਾਂ ਨੇ ਉਥੇ ਰਾਜ ਕੀਤਾ And they had a horse rider. ਔਰ ਉਹਨਾਂ ਦੇ ਕੋਲ ਘੋੜ ਚੜੇ ਸਨ He was an Indian chief. ਔਰ ਉਹਨਾਂ ਦੇ ਕੋਲ ਇੱਕ ਇੰਡੀਅਨ ਚੀਫ ਸੀ Hallelujah. ਹਾਲੇਲੂਇਆ A red Indian chief. ਉਹ ਰੈਡ ਇੰਡੀਅਨ ਚੀਫ ਸੀ And his name was Geronimo. ਉਹਦਾ ਨਾਮ ਜਰੋਨੀਮੋ ਸੀ Oh my. ਆਮੇਨ Oh my. ਯੈਸ Geronimo. ਜਰੋਨੀਮੋ My. That name is brought in the message. ਇਹ ਨਾਮ ਸੰਦੇਸ਼ ਵਿੱਚ ਲਿਆਂਦਾ ਗਿਆ You know what happened? ਤੁਸੀਂ ਦੇਖੋ ਕੀ ਹੋਇਆ I'm reading from Breach. ਮੈਂ ਦਰਾੜ ਵਿੱਚੋਂ ਪੜ ਰਿਹਾ ਹਾਂ Brother Branham said I went to the museum of Red Indians. ਭਾਈ ਬ੍ਰਾਨਮ ਨੇ ਕਿਹਾ ਕਿ ਮੈਂ ਰੈਡ ਇੰਡੀਅਨ ਦੇ ਅਜਾਇਬ ਘਰ ਦੇ ਵਿੱਚ ਗਿਆ And there I saw the pictures of Geronimo. ਔਰ ਮੈਂ ਉੱਥੇ ਜਰੋਨੀਮੋ ਦੀ ਇੱਕ ਤਸਵੀਰ ਵੇਖੀ He said many of you might think that Geronimo was a renegade. Bagita. ਔਰ ਕਈ ਲੋਕ ਸੋਚਦੇ ਹਨ ਕਿ ਜਰੋਨੀਮੋ ਜੋ ਸੀ ਉਹ ਬਾਗੀ ਸੀ He said to me he was a genuine American. ਪਰ ਭਾਈ ਬ੍ਰਾਨਮ ਨੇ ਕਿਹਾ ਮੇਰੇ ਲਈ ਉਹ ਇੱਕ ਸੱਚਾ ਅਮਰੀਕਨ ਸੀ He was only fighting for that which was right. ਕਿਉਂਕਿ ਉਹ ਉਸੇ ਚੀਜ਼ ਲਈ ਲੜ ਰਿਹਾ ਸੀ ਜੋ ਬਿਲਕੁਲ ਸਹੀ ਸੀ That God had given him ਜੋ ਖੁਦਾ ਨੇ ਉਹਨੂੰ ਦਿੱਤੀ ਸੀ a land, ਇੱਕ ਧਰਤੀ a nation, ਇੱਕ
ਇੱਕ ਦੇਸ਼, and a place to live. ਉਹ ਜਗ੍ਹਾ ਜੋ ਉਹਨੂੰ ਰਹਿਣ ਲਈ ਦਿੱਤੀ ਗਈ ਸੀ, He was fighting for that. ਉਹ ਉਸ ਦੇ ਲਈ ਲੜ ਰਿਹਾ ਸੀ। The world called Geronimo a renegade. ਜੈਰੋਨਿਮੋ ਦਾ ਮਤਲਬ ਹੈ ਬਾਗੀ। I mean, no. The world calls Geronimo a renegade. ਸੰਸਾਰ ਜੈਰੋਨਿਮੋ ਨੂੰ ਬਾਗੀ ਬੋਲਦਾ ਸੀ। But Brother Branham, the prophet, said ਪਰ ਭਾਈ ਬ੍ਰਾਨਮ ਜੋ ਕਿ ਨਬੀ ਹੈ ਨੇ ਕਿਹਾ Geronimo was a gentleman. ਜੈਰੋਨਿਮੋ ਇੱਕ ਪੱਧਰ ਪੁਰਸ਼ ਸੀ। The world will call you renegades, ਸੰਸਾਰ ਤੁਹਾਨੂੰ ਬਾਗੀ ਬੋਲੇਗਾ, but God calls you his bride. ਪਰ ਖੁਦਾ ਤੁਹਾਨੂੰ ਆਪਣੀ ਦੁਲਹਨ ਆਖਦਾ ਹੈ। The world doesn't understand you, ਸੰਸਾਰ ਤੁਹਾਨੂੰ ਨਹੀਂ ਸਮਝਦਾ, but you are the genuine gentleman. ਪਰ ਤੁਸੀਂ ਪੱਧਰ ਪੁਰਸ਼ ਹੋ। Hallelujah. ਹਾਲੇਲੂਇਆ। Amen. ਆਮੇਨ। Who are these Apache Indians? ਅਪਾਸ਼ੀ ਇੰਡੀਅਨ ਕੌਣ ਸਨ? When the Indian killed the buffalo, ਜਦੋਂ ਭਾਰਤੀ ਲੋਕ ਮੱਝਾਂ ਨੂੰ ਮਾਰਦੇ ਸਨ, he's saying, talking about red Indians. ਉਹ ਰੈਡ ਇੰਡੀਅਨ ਦੀ ਗੱਲ ਕਰ ਰਿਹਾ ਹੈ। When the Indian killed the buffalo, ਜਦੋਂ ਇੰਡੀਅਨ ਭਾਰਤੀ ਲੋਕ ਮੱਝਾਂ ਨੂੰ ਮਾਰਦੇ ਸਨ, there was a religious ceremony. ਉਥੇ ਇੱਕ ਧਾਰਮਿਕ ਸਰਮਨੀ ਹੁੰਦੀ ਸੀ, ਧਾਰਮਿਕ ਸਭਾ। When they killed a buffalo, ਜਦੋਂ ਉਹ ਮੱਝਾਂ ਨੂੰ ਮਾਰਦੇ ਉਥੇ ਇੱਕ ਧਾਰਮਿਕ ਸਭਾ ਹੁੰਦੀ ਸੀ। that means it was not just an animal, ਇਹਦਾ ਮਤਲਬ ਸੀ ਕਿ ਇਹ ਇੱਕ ਪਸ਼ੂ ਨਹੀਂ ਸੀ, it was their sacrifice. ਇਹ ਉਹਨਾਂ ਦੀ ਕੁਰਬਾਨੀ ਹੁੰਦੀ ਸੀ। They sacrificed an animal. ਉਹ ਇੱਕ ਪਸ਼ੂ ਦੀ ਕੁਰਬਾਨੀ ਚੜਾਉਂਦੇ ਸੀ। And then what did the Indian do? ਫਿਰ ਉਹ ਭਾਰਤੀ ਲੋਕ ਕੀ ਕਰਦੇ ਸਨ? They took his hoofs. Hoofs means khur. ਖੁਰ, ਉਹਦੇ ਖੁਰ ਨੂੰ ਲੈ ਲੈਂਦੇ ਸੀ And made them pants. ਔਰ Lote bana diye. ਔਰ ਉਹਨਾਂ ਦੇ ਲੋਟੇ ਮਤਲਬ ਕਿ ਲੋਟੇ ਬਣਾ ਲੈਂਦੇ ਸੀ। They used every part of his body. ਔਰ ਉਸ ਪਸ਼ੂ ਦਾ, ਉਸ ਜਾਨਵਰ ਦਾ ਹਰ ਹਿੱਸਾ ਉਹ ਵਰਤਦੇ ਸਨ। His meat, ਉਹਦਾ ਮੀਟ they eat. ਉਹ ਖਾ ਲੈਂਦੇ ਸਨ। Even to the meat on the entrail. यहाँ तक कि आंतें भी खाते थे। ਔਰ ਇਥੋਂ ਤੱਕ ਕਿ ਉਹਦੀਆਂ ਅੰਦਰੀਆਂ ਵੀ ਖਾ ਜਾਂਦੇ ਸਨ। अब ये मैंने कहीं पढ़ा है, ये लाइन कहीं बाइबल में है। अतड़ियों समेत, अंतड़ियों समेत। I've read that somewhere. ਇਹ ਮੈਂ ਕਿਤੇ ਪੜਿਆ ਹੈ। Who are these Apaches ਇਹ ਪਰਸ਼ੀ ਕੌਣ ਸਨ? who eat their sacrifice? ਜੋ ਕਿ ਕੁਰਬਾਨੀ ਨੂੰ ਖਾਂਦੇ ਸਨ। Christ is our sacrifice. ਮਸੀਹ ਕੁਰਬਾਨੀ ਹੈ। We have a ceremony. ਸਾਡੇ ਕੋਲ ਇੱਕ ਸਭਾ ਹੈ। What happened in the night? ਰਾਤ ਕੀ ਹੋਇਆ? They killed the lamb, ਉਹਨਾਂ ਨੇ ਮੇਮਣੇ ਨੂੰ ਮਾਰਿਆ applied the token, ਔਰ ਉਹਨਾਂ ਨੇ ਚਿੰਨ੍ਹ ਲਗਾ ਦਿੱਤਾ। eat his meat ਮੀਟ ਖਾ ਲਿਆ with the entrails. ਔਰ ਅੰਤੜੀਆਂ ਸਮੇਤ ਖਾਦਾ। Who are these Apache ਇਹ Indians? ਅਪਾਸ਼ੀ ਇੰਡੀਅਨ ਕੌਣ ਸਨ? Who is this tribe? ਇਹ ਗੋਤਰ ਕੌਣ ਹੈ? Who are these under the token? ਇਹ ਕੌਣ ਹਨ ਜੋ ਚਿੰਨ੍ਹ ਦੇ ਥੱਲੇ ਸਨ? Where is this tribe of Joseph? ਇਹ ਯੂਸਫ ਦਾ ਗੋਤਰ ਕਿੱਥੋਂ Where ਆਇਆ? are these hidden names? ਇਹ ਤਾਂ ਗੁਪਤ ਨਾਮ ਸਨ। In the time of Exodus. ਕੂਚ ਦੇ ਦਿਨਾਂ ਤੋਂ। My God. ਮੇਰੇ ਪ੍ਰਭੂ, They eat the whole meat ਉਹ ਸਾਰਾ ਮੀਟ ਖਾ ਲੈਂਦੇ। from Genesis to Revelation. ਪਰ ਉਤਪਤ ਤੋਂ ਪ੍ਰਕਾਸ਼ਿਤ ਵਾਕਿਆ ਤੱਕ They'd left nothing. ਉਹ ਕੁਝ ਨਹੀਂ ਛੱਡਦੇ। Amen. ਆਮੇਨ। They'd taken his meat, ਉਹ ਮੀਟ ਨੂੰ ਖਾ ਲੈਂਦੇ hung up and dried it. ਔਰ ਉਹਨੂੰ ਟੰਗ ਲੈਂਦੇ उसे सुखाते थे. ਔਰ ਸੁਖਾ ਲੈਂਦੇ। His hide, buffalo's hide, उसकी खाल, ਔਰ ਉਹਦੀ ਖਲ ਨੂੰ ਸੁਕਾ ਲੈਂਦੇ and dried it ਔਰ ਉਹਨੂੰ ਸੁਕਾਉਂਦੇ and made clothings and tents from that. ਔਰ ਉਸ ਖਲ ਦੇ ਉਹ ਕੱਪੜੇ ਅਤੇ ਤੰਬੂ ਬਣਾ ਲੈਂਦੇ। They were covered in the skin of their sacrifice. ਉਹ ਉਸ ਕੁਰਬਾਨੀ ਦੀ ਚਮੜੀ ਨਾਲ ਆਪਣੇ ਆਪ ਨੂੰ ਢੱਕ ਲੈਂਦੇ। What happened in the Garden of Eden? ਔਰ ਅਦਨ ਦੇ ਬਾਗ ਵਿੱਚ ਕੀ ਹੋਇਆ? God slayed a lamb, ਖੁਦਾ ਨੇ ਮੇਮਣੇ ਨੂੰ ਕੱਟਿਆ took the lamb skin ਔਰ ਉਹਨੇ ਮੇਮਣੇ ਦੀ ਚਮੜੀ ਨੂੰ ਲਿਆ and covered Adam and Eve. ਔਰ ਉਹਨੇ ਆਦਮ ਅਤੇ ਹਵਾ ਨੂੰ ਢੱਕ ਦਿੱਤਾ। But where did that skin come? ਪਰ ਇਹ ਚਮੜਾ ਕਿੱਥੋਂ ਆਇਆ? Not in the morning time, ਇਹ ਸਵੇਰ ਨਹੀਂ ਆਇਆ, not in the afternoon, ਦੁਪਹਿਰ ਵੇਲੇ ਨਹੀਂ ਆਇਆ, but in the evening ਪਰ time. ਸ਼ਾਮਾਂ ਦੇ ਵੇਲੇ।
the royal Apaches, और अपाशी लोग, the royal tribe, ओ राजसी वंश, the fighters, ओ लड़ाके, the conquerors. ओ जयवंत, God brings that skin, खुदा उन्हां दे कोल स्किन चमड़ी लेके आया, and they are wearing the skin of the lamb. और ओ मेमने दी खाल नू ओढ़ रहे हन। When Jacob went to his father, ਜਦੋਂ ਯਾਕੂਬ ਆਪਣੇ ਪਿਤਾ ਦੇ ਕੋਲ ਗਿਆ, he covered him with a skin. ਉਹਨੇ ਆਪਣੇ ਆਪ ਨੂੰ ਖਾਲ ਦੇ ਨਾਲ ਢੱਕ ਲਿਆ। Isaac felt that skin ਇਸਹਾਕ ਨੇ ਉਸ ਖਾਲ ਨੂੰ ਮਹਿਸੂਸ ਕੀਤਾ and gave the firstborn blessing to him. ਔਰ ਜਦੋਂ ਯਾਕੂਬ ਨੇ ਉਸ ਖਾਲ ਨੂੰ ਮਹਿਸੂਸ ਕੀਤਾ, ਉਹਨੇ ਪਲੋਠੇ ਹੋਣ ਦਾ ਹੱਕ ਯਾਕੂਬ ਨੂੰ ਦੇ ਦਿੱਤਾ। Though you are not the firstborn, ਔਰ you are not the firstborn, ਤੁਸੀਂ ਪਲੋਠੇ ਨਹੀਂ ਸੀ, but Jesus is the firstborn. ਯੀਸ਼ੂ ਮਸੀਹ ਪਲੋਠਾ ਹੈ। His Holy Spirit, ਉਹਦਾ ਪਵਿੱਤਰ ਆਤਮਾ, His skin ਉਹਦੀ ਖਲ covered you, ਜਦੋਂ ਤੁਹਾਡੇ ਉੱਤੇ ਆ ਗਈ, and the Father doesn't see you. ਖੁਦਾ ਫਿਰ ਤੁਹਾਨੂੰ ਨਹੀਂ ਵੇਖਦਾ, He sees Jesus. ਉਹ ਯੀਸ਼ੂ ਨੂੰ ਵੇਖਦਾ ਹੈ। He feels you. ਉਹ ਤੁਹਾਨੂੰ ਨਹੀਂ ਫੀਲ ਕਰਦਾ, He smells you like that. ਉਹ ਤੁਹਾਡੀ ਸਮੈਲ ਲੈਂਦਾ ਹੈ। And when He smells you, ਔਰ ਜਦੋਂ ਤੁਹਾਡੀ ਖੁਸ਼ਬੂ ਲੈਂਦਾ ਹੈ, you smell of the rose of Sharon. ਫਿਰ ਤੁਹਾਡੇ ਵਿੱਚੋਂ ਸ਼ਾਰੋਨ ਦੇ ਗੁਲਾਬ ਦੀ ਸਮੈਲ ਆਉਂਦੀ ਹੈ। You smell like the lily of the valley. ਤੁਹਾਡੇ ਵਿੱਚੋਂ ਵਾਦੀਆਂ ਦੇ ਸ਼ੋਸ਼ਣ ਦੀ ਸਮੈਲ ਆਉਂਦੀ ਹੈ। You smell of Holy Ghost. ਤੁਹਾਡੇ ਕੋਲੋਂ ਪਵਿੱਤਰ ਆਤਮਾ ਦੀ ਸਮੈਲ ਆਉਂਦੀ ਹੈ। And then He says, ਇਸ ਲਈ ਉਹ ਕਹਿੰਦਾ the ਹੈ blessing of the firstborn is on you. ਕਿ ਪਲੋਠੇ ਹੋਣ ਦਾ ਹੱਕ ਤੁਹਾਡੇ ਕੋਲ ਹੈ। Hallelujah. ਆਮੇਨ। Who are these Apaches? ਇਹ ਅਪਾਸ਼ੀ ਕੌਣ ਹਨ? Covered by their sacrifice. ਉਹ ਜੋ ਆਪਣੀ ਕੁਰਬਾਨੀ ਦੇ ਨਾਲ ਟੱਕੇ ਜਾਂਦੇ ਹਨ। Not only that, ਸਿਰਫ ਇਹ ਹੀ ਨਹੀਂ, they used to make tents out of that. ਉਹ ਉਸ ਕੁਰਬਾਨੀ ਦੇ ਤੰਬੂ ਵੀ ਬਣਾਉਂਦੇ ਹਨ। Tents of skins, ਉਹ ਉਸ ਕੁਰਬਾਨੀ ਦੇ ਉਸ ਖਲ ਦੇ ਤੰਬੂ ਵੀ ਬਣਾਉਂਦੇ ਹਨ, where they worshipped. ਜਿੱਥੇ ਉਹ ਭਗਤੀ ਕਰਦੇ ਸਨ। Skin temples. ਉਹ ਖਲ ਦਾ ਭਵਨ ਬਣਾਉਂਦੇ ਹਨ। Skin temples. ਖਲ ਦਾ ਭਵਨ। And I'll meet you in there. और मैं तेनू उत्थे मिलूंगा। And this will be the third pull. और फिर तीसरा खिंचाव होवेगा। Hallelujah. हालेलुया। In the last days, अंत दे दिनां विच the royal Apache has. इथे कुछ राजसी अपाशी हन। Hallelujah. आमीन। Geronimo. जेरोनिमो, His name pops up here. ਉਹਦਾ ਨਾਮ ਇੱਥੇ ਸਾਹਮਣੇ ਆ ਗਿਆ। His name pops up again in the sixth seal. ਉਹਦਾ ਨਾਮ ਛੇਵੀਂ ਮੋਹਰ ਦੇ ਵਿੱਚ ਫੇਰ ਆਉਂਦਾ ਹੈ। When the trumpets are on, ਜਦੋਂ ਤੁਰੀਆਂ ਵੱਜ ਰਹੀਆਂ ਹਨ, between sixth and seventh trumpet, ਔਰ ਛੇਵੀਂ ਤੇ ਸੱਤਵੀਂ ਤੁਰੀ ਦੇ ਵਿਚਕਾਰ there is a Geronimo. ਉੱਥੇ ਇੱਕ ਹੋਰ ਜੈਰੋਨੀਮੋ ਹੈ। I became very interested ਮੈਂ ਬੜਾ ਦਿਲਚਸਪੀ ਲੈਣ ਲੱਗਾ to find about this man Geronimo. ਤਾਂ ਕਿ ਮੈਂ ਇਹਦੇ ਬਾਰੇ ਚ ਖੋਜ ਕਰ ਸਕਾਂ ਕਿ ਇਹ ਜੈਰੋਨੀਮੋ ਹੈ ਕੌਣ। So when I went to search for him, ਔਰ ਮੈਂ ਫਿਰ ਇਹਦੇ ਬਾਰੇ ਚ ਖੋਜ ਕੀਤੀ। Geronimo today ਅੱਜ ਦਾ ਜੈਰੋਨੀਮੋ is a code word ਅੱਜ ਦਾ ਜੈਰੋਨੀਮੋ ਇੱਕ ਕੋਡ ਵਰਡ ਹੈ which is used in US Air Force. ਜੋ ਕਿ USA ਦੀ ਆਰਮੀ ਵਿੱਚ ਵਰਤਿਆ ਜਾਂਦਾ ਹੈ। Air Force, Air Force. ਹਾਂ, 에ਅਰ ਫੋਰਸ ਦੇ ਵਿੱਚ, ਵਾਯੂ ਸੈਨਾ ਦੇ ਵਿੱਚ ਵਰਤਿਆ ਜਾਂਦਾ ਹੈ। That when they fly very high ਜਦੋਂ ਉਹ ਬਹੁਤ ਉੱਚਾ ਉੱਡ ਜਾਂਦੇ ਹਨ and when they are ready to jump in the air, ਔਰ ਜਦੋਂ ਉਹ ਜੰਪ ਮਾਰਨ ਵਾਲੇ ਹੁੰਦੇ ਹਨ in the air, ਹਵਾ ਦੇ ਵਿੱਚ, they always shout Geronimo. ਜਦੋਂ ਜੰਪ ਕਰਨ ਵਾਲੇ ਹੁੰਦੇ ਹਨ ਤੇ ਉਹ ਹਮੇਸ਼ਾ ਇਸ ਪ੍ਰਕਾਰ ਬੋਲਦੇ ਹਨ, ਜੈਰੋਨੀਮੋ। Who are these Apaches? ਇਹ ਅਪਰਸ਼ੀ ਕੌਣ ਹਨ? One of these days, ਇਹਨਾਂ ਦਿਨਾਂ ਦੇ ਵਿੱਚ between 6 and 9, ਔਰ 6 ਤੋਂ 9 ਦੇ ਵਿਚਕਾਰ Geronimo. ਜੈਰੋਨੀਮੋ, Geronimo. ਜੈਰੋਨੀਮੋ। What happens? ਕੀ ਹੋਇਆ? You fly in the air. ਤੁਸੀਂ ਹਵਾ ਚ ਉੱਡ ਜਾਓਗੇ, You are raptured. ਤੁਹਾਡਾ ਰੈਪਚਰ ਹੋ ਜਾਵੇਗਾ। Geronimo ਜੈਰੋਨੀਮੋ is a code word ਇਹ ਤਾਂ ਕੋਡ ਵਰਡ ਹੈ for the rapture. ਰੈਪਚਰ ਦੇ ਲਈ। Geronimo, ਜੈਰੋਨੀਮੋ, fly in the air. ਹਵਾ ਦੇ ਵਿੱਚ ਉੱਡ ਜਾਣਾ। Hallelujah. ਹਾਲੇਲੂਇਆ। I became very interested. ਮੈਨ, I became very interested ਮੈਨੂੰ ਬੜੀ ਦਿਲਚਸਪੀ ਆਈ ਇਹਦੇ ਉੱਤੇ to see this name named Geronimo. ਤਾਂ ਕਿ ਮੈਂ ਇਸ ਜੈਰੋਨੀਮੋ ਦੇ ਬਾਰੇ ਚ ਖੋਜ ਕਰ ਸਕਾਂ। And then when I went further, ਫਿਰ ਮੈਂ ਅੱਗੇ ਗਿਆ।
there is a specific battalion in Air Force. 에ਅਰ ਫੋਰਸ ਦੇ ਵਿੱਚ ਇੱਕ ਖਾਸ ਬਟਾਲੀਅਨ ਹੈ They are called Geronimo Battalion. ਔਰ ਉਸ ਬਟਾਲੀਅਨ ਨੂੰ ਜੈਰੋਨੀਮੋ ਬਟਾਲੀਅਨ ਕਿਹਾ ਜਾਂਦਾ ਹੈ And they have a sign. ਔਰ ਉਹਨਾਂ ਦਾ ਇੱਕ ਚਿੰਨ੍ਹ ਹੈ What is their sign? I checked it. ਔਰ ਉਹਨਾਂ ਦਾ ਚਿੰਨ੍ਹ ਕੀ ਹੈ ਮੈਂ ਇਹਨੂੰ ਚੈੱਕ ਕੀਤਾ ਹੈ The sign of Geronimo is an eagle. ਜੈਰੋਨੀਮੋ ਦਾ ਜੋ ਚਿੰਨ੍ਹ ਹੈ ਉਹ ਉਕਾਬ ਹੈ There is a huge eagle. ਇੱਕ ਬਹੁਤ ਵਿਸ਼ਾਲ ਉਕਾਬ And in between is written Geronimo. ਔਰ ਉਸ ਦੇ ਵਿੱਚ ਲਿਖਿਆ ਹੋਇਆ ਹੈ ਜੈਰੋਨੀਮੋ Who are these eagle-eyed Geronimos? ਇਹ ਉਕਾਬੀ ਯੁੱਗ ਦੇ ਜੈਰੋਨੀਮੋ ਕੌਣ ਹਨ Can I see some eagles here? ਕੀ ਮੈਂ ਇੱਥੇ ਕੁਝ ਉਕਾਬ ਦੇਖ ਰਿਹਾ ਹਾਂ Are you ready to fly? ਕੀ ਤੁਸੀਂ ਉਡਣ ਲਈ ਤਿਆਰ ਹੋ Geronimo! ਜੈਰੋਨੀਮੋ Geronimo! ਜੈਰੋਨੀਮੋ Jump in the air. ਹਵਾ ਦੇ ਵਿੱਚ ਉੜ ਜਾਣਾ Hallelujah. ਹਾਲੇਲੂਇਆ Today we are just jumping like this. ਅੱਜ ਅਸੀਂ ਇਸ ਪ੍ਰਕਾਰ ਉਛਲ ਰਹੇ ਹਾਂ One day ਇੱਕ ਦਿਨ we will leave this earth. ਅਸੀਂ ਇਸ ਧਰਤੀ ਨੂੰ ਛੱਡ ਦਵਾਂਗੇ We are leaving this dimension. ਅਸੀਂ ਇਸ ਡਿਮੈਂਸ਼ਨ ਨੂੰ ਛੱਡ ਦਵਾਂਗੇ We are going in another dimension. ਅਸੀਂ ਕਿਸੇ ਹੋਰ ਖੇਤਰ ਦੇ ਵਿੱਚ ਚਲੇ ਜਾਵਾਂਗੇ Geronimo, ਜੈਰੋਨੀਮੋ Apaches, ਅਪਾਸ਼ੀਸ਼ the tribe of Joseph, ਯੂਸਫ ਦਾ ਗੋਤਰ the hidden names ਛੁਪੇ ਹੋਏ ਨਾਮ revealed in the book. ਕਿਤਾਬ ਦੇ ਵਿੱਚ ਪ੍ਰਗਟ ਹੋਏ Hallelujah. ਹਾਲੇਲੂਇਆ And they are called Red Indians. ਔਰ ਇਹਨਾਂ ਨੂੰ ਰੈੱਡ ਇੰਡੀਅਨ ਕਿਹਾ ਜਾਂਦਾ ਹੈ I read that word Red Indian somewhere else. ਮੈਂ ਇਹ ਰੈੱਡ ਇੰਡੀਅਨ ਵਰਡ ਕਿਤੇ ਹੋਰ ਵੀ ਪੜਿਆ ਹੈ But before I go there, ਇਹ ਤੋਂ ਪਹਿਲਾਂ ਕਿ ਮੈਂ ਉੱਥੇ ਜਾਵਾਂ to them belong the Sunset Mountain. ਇਹ ਤੋਂ ਪਹਿਲਾਂ ਕਿ ਮੈਂ ਉਸ ਤੇ ਜਾਵਾਂ ਸਨਸੈਟ ਪਹਾੜ ਉਹਨਾਂ ਦਾ ਹੈ ਰੈੱਡ ਇੰਡੀਅਨ ਦਾ Apaches. ਅਪਾਸ਼ੀਸ਼ ਦਾ Sunset Mountain belong to Apaches. ਸਨਸੈਟ ਪਹਾੜ ਅਪਾਸ਼ੀਸ਼ ਲੋਕਾਂ ਦਾ ਹੈ Sabino Canyon belong to these Apaches. ਸ਼ਬੀਨੋ ਕੈਨੀਅਨ ਅਪਾਸ਼ੀ ਲੋਕਾਂ ਦਾ ਹੈ The Catalina Mountain Range, ਔਰ ਕੈਟਲੀਨਾ ਪਹਾੜ ਵੀ ਉਹਨਾਂ ਦਾ ਹੈ it belonged to Apaches. ਇਹ ਅਪਾਸ਼ੀ ਲੋਕਾਂ ਦਾ ਹੈ Let me ask you a question tonight. ਅੱਜ ਮੈਂ ਇੱਕ ਪ੍ਰਸ਼ਨ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ Are there some people here? Are there some people here ਕਿ ਅੱਜ ਇੱਥੇ ਕੁਝ ਲੋਕ ਹਨ to whom belongs that Sunset Mountain? ਕਿ ਜਿਨ੍ਹਾਂ ਦਾ ਸਨਸੈਟ ਪਹਾੜ ਹੈ Those people can say, ਕਿ ਇਹ ਲੋਕ ਕਹਿ ਸਕਦੇ ਹਨ that is my mountain. ਕਿ ਉਹ ਮੇਰਾ ਪਹਾੜ ਹੈ Are there some people here ਕਿ ਇੱਥੇ ਕੁਝ ਲੋਕ ਹਨ who can say, ਜੋ ਕਹਿ ਸਕਦੇ ਹਨ Sabino Canyon is mine? ਕਿ ਸ਼ਬੀਨੋ ਕੈਨੀਅਨ ਮੇਰਾ ਹੈ Are there some people here? ਕਿ ਇੱਥੇ ਕੁਝ ਲੋਕ ਹਨ Catalina Mountains belong to me. ਜੋ ਕਹਿ ਸਕਦੇ ਹਨ ਕਿ ਕੈਟਲੀਨਾ ਪਹਾੜ ਮੇਰਾ ਹੈ When that king's sword came, ਜਿੱਥੇ ਰਾਜਾ ਦੀ ਤਲਵਾਰ ਆਈ when 7 angels came, ਜਿੱਥੇ 7 ਦੂਤ ਆਏ when the squirrel died, ਔਰ ਜਿੱਥੇ ਕਿ squirrel died, Gileri mar ਜਿੱਥੇ gaye. ਗਲੈਰੀ ਮਰ ਗਈ When the 7th dove came, ਔਰ ਜਿੱਥੇ 7ਵੀਂ ਚੋਟੀ ਆਈ 7th dove, ਜਿੱਥੇ 7ਵੀਂ ਕੁੱਗੀ ਆਈ and then the word eagle on the rock. ਔਰ ਜਿੱਥੇ ਉਕਾਬ ਪਹਾੜ ਉੱਤੇ ਲਿਖਿਆ ਹੋਇਆ ਸੀ All those experiences, ਜਿੱਥੇ ਕਿ ਸਾਰੇ ਤਜਰਬੇ ਹੋਏ all those experiences ਜੋ ਸਾਰੇ ਤਜਰਬੇ ਉੱਥੇ ਸਨ today ਅੱਜ belong to the Apaches. ਅੱਜ ਇਹ ਸਾਰੇ ਤਜਰਬੇ ਅਪਾਸ਼ੀਸ਼ ਦੇ ਸਨ Geronimo's tribe. ਜੈਰੋਨੀਮੋ ਦਾ ਗੋਤਰ Who was this Geronimo? ਇਹ ਜੈਰੋਨੀਮੋ ਕੌਣ ਹੈ A Red Indian chief. ਰੈੱਡ ਇੰਡੀਅਨ ਚੀਫ Who was this Red Indian chief? ਰੈੱਡ ਇੰਡੀਅਨ ਚੀਫ ਕੌਣ ਹੈ Brother Branham, ਭਾਈ ਬ੍ਰਾਨਮ riding on a white horse ਚਿੱਟੇ ਘੋੜੇ ਤੇ ਸਵਾਰ ਹੋ ਕੇ ਆ ਰਿਹਾ as a Red Indian chief. ਰੈੱਡ ਇੰਡੀਅਨ ਚੀਫ ਦੀ ਤਰ੍ਹਾਂ And if he's the Red Indian chief, ਔਰ ਜਦੋਂ ਉਹਨੇ ਰੈੱਡ ਇੰਡੀਅਨ ਚੀਫ ਦਾ ਪਹਿਰਾਵਾ then we ਪਾਇਆ have a tribe ਫੇਰ ਸਾਡੇ ਕੋਲ ਇੱਕ ਗੋਤਰ ਹੈ on white horses. ਇਹ ਚਿੱਟੇ ਘੋੜੇ ਦੇ ਉੱਤੇ What do they say? ਫੇਰ ਉਹ ਕੀ ਕਹਿੰਦੇ ਹਨ I'll ride this trail again. ਉਹਨੇ ਕਿਹਾ ਮੈਂ ਇਹ ਸਵਾਰੀ ਫੇਰ ਕਸਾਂਗਾ Who are these second right people? ਇਹ ਦੂਸਰੀ ਸਵਾਰੀ ਵਾਲੇ ਲੋਕ ਕੌਣ ਹਨ The tribe of Geronimo, ਇਹ ਜੈਰੋਨੀਮੋ ਦਾ ਗੋਤਰ ਹੈ the royal Apaches, ਇਹ ਦੂਸਰਾ ਰਾਜਸੀ ਅਪਾਸ਼ੀ covered in their sacrifice, ਉਹ ਆਪਣੇ ਉਸ ਕੁਰਬਾਨੀ ਦੇ ਨਾਲ ਟਕੇ ਹੋਏ ਸਨ hidden in the book. ਉਹ ਕਿਤਾਬ ਦੇ ਵਿੱਚ ਛੁਪੇ ਹੋਏ ਸਨ Their name is in the book. ਨਾਮ ਕਿਤਾਬ ਵਿੱਚ ਸਨ This tribe was hiding in the message. ਔਰ ਇਹ ਗੋਤਰ ਸੰਦੇਸ਼ ਵਿੱਚ ਛੁਪਿਆ ਹੋਇਆ ਹੈ And God loved that mountain. ਖੁਦਾ ਉਸ ਪਹਾੜ ਨੂੰ ਪਿਆਰ ਕਰਦਾ ਹੈ That is why ਇਸੇ ਕਰਕੇ when the time came for the second coming,
ਜਦੋਂ ਦੂਸਰੀ ਆਮਦ ਦਾ ਸਮੇਂ ਆਇਆ, and when he opened the seventh seal, ਜਦੋਂ ਉਹਨੇ ਸੱਤਵੀਂ ਮੋਹਰ ਨੂੰ ਖੋਲਿਆ, God decided his geography. ਖੁਦਾ ਨੇ ਉਹ ਆਪਣੀ ਜੀਓਗ੍ਰਾਫੀ ਨੂੰ ਦੇਖਿਆ। Where should I put my feet? ਉਹਨੇ ਡਿਸਾਈਡ ਕੀਤਾ ਕਿ ਮੈਂ ਆਪਣਾ ਪੈਰ ਕਿੱਥੇ ਰੱਖਾਂਗਾ। On Japan? ਜਾਪਾਨ ਤੇ, On Europe? ਯੂਰਪ ਤੇ, On New York? ਨਿਊਯਾਰਕ ਤੇ? No. ਨਹੀਂ। I'll place my feet on the land that belongs to Geronimo. ਜਦੋਂ ਖੁਦਾ ਨੇ ਉਤਰਨਾ ਚਾਹਿਆ ਇਸ ਯੁੱਗ ਵਿੱਚ, ਤੇ ਉਹਨੇ ਉਸ ਧਰਤੀ ਤੇ ਪੈਰ ਰੱਖਿਆ ਜੋ ਜਰੂਨਿਮੋ ਦੀ ਸੀ। He doesn't want to rest anywhere. ਉਹ ਹੋਰ ਕਿਤੇ ਪੈਰ ਨਹੀਂ ਰੱਖਣਾ ਚਾਹੁੰਦਾ He ਸੀ, wants to put his feet here. ਉਹ ਇੱਥੇ ਆਪਣਾ ਪੈਰ ਰੱਖਣਾ ਚਾਹੁੰਦਾ ਸੀ। He doesn't come to a denomination, ਉਹ ਡਿਨੋਮੀਨੇਸ਼ਨਾਂ ਦੇ ਕੋਲ ਨਹੀਂ ਗਿਆ, but he comes to the Apaches. ਉਹ ਅਪਾਸ਼ੀਸ਼ ਦੇ ਕੋਲ ਆ ਗਿਆ। What is their dress? What is their dress? ਉਹਦਾ ਡਰੈਸ ਕੀ ਸੀ? They wear feathers. ਉਹ ਫੈਦਰਸ, ਪੰਖ ओढ़ਦੇ ਸਨ, They wear feathers. ਔਰ ਉਹ ਪੰਖ, When they sing, they jump like that. ਔਰ ਜਦੋਂ ਗਾਉਂਦੇ ਸਨ ਇਸ ਤਰ੍ਹਾਂ ਜੰਪ ਕਰਦੇ ਸਨ। That's right. ਇਹ ਬਿਲਕੁਲ ਠੀਕ ਹੈ। And the feathers move. ਔਰ ਜਦੋਂ ਪੰਖ ਹਿਲਦੇ ਸਨ, They are trying to show ਉਹ ਦਿਖਾਉਣ ਦਾ ਯਤਨ ਕਰਦੇ ਸਨ, we are birds. ਅਸੀਂ ਪੰਛੀ ਹਾਂ, We will fly. ਅਸੀਂ ਉੜ ਜਾਵਾਂਗੇ। Are there some eagles here? ਕੀ ਇੱਥੇ ਕੁਝ ਉਕਾਬ ਹਨ Jumping in the message. ਜੋ ਮੈਸੇਜ ਵਿੱਚ ਜੰਪ ਲਾ ਰਹੇ ਹਨ? Amen. ਆਮੇਨ, Hallelujah. ਹਾਲੇਲੂਇਆ। What happens next? ਅਗਲਾ ਕੰਮ ਕੀ ਹੋਇਆ? Geronimo. ਜੈਰੋਨੀਮੋ, And you fly. ਉੜ ਜਾਣਾ, Fly. ਉੜ ਜਾਣਾ। Raptured. ਰੈਪਚਰ, Be raptured. ਰੈਪਚਰ, Be raptured. ਰੈਪਚਰ ਹੋ ਜਾਵੇ, Be raptured. ਰੈਪਚਰ ਹੋ ਜਾਵੇ। Geronimo. ਜੈਰੋਨੀਮੋ, Geronimo. ਜੈਰੋਨੀਮੋ, Hidden tribe ਛੁਪਿਆ ਹੋਇਆ ਗੋਤਰ in the Bible. ਬਾਈਬਲ ਦੇ ਵਿੱਚ, Hidden names ਛੁਪੇ ਹੋਏ ਨਾਮ under other names ਦੂਸਰੇ ਨਾਮਾਂ ਦੇ ਥੱਲੇ revealed in the last days ਅੰਤ ਦੇ ਦਿਨਾਂ 'ਚ ਪ੍ਰਗਟ ਹੋ ਰਹੇ ਹਨ as the bride of Jesus. ਯਿਸੂ ਮਸੀਹ ਦੀ ਦੁਲਹਨ ਦੀ ਤਰ੍ਹਾਂ। Are you with me? ਕੀ ਤੁਸੀਂ ਮੇਰੇ ਨਾਲ ਹੋ? Thank you, Lord. ਪ੍ਰਭੂ ਤੇਰਾ ਧੰਨਵਾਦ। It's been opened now. ਇਹ ਹੁਣ ਖੁੱਲ ਚੁੱਕਾ ਹੈ। What is this tribe of Joseph? ਇਹ ਯੂਸਫ ਦਾ ਗੋਤਰ ਕੀ ਹੈ? Who are these real Apaches? ਜੋ ਕਿ ਅਸਲੀ ਅਪਾਸ਼ੀ ਸਨ। ਇਹ ਕੌਣ ਹਨ? If you remember, ਜੇਕਰ ਤੁਸੀਂ ਯਾਦ ਰੱਖੋ, just before the blast, ਧਮਾਕੇ ਤੋਂ ਪਹਿਲਾਂ, just before 7 angels came, ਇਹ ਤੋਂ ਪਹਿਲਾਂ ਕਿ 7 ਦੂਤ ਆਉਣ, Brother Branham said, ਭਾਈ ਬ੍ਰਾਨਮ ਨੇ ਕਿਹਾ, I was sitting in cross legs ਮੈਂ ਇਸ ਤਰ੍ਹਾਂ ਕ੍ਰਾਸ ਲੈਗ ਬਣਾ ਕੇ ਬੈਠਾ ਹੋਇਆ ਸੀ, like Indians do. ਜਿਵੇਂ ਭਾਰਤੀ ਬੈਠਦੇ ਸਨ। He was sitting like Geronimo, ਉਹ ਜੈਰੋਨੀਮੋ ਦੀ ਤਰ੍ਹਾਂ ਬੈਠਾ ਹੋਇਆ and ਸੀ। God could not wait in heaven. ਔਰ ਫਿਰ ਖੁਦਾ ਸਵਰਗ ਵਿੱਚ ਇੰਤਜ਼ਾਰ ਨਹੀਂ ਕਰ ਸਕਿਆ। He said, now I have to come. ਉਹਨੇ ਕਿਹਾ ਹੁਣ ਮੈਂ ਜਾਵਾਂਗਾ। Hallelujah. ਹਾਲੇਲੂਇਆ। Thank you, Jesus. ਯਿਸੂ ਮਸੀਹ ਤੇਰਾ ਧੰਨਵਾਦ। That land, ਉਸ ਸਮੇਂ ਉਸ ਧਰਤੀ ਤੇ later, ਥੋੜੇ ਸਮੇਂ ਬਾਅਦ Red Indians received a small piece of land. ਰੈਡ ਇੰਡੀਅਨ ਲੋਕਾਂ ਨੂੰ ਇੱਕ ਧਰਤੀ ਦਾ ਛੋਟਾ ਹਿੱਸਾ ਮਿਲ ਗਿਆ। These Apaches. ਇਹਨਾਂ ਅਪਾਸ਼ੀ ਲੋਕਾਂ ਨੂੰ, You know what was that called? ਤੁਹਾਨੂੰ ਪਤਾ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? San Carlos Reservation. ਉਸ ਧਰਤੀ ਨੂੰ ਸੈਨ ਕਾਰਲੋਸ ਕਿਹਾ ਜਾਂਦਾ ਹੈ। And Brother Branham said, ਭਾਈ ਬ੍ਰਾਨਮ ਨੇ ਕਿਹਾ, when I went to San Carlos, ਭਾਈ ਬ੍ਰਾਨਮ ਨੇ ਕਿਹਾ ਜਦੋਂ ਮੈਂ ਸੈਂਟ ਕਾਰਲੋ ਦੇ ਵਿੱਚ ਗਿਆ, I never saw faith like I saw in San Carlos. ਕਹਿੰਦਾ ਮੈਂ ਉਸ ਤਰ੍ਹਾਂ ਦਾ ਵਿਸ਼ਵਾਸ ਕਿਤੇ ਨਹੀਂ ਵੇਖਿਆ ਜਿਸ ਤਰ੍ਹਾਂ ਦਾ ਮੈਂ ਸੈਂਟ ਕਾਰਲੋ ਦੇ ਵਿੱਚ ਵੇਖਿਆ। In those Indian tribes. ਉਹਨਾਂ ਭਾਰਤੀ ਗੋਤਰਾਂ ਦੇ ਵਿੱਚ। I want to go there again. ਮੈਂ ਉੱਥੇ ਫੇਰ ਜਾਣਾ ਚਾਹੁੰਦਾ ਹਾਂ। Where is San Carlos today? ਸੈਂਟ ਕਾਰਲੋ ਅੱਜ ਕਿੱਥੇ ਹੈ? This is San Carlos. ਇਹ ਸੈਂਟ ਕਾਰਲੋ ਹੈ। What did Jesus say? ਯਿਸੂ ਮਸੀਹ ਨੇ ਕੀ ਕਿਹਾ? I have not found such faith in Israel. ਉਹਨੇ ਕਿਹਾ ਕਿ ਮੈਂ ਇਸ ਤਰ੍ਹਾਂ ਦਾ ਵਿਸ਼ਵਾਸ ਇਸਰਾਈਲੀਆਂ ਵਿੱਚ ਵੀ ਨਹੀਂ ਵੇਖਿਆ। When God sees San Carlos, ਜਦੋਂ ਖੁਦਾ ਨੇ ਸੈਂਟ ਕਾਰਲੋ ਨੂੰ ਵੇਖਿਆ, He says, I don't find such faith on the whole earth. ਉਹਨੇ ਕਿਹਾ ਕਿ ਮੈਂ ਇਸ ਤਰ੍ਹਾਂ ਦਾ ਵਿਸ਼ਵਾਸ ਪੂਰੀ ਧਰਤੀ ਤੇ ਨਹੀਂ ਵੇਖਿਆ which the people in San Carlos have. ਕਿ ਇਹ ਸੈਂਟ ਕਾਰਲੋ ਦੇ ਲੋਕ ਹਨ, The royal Apaches, ਜੋ ਕਿ ਰੋਇਲ ਅਪਾਸ਼ੀ ਸਨ, belonging to Geronimo's tribe. ਜੋ ਕਿ ਜੈਰੋਨੀਮੋ ਦੇ ਗੋਤਰ ਨਾਲ ਸੰਬੰਧਿਤ ਸਨ। Brother Branham visited them. ਭਾਈ ਬ੍ਰਾਨਮ ਉਹਨਾਂ ਨੂੰ ਮਿਲਿਆ। Brother Branham visited them. ਭਾਈ ਬ੍ਰਾਨਮ ਇਹਨਾਂ ਨੂੰ ਮਿਲਿਆ। Not just a book,
ਸਿਰਫ ਇੱਕ ਕਿਤਾਬ ਹੀ ਨਹੀਂ, Brother Branham came to you. ਭਾਈ ਬ੍ਰਾਨਮ ਤੁਹਾਡੇ ਕੋਲ ਆਇਆ, You fellowshiped with him. ਤੁਸੀਂ ਉਹਦੇ ਨਾਲ ਸੰਗਤੀ ਕੀਤੀ, That seventh angel in the form of the message. ਔਰ ਸੱਤ ਦੂਤ Seventh ਸੰਦੇਸ਼, angel. ਸੱਤਵਾਂ ਦੂਤ ਸੰਦੇਸ਼ ਦੀ ਸ਼ਕਲ ਵਿੱਚ ਤੁਹਾਡੇ ਕੋਲ ਆਇਆ, And fellowship with you. ਤੁਹਾਡੇ ਨਾਲ ਸੰਗਤੀ ਕੀਤੀ। Is that right? ਕੀ ਇਹ ਠੀਕ ਹੈ? Thank you, Jesus. ਯਿਸੂ ਮਸੀਹ ਤੇਰਾ ਧੰਨਵਾਦ। The hidden tribe of Joseph. ਇਹ ਯੂਸਫ ਦਾ ਗੁਪਤ ਛੁਪਿਆ ਹੋਇਆ ਗੋਤਰ, Hidden in the Bible, ਬਾਈਬਲ ਵਿੱਚ ਛੁਪਿਆ ਹੋਇਆ, but revealed in the seventh seal. ਪਰ ਸੱਤਵੀਂ ਮੋਹਰ ਦੇ ਅੰਤਰਗਤ ਖੁੱਲ ਗਿਆ। In that silence, ਉਸ ਚੁੱਪੀ ਦੇ ਵਿੱਚ the hidden names come out. ਉਹ ਗੁਪਤ ਨਾਮ ਪ੍ਰਗਟ ਹੋ ਗਏ। Are you understanding the word? ਕੀ ਤੁਸੀਂ ਵਚਨ ਨੂੰ ਸਮਝ ਪਾ ਰਹੇ ਹੋ? Are we the royal Apaches? ਕੀ ਤੁਸੀਂ ਉਹ ਰਾਜਸੀ ਅਪਾਸ਼ੀ ਹੋ? Geronimo, ਜੈਰੋਨੀਮੋ, be raptured. ਰੈਪਚਰ ਹੋ ਜਾਵੇ। Hallelujah. ਆਮੇਨ। Thank you, Lord. ਪ੍ਰਭੂ ਤੇਰਾ ਧੰਨਵਾਦ। We don't know how much time is left, ਤੁਹਾਨੂੰ ਨਹੀਂ ਪਤਾ ਸਮਾਂ ਕਿੰਨਾ ਰਹਿ ਗਿਆ ਹੈ, but if we don't meet on this side, ਜੇਕਰ ਤੁਸੀਂ ਇੱਥੇ ਨਹੀਂ ਮਿਲਦੇ we'll meet on the other side. ਪਰ ਦੂਸਰੇ ਪਾਸੇ ਜ਼ਰੂਰ ਮਿਲਾਂਗੇ। I'll see you in the rapture. ਮੈਂ ਤੁਹਾਨੂੰ ਰੈਪਚਰ ਵਿੱਚ ਵੇਖਾਂਗਾ। God bless you. God bless you। Geronimo, ਜੈਰੋਨੀਮੋ, royal Apaches, ਰਾਇਲ ਅਪਾਸ਼ੀਸ, the tribe of Joseph. The tribe of Joseph, ਯੂਸਫ ਦਾ ਗੋਤਰ, the tribe of Christ. ਮਸੀਹ ਦਾ ਗੋਤਰ। Hallelujah. That was in the back part of his mind, ਇਹ ਉਹਦੇ ਦਿਮਾਗ ਦੇ ਪਿਛਲੇ ਪਾਸੇ ਸੀ। hiding through the ages, ਯੁੱਗਾਂ ਦੇ ਵਿੱਚ ਇਹ ਗੁਪਤ ਰਿਹਾ, but now coming in the last days. ਪਰ ਅੰਤ ਦੇ ਦਿਨਾਂ ਵਿੱਚ ਇਹ ਪ੍ਰਗਟ ਹੋ ਗਿਆ। Just as it happens in 1,44,000. ਜਿਵੇਂ ਇਹ 1,44,000 ਦੇ ਨਾਲ ਹੋਇਆ, In the same way, ਉਸੇ ਤਰੀਕੇ ਨਾਲ it happens in the Gentile bride. ਅੱਜ ਇਹ ਪਰਾਈਆਂ ਕੌਮਾਂ ਦੀ ਦੁਲਹਨ ਨਾਲ ਹੋ ਰਿਹਾ ਹੈ। Thank you, Lord. ਪ੍ਰਭੂ ਤੇਰਾ ਧੰਨਵਾਦ। And here we are. ਅਸੀਂ ਇੱਥੇ ਹਾਂ। God bless you. God bless you। ਪ੍ਰਭੂ ਬਰਕਤ God ਦੇ। bless you. Pastor Surinder. ਪਾਸਟਰ ਸੁਰਿੰਦਰ ਜੀ, God bless you। God bless you, brother. Praise the Lord। Amen. God bless you.